रेडियो चंद प्रदेसी ਦੇ ਮਾਣਮੱਤੇ ਸਰੋਤਿਓ ਸਵਾਗਤ ਕਰਦੇ ਹਾਂ ਤੁਹਾਡਾ ਰੇਡੀਓ ਚੰਦ ਪ੍ਰਦੇਸੀ ਦੀ ਪੰਜਾਬੀ ਸੱਥ ਦੇ ਵਿੱਚ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਸਰਵਣ ਸਿੰਘ ਟਵਾਣਾ, ਅਮਰੀਕਾ ਦੀ ਵਿੰਡੀ ਸਿਟੀ ਸ਼ਿਕਾਗੋ ਤੋਂ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਸਤਿ ਸ੍ਰੀ ਅਕਾਲ ਟਵਾਣਾ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਤੁਹਾਡੇ ਤਾਂ ਗੁੱਡ ਇਵਨਿੰਗ ਆ, ਸਾਡੇ ਗੁੱਡ ਮਾਰਨਿੰਗ ਆ। ਤੇ ਬਾਹਰ ਕਣੀਆਂ ਪੈ ਰਹੀਆਂ ਨੇ। ਹਾਂ, ਮੈਨੂੰ ਲੱਗਦਾ ਸੀ ਕਣੀਆਂ ਪੈਂਦੀਆਂ ਹੋਣਗੀਆਂ। ਗਿੱਲ ਸਾਹਿਬ ਕਈ ਵਾਰੀ ਨਾ ਪਤਾ ਨਹੀਂ ਹੁੰਦਾ ਬੰਦੇ ਨੂੰ ਜੀ ਵੀ ਗੱਲ ਤੁਹਾਡੇ ਕੋਲ ਹੀ ਹੁੰਦੀ। ਕਈ ਵਾਰੀ ਕਾਰ ਦੀਆਂ ਚਾਬੀਆਂ ਤੁਹਾਡੀਆਂ ਹੱਥ 'ਚ ਫੜੀਆਂ ਹੁੰਦੀਆਂ ਨੇ, ਤੁਸੀਂ ਸੋਚਦੇ ਹੋ ਚਾਬੀਆਂ ਲੱਭਦੇ ਫਿਰੀ ਜਾਂਦੇ ਸਾਰੇ ਘਰ ਦੇ ਵਿੱਚ, ਯਾਰ ਮੈਂ ਜਾਣਾ ਹੈ ਕਿਧਰੇ, ਚਾਬੀਆਂ ਨਹੀਂ ਲੱਭਦੀਆਂ, ਕੀ ਹੋ ਗਿਆ, ਕਿੱਧਰ ਚਲੀਆਂ ਗਈਆਂ, ਕਿਵੇਂ ਨਹੀਂ ਚਲੀਆਂ ਗਈਆਂ, ਉਹ ਤੁਹਾਨੂੰ ਮਿਲਦੀਆਂ ਨਹੀਂ। ਇਸੇ ਤਰ੍ਹਾਂ ਹੋਰ ਬੜੀਆਂ ਗੱਲਾਂ ਹੁੰਦੀਆਂ ਨੇ। ਮੈਨੂੰ ਵੀ ਇੰਝ ਲੱਗ ਰਿਹਾ ਪਤਾ ਨਹੀਂ ਸੀ ਲੱਗਦਾ, ਮੱਥੇ ਤੇ ਲਾ ਕੇ ਲੋਕੀ ਐਨਕਾਂ ਲਾਉਂਦੇ ਹੁੰਦੇ ਨੇ। ਮੇਰੇ ਨਾਲ ਕਈ ਵਾਰੀ ਹੋਈ ਹੈ ਏਦਾਂ ਦੀ ਗੱਲ ਵੀ। ਤੁਹਾਡੀ ਗੱਲ ਸਹੀ ਹੈ। ਹੁਣ ਤਾਂ ਐਨਕਾਂ ਦੀ ਗੱਲ ਨਹੀਂ ਹੈਗੀ, ਕਈ ਵਾਰੀ ਨਾ ਜਿਹੜਾ ਇਹ ਅੱਜ ਕੱਲ ਜਿਹਨੂੰ ਮਾਸਕ ਕਹਿੰਦੇ ਆ ਵੀ ਲਾਉਣਾ ਜ਼ਰੂਰੀ ਹੋ ਗਿਆ ਕਰੋਨਾ ਦੇ ਕਰਕੇ, ਕਈ ਵਾਰੀ ਆਪਾਂ ਲਾਇਆ ਹੁੰਦਾ ਮੂੰਹ ਦੇ ਉੱਤੇ, ਜੇ ਨਹੀਂ ਲੋੜ ਹੁੰਦੀ ਨਾ ਥੋੜਾ ਥੱਲੇ ਨੂੰ ਖਿਸਕਾ ਲੈਂਦੇ, ਗਲ ਜੇ ਤੇ ਆ ਜਾਂਦਾ। ਫਿਰ ਕਈ ਵਾਰੀ ਜਾਣਾ ਪੈ ਜਾਂਦਾ ਕਿਤੇ, ਫਿਰ ਦੇਖਿਆ ਮਾਸਕ ਜ਼ਰੂਰੀ ਹੈ। ਮਾਸਕ ਲੱਭਦੇ ਫਿਰੀ ਜਾਂਦੇ ਆ, ਮੇਰੀ ਗੱਡੀ 'ਚ ਪਿਆ, ਮੇਰੇ ਹੱਥ 'ਚ ਹੈ, ਮੇਰੀ ਜੇਬ 'ਚ ਹੈ, ਇੱਧਰ ਉੱਧਰ ਮਾਸਕ ਦਾ ਗਲ ਦੇ ਵਿੱਚ ਲਟਕ ਰਿਹਾ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਕਿੱਧਰ ਚਲੇਗੀ ਗੱਲ, ਉਹ ਲੱਭਦਾ ਨਹੀਂ ਹੁੰਦਾ। ਕਈ ਵਾਰੀ ਬੰਦਾ ਭੁਲੇਖੇ 'ਚ ਕਈ ਵਾਰੀ ਏਦਾਂ ਪੈ ਜਾਂਦਾ ਹੈ। ਮੇਰੇ ਨਾਲ ਹੁਣ ਹੋ ਕੇ ਹਟੀ ਹੈ ਗਿੱਲ ਸਾਹਿਬ, ਮੈਨੂੰ ਆਵਾਜ਼ ਨਹੀਂ ਆ ਰਹੀ ਸੀ। ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਵੀ ਆਵਾਜ਼ ਦਾ ਕਾਰਨ ਕਿਉਂ ਨਹੀਂ ਆ ਰਿਹਾ, ਇੱਧਰਲੇ ਪਾਸਿਓਂ, ਦੂਜੇ ਪਾਸਿਓਂ, ਤੀਜੇ ਪਾਸਿਓਂ। ਮੈਂ ਤਾਰ ਹੀ ਨਹੀਂ ਸੀ ਲਾਈ ਹੋਈ, ਹੋਰ ਤਾਂ ਹੋਰ ਆਉਣੀ ਆਵਾਜ਼ ਕਿੱਥੋਂ ਹੈ, ਜਾਂ ਤਾਰ ਹੀ ਨਹੀਂ ਲਾਈ ਭਰਾਵਾ ਤਾਂ ਵਿੱਚੋਂ। ਗਿੱਲ ਸਾਹਿਬ ਇੱਕ ਗੱਲ ਹੈ, ਇੱਕ ਗੱਲ ਦੱਸਿਓ ਤੁਸੀਂ। ਵੈਸੇ ਤਾਂ ਤੁਸੀਂ ਬੜੇ ਅਗਾਂਹ ਵਧੂ ਬੰਦੇ ਹੋ, ਭੈਣ ਜੀ ਉਹਨੇ ਵੀ ਤੁਹਾਡੇ ਮਿਸਿਜ ਉਹ ਵੀ ਬੜੇ ਅਗਾਂਹ ਵਧੂ ਨੇ। ਵਿਆਹ ਸ਼ਾਦੀ ਦੇ ਵਿੱਚ ਜਦੋਂ ਤੁਸੀਂ ਕਰਾਇਆ ਹੋਣਾ, ਮੈਂ ਕਹਿ ਨਹੀਂ ਸਕਦਾ ਵੀ ਤੁਸੀਂ ਆਪਣੇ ਕਿਸ ਰੰਗ ਢੰਗ ਦੇ ਵਿੱਚ ਵਿਆਹ ਸ਼ਾਦੀ ਕਰਾਈ ਹੋਣੀ, ਇੰਨਾ ਮੈਨੂੰ ਪਤਾ ਹੈ। ਬੜੇ ਵਧੀਆ ਤਰੀਕੇ ਨਾਲ ਹੋਈ ਹੋਣੀ ਹੈ ਆਪਣੇ ਆਪ ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ ਜਦੋਂ ਪ੍ਰਾਹੁਣਾ ਘਰੇ ਆਉਂਦਾ ਹੁੰਦਾ ਸੀ, ਕੋਈ ਵੀ ਹੋਵੇ, ਚਾਹੇ ਰਿਸ਼ਤੇਦਾਰੀ ਚੋਂ, ਜ਼ਰੂਰੀ ਨਹੀਂ ਵੀ ਪ੍ਰਾਹੁਣਾ ਜਵਾਈ ਹੋਵੇ, ਹੋਰ ਵੀ ਕੋਈ ਪ੍ਰਾਹੁਣੇ, ਇੱਕ ਗੱਲ ਬੜਾ ਰਿਵਾਜ ਹੁੰਦਾ ਸੀ ਜਦੋਂ ਪ੍ਰਾਹੁਣੇ ਨੇ ਆਉਣਾ ਘਰ ਦੇ ਵਿੱਚ। ਹੁਣ ਦੀ ਤਰ੍ਹਾਂ ਇਹ ਨਹੀਂ ਹੈਗਾ ਵੀ ਮੁਰਗਾ ਵੱਢ ਲਓ, ਬੱਕਰਾ ਵੱਢ ਲਓ, ਫਲਾਣੀ ਤੀ ਲਿਆਓ, ਸ਼ਰਾਬ ਲਿਆਓ। ਉਦੋਂ ਐ ਹੁੰਦਾ ਸੀ ਵੀ ਸ਼ੱਕਰ ਘਿਓ ਖਿਲਾਓ ਪ੍ਰਾਹੁਣੇ ਨੂੰ, ਘਿਓ ਬੂਰਾ ਖਿਲਾਓ, ਖੀਰ ਧਰ ਲਓ। ਹਾਂਜੀ, ਖੀਰ ਧਰ ਲਓ। ਬੂਰਾ ਹੁੰਦਾ ਸੀ, ਕੜਾਹ ਬਣਾ ਲਓ, ਬੂਰਾ। ਹਾਂਜੀ, ਕੜਾਹ ਵੀ ਇੱਕ ਬੂਰਾ ਹੁੰਦਾ ਸੀ। ਇਹ ਬੂਰਾ ਜਿਹੜਾ ਸ਼ਬਦ ਹੈ, ਇਹ ਮੇਰਾ ਖਿਆਲ ਹੁਣ ਅਲੋਪ ਹੋ ਗਿਆ ਸਾਰੇ ਪੰਜਾਬ ਦੇ ਵਿੱਚ, ਕਿਤੇ ਲੱਭਦਾ ਨਹੀਂ ਬੂਰਾ। ਇਹ ਕੀ ਚੀਜ਼ ਹੈ ਵੀ ਇਹ ਬੂਰਾ ਜਿਹੜਾ ਹੈਗਾ ਵੀ ਇਹਨੂੰ ਦੇਸੀ ਘਿਓ ਪਾ ਕੇ ਖਾਣ ਦਾ ਨਜ਼ਾਰਾ ਆਪਣਾ ਹੀ ਹੁੰਦਾ ਸੀ। ਤੁਹਾਡੇ ਕਿ ਨਹੀਂ ਬੂਰਾ ਕਹਿੰਦੇ ਆ, ਜਾਂ ਸਾਡੇ ਹੱਲ ਕਹਿੰਦੇ ਆ ਉਹ? ਜਿਹੜੀ ਬੂਰਾ ਖੰਡ ਹੁੰਦੀ ਸੀ, ਜਿਹੜੀ ਇੱਕ ਜਿਹਨੂੰ ਦੇਸੀ ਖੰਡ ਵੀ ਕਹਿ ਦਿੰਦੇ ਨੇ, ਤੇ ਜਿਹੜੀ ਦਾਣੇਦਾਰ ਨਹੀਂ ਸੀ ਹੁੰਦੀ, ਜਿਹਨੂੰ ਦੇਸੀ ਖੰਡ ਵੀ ਕਹਿੰਦੇ ਸੀ, ਉਹਨੂੰ ਬੂਰਾ ਖੰਡ ਵੀ ਕਹਿੰਦੇ ਸੀ। ਪਾਊਡਰ ਸ਼ੂਗਰ, ਹਾਂ, ਉਹਨੂੰ ਬੂਰਾ ਕਹਿੰਦੇ ਸੀਗੇ ਸਾਡੇ ਇਲਾਕੇ 'ਚ। ਮੈਨੂੰ ਨਹੀਂ ਪਤਾ ਤੁਹਾਡੇ ਕਿਵੇਂ ਕਹਿੰਦੇ ਸੀ, ਲੇਕਿਨ ਉਂਝ ਜਿਹੜਾ ਬੂਰਾ ਸ਼ਬਦ ਹੈ ਸਾਡੇ ਇੱਥੇ, ਤੇ ਉਹ ਜਿਹੜਾ ਆਪਾਂ ਆਟਾ ਛਾਣਦੇ ਸੀ ਨਾ, ਉਹਦੇ 'ਚ ਜਿਹੜਾ ਉਹ ਛਿਲਕਾ, ਜਿਹਨੂੰ ਅੱਜ ਕੱਲ ਪਤਾ ਨਹੀਂ ਕੀ ਨਾਂ ਉਹਦੇ, ਛਾਣ ਵੀ ਕਹਿੰਦੇ ਸੀ, ਤੇ ਉਹਨੂੰ ਵੀ ਕਈ ਵਾਰੀ ਬੂਰਾ ਕਹਿ ਦਿੰਦੇ ਸੀ, ਕਿਉਂਕਿ ਉਹਦੀ ਸ਼ਕਲ ਬੂਰੇ ਵਰਗੀ। ਉਹ ਜੇ ਉਹਨੂੰ ਪੀਸ ਲੋ ਉਹ ਬੂਰਾ ਬਣ ਜਾਂਦਾ ਸੀ, ਜਾਨੀ ਪਾਊਡਰ ਬਣ ਜਾਂਦਾ ਸੀ। ਬੂਰੇ ਦਾ ਨਾਂ ਹੈ ਪਾਊਡਰ। ਹਾਂ, ਬਿਲਕੁਲ ਗੱਲ ਇਹ ਸੀ। ਸੋ ਹੁਣ ਅੱਜ ਤੁਸੀਂ ਮੈਨੂੰ ਪਾਉਣ ਲੱਗੇ ਹੋ ਦੇਸੀ ਘਿਓ ਪਾ ਕੇ? ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਵੀ ਕਦੇ ਘਿਓ ਬੂਰਾ ਖਾਧਾ ਕਿ ਨਹੀਂ? ਮੈਨੂੰ ਉਦੋਂ ਤਾਂ ਨਹੀਂ ਮੌਕਾ ਮਿਲਿਆ, ਹੁਣ ਮੈਨੂੰ ਲੱਗਦਾ ਤੁਸੀਂ ਜ਼ਰੂਰ ਖਵਾ ਦਿਓਗੇ, ਜਾਂ ਫਿਰ ਮੈਨੂੰ ਹੁਣ ਕਲਕੱਤੇ ਜਾਣਾ ਪਊਗਾ। ਕਲਕੱਤੇ ਕਹਿੰਦੇ ਜਿਹੜੇ ਪੰਜਾਬੀ ਨੇ, ਜਿਹੜੇ ਕਲਕੱਤੇ ਵਾਲੇ ਪੰਜਾਬੀ ਨੇ, ਉਹ ਹਾਲੇ ਵੀ ਜਿਵੇਂ ਸਾਡੇ ਮਤਲਬ ਜਿਵੇਂ ਅਸੀਂ ਆਪਦੇ ਆਪ ਨੂੰ ਪੰਜਾਬ ਦੇ ਲੋਕ ਬੜੇ ਗਾਂਹ ਵਧੂ ਭਾਉਣ ਲੱਗ ਗਏ ਨੇ, ਖਾਸ ਤੌਰ ਤੇ ਲੁਧਿਆਣੇ ਜ਼ਿਲ੍ਹੇ ਵਾਲੇ ਤਾਂ ਆਪਦੇ ਆਪ ਨੂੰ ਬਾਹਲੇ ਉੱਪਰ ਸਮਝਦੇ ਨੇ, ਕਿਉਂਕਿ ਇੱਥੇ NRI ਜਾਂ ਹੋਰ ਸਨਅਤਕਾਰ, ਤੇ ਉਹਦੇ ਕਰਕੇ ਇੱਥੇ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਨੇ, ਤੇ ਉਹਦੇ ਕਰਕੇ ਮਤਲਬ ਇਹਨਾਂ ਦਾ ਜੀਵਨ ਜਿਉਣ ਦਾ ਤਰੀਕਾ ਜਿਹੜਾ ਉਹ ਕਾਫੀ ਬਦਲ ਗਿਆ।
ਵੈਸਟਰਨਾਈਜ਼ ਜਿਹਨੂੰ ਆਪਾਂ ਕਹੀਏ ਹੋ ਗਿਆ, ਪਰ ਕਲਕੱਤੇ ਵਾਲੇ ਜਿਹੜੇ ਪੰਜਾਬੀ ਨੇ ਸਾਡੇ, ਉਹਨਾਂ 'ਚ ਹਾਲੇ ਵੀ ਪੰਜਾਬ ਦੀਆਂ ਪੁਰਾਣੀਆਂ ਰਵਾਇਤਾਂ ਜਿਹੜੀਆਂ ਨੇ ਕਾਇਮ ਹੈ। ਤੇ ਕੱਲ ਜਿਹੜੇ ਪੰਜਾਬ ਦੇ ਕਿਸਾਨ ਆਗੂ ਨੇ ਵੱਡੀ ਗਿਣਤੀ 'ਚ ਕੱਲ ਉਹ ਦਿੱਲੀ ਨੂੰ ਰਵਾਨਾ ਹੋਏ ਨੇ ਚੰਡੀਗੜ੍ਹ ਤੋਂ ਇੱਕ ਜਹਾਜ਼ ਚੜ੍ਹ ਕੇ, ਤੇ ਪਹੁੰਚ ਵੀ ਗਏ ਨੇ ਕਲਕੱਤੇ। ਤੇ ਹੋ ਸਕਦਾ ਵਾ ਉਹਨਾਂ ਨੂੰ ਗਿਆ ਨੂੰ ਜ਼ਰੂਰ ਖੰਡ ਬੂਰਾ, ਜਿਹੜੀ ਬੂਰਾ ਦੇਸੀ ਘਿਓ ਜ਼ਰੂਰ ਪਾਇਆ ਹੋਊਗਾ, ਕਿਉਂਕਿ ਕਲਕੱਤੇ ਦੇ ਜਿਹੜੇ ਪੰਜਾਬੀ ਨੇ ਉਹ ਮਤਲਬ ਮੱਥੇ ਤੇ ਹੱਥ ਧਰ ਕੇ ਆਪਣੇ ਪੰਜਾਬੀ ਕਿਸਾਨ ਭਰਾਵਾਂ ਨੂੰ ਉਡੀਕ ਰਹੇ ਨੇ, ਤੇ ਇਹਨਾਂ ਦੀ ਆਓ ਭਗਤ ਲਈ ਉਹ ਬੜੇ ਪੱਬਾਂ ਭਾਰ ਹੋਏ ਨੇ ਜੀ। ਚਲੋ ਤੁਹਾਡੇ ਇਲਾਕੇ ਤੋਂ ਸੁਨੇਹਾ ਵੀ ਆ ਗਿਆ ਜੀ ਮੈਨੂੰ ਆਸਟ੍ਰੇਲੀਆ ਤੋਂ, ਕਹਿੰਦੇ ਵਾਕਈ ਤੁਸੀਂ ਸਹੀ ਕਿਹਾ ਜੀ, ਸਾਡੇ ਵੀ ਬੁਰਾ ਹੀ ਕਹਿੰਦੇ ਨੇ। ਗਿੱਲ ਸਾਹਿਬ, ਕੁਝ ਗੱਲਾਂ ਹੀ ਏਦਾਂ ਦੀਆਂ ਹੁੰਦੀਆਂ ਨੇ। ਹੁਣ ਵਿਦੇਸ਼ਾਂ ਦੀ ਤੁਸੀਂ ਗੱਲ ਕੀਤੀ ਹੈ, ਕਲਕੱਤੇ ਦੀ ਗੱਲ ਕੀਤੀ ਹੈ, ਕਲਕੱਤਾ ਵੀ ਪੰਜਾਬੀਆਂ ਦੇ ਲਈ ਪ੍ਰਵਾਸ ਹੈ। ਅਸੀਂ ਅਮਰੀਕਾ ਦੇ ਵਿੱਚ ਜਦੋਂ ਵੀ ਅਸੀਂ ਅਮਰੀਕਾ ਤੋਂ ਇੰਡੀਆ ਜਾਂਦੇ ਹਾਂ ਤਾਂ ਕੋਸ਼ਿਸ਼ ਕਰਦੇ ਹਾਂ ਅਸੀਂ ਸ਼ੱਕਰ ਲੈ ਕੇ ਆਈਏ ਇੰਡੀਆ ਤੋਂ, ਇੱਥੇ ਲਿਆ ਕੇ ਫਿਰ ਸ਼ੱਕਰ ਦੇ ਨਾਲ ਰੋਟੀ ਖਾਣ ਦਾ ਨਜ਼ਾਰਾ ਹੀ ਵੱਖਰਾ ਹੈ। ਤੇ ਹੁਣ ਕਈ ਵਾਰੀ ਲੱਸੀ ਵੀ ਅਸੀਂ ਆਪਣੀ ਇੱਥੋਂ ਬਾਹਰੋਂ ਲਿਆ ਕੇ, ਜਿਹੜੀ ਹੋਮਮੇਡ ਲੱਸੀ ਹੈ ਸਟੋਰਾਂ 'ਚ ਮਿਲਦੀ ਹੈ ਬਹੁਤ ਵਧੀਆ, ਉਹ ਵੀ ਪੀਣ ਦੀ ਕੋਸ਼ਿਸ਼ ਕਰਦੇ ਹਾਂ। ਉਹਦਾ ਆਪਣਾ ਨਜ਼ਾਰਾ ਸਾਨੂੰ ਆਉਂਦਾ ਆਪਣੇ ਦੇਸ਼ ਨਾਲ ਜੁੜ ਕੇ। ਇੱਕ ਆਲਮ ਲਹਾਰ ਦਾ ਗਾਣਾ ਸੀ ਗਿੱਲ ਸਾਹਿਬ, ਉਹ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋ ਕੇ ਹਸਪਤਾਲ ਚਲੇ ਗਏ, ਉਹਨਾਂ ਨੇ ਉੱਥੇ ਬੈਠੇ ਨੇ ਇੱਕ ਗਾਣਾ ਲਿਖਤਾ, ਲੱਤ ਉਹਨਾਂ ਦੀ ਟੁੱਟ ਗਈ ਪਰ ਕੋਈ ਮਿਲਣ ਨਹੀਂ ਗਿਆ, ਟੁੱਟੀ ਲੱਤ ਨੂੰ ਹਿਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਮਮਤਾ ਬੈਨਰਜੀ ਦੀ ਲੱਤ ਟੁੱਟ ਗਈ, ਬਾਹਰ ਕੱਢੀ ਬੈਠੀ ਹੈ, ਫੋਟੋਆਂ ਲੱਗੀਆਂ ਨੇ, ਸੁਣੀ ਕਿਸੇ ਨੇ ਸਾਰ ਲਈ, ਕਿਸੇ ਨੇ ਕਿ ਨਹੀਂ? ਉਹ ਵੀ ਇਹੀ ਕਹਿ ਰਹੀ ਆ ਬਈ ਟੁੱਟੀ ਲੱਤ ਨੂੰ ਹਿਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਤੇ ਪਰ ਕਈ ਲੋਕਾਂ ਨੇ ਇਹਦੇ ਤੇ ਸਵਾਲ ਵੀ ਉਠਾਏ ਨੇ, ਕਈ ਲੋਕ ਇਹਨੂੰ ਡਰਾਮੇਬਾਜ਼ੀ ਦੱਸ ਰਹੇ ਨੇ, ਤੇ ਪਰ ਉਹਦੇ ਚਿਹਰੇ ਤੋਂ ਨਹੀਂ ਲੱਗਦਾ ਵੀ ਉਹ ਡਰਾਮੇਬਾਜ਼ੀ ਕਰਦੀ ਆ। ਤੇ ਇਸ ਸਵਾਲ ਦੇ ਉੱਤੇ ਟਵਾਣਾ ਜੀ ਕੱਲ ਦੀ, ਬਲਕਿ ਪਿਛਲੇ 2 ਦਿਨ ਤੋਂ ਬੰਗਾਲ ਦੀ ਧਰਤੀ ਉਬਲੀ ਪਈ ਆ। ਉਹ ਕੱਲ ਦਿਨ ਭਰ ਜਿਹੜਾ ਚਲੋ ਜਿਨ੍ਹਾਂ ਦੀ ਪਾਰਟੀ ਦੀ ਆਗੂ ਦੇ 6 ਵਜੀ ਆ, ਉਹਨਾਂ ਦਾ ਰਿਐਕਸ਼ਨ ਜਾਂ ਉਹਨਾਂ ਵੱਲੋਂ ਕੋਈ ਮੁਜ਼ਾਹਰਾ ਧਰਨਾ, ਕੋਈ ਨਾਅਰੇਬਾਜ਼ੀ ਕਰਨੀ, ਕੋਈ ਪ੍ਰਦਰਸ਼ਨ ਕਰਨਾ, ਉਹ ਤਾਂ ਸਮਝ ਆਉਂਦਾ, ਉਹ ਤਾਂ ਜ਼ਰੂਰ ਸਮਝ ਆਉਂਦਾ, ਕਿਉਂਕਿ ਦੇਖੋ ਉਹਨਾਂ ਨੇ ਉਹਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਜਾਂ ਆਪਣੀ ਇੱਕ ਕਿਸਮ ਦੀ, ਕੁਛ ਆਗੂਆਂ ਨੇ ਆਪਦੀ ਹਾਜ਼ਰੀ ਲਵਾਉਣ ਲਈ ਵੀ, ਤਾਂ ਕਿ ਮਮਤਾ ਬੈਨਰਜੀ ਨੂੰ ਇਹ ਸੁਨੇਹਾ ਮਿਲੇ ਵੀ ਅਸੀਂ ਉਹਦੀ ਖਾਤਰ ਬੋਲੇ ਸੀ, ਰੌਲਾ ਪਾਇਆ ਸੀ ਤੇ ਸੁਨੇਹਾ ਦੇਣਾ ਚਾਹੁੰਦੇ ਨੇ। ਪਰ ਦੂਜੀ ਗੱਲ ਮੈਨੂੰ ਸਮਝ ਨਹੀਂ ਆਈ ਵੀ ਸੜਕਾਂ ਦੇ ਉੱਤੇ ਟਾਇਰ ਫੂਕ ਕੇ ਬੀਜੇਪੀ ਵਾਲੇ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਇਸ ਮਾਮਲੇ 'ਚ। ਉਹਨਾਂ ਨੇ ਕੱਲ ਸੜਕਾਂ ਦੇ ਉੱਤੇ ਟਾਇਰ ਫੂਕ ਕੇ ਬੜੇ ਪ੍ਰਦਰਸ਼ਨ ਕੀਤੇ, ਇਹ ਸਮਝੋ ਬਾਹਰ ਗੱਲ ਹੋ ਗਈ ਵੀ ਉਹਨਾਂ ਨੂੰ ਇਸ ਗੱਲ ਦੀ ਕੀ ਤਕਲੀਫ ਹੋ ਗਈ। ਉਹ ਕਹਿੰਦੇ ਬੰਗਾਲ ਦਾ ਜਾਦੂ ਹੈ, ਮੈਨੂੰ ਕਹਿੰਦੇ ਬੰਗਾਲ ਦਾ ਜਾਦੂ ਕੁਛ ਕਰ ਗਿਆ ਦੀਦੀ ਦੇ ਉੱਤੇ, ਹੁਣ ਟਾਇਰ ਫੂਕ ਕੇ ਧੂਆਂ ਉਹਨੂੰ ਖਤਮ ਕਰਨਾ ਚਾਹੁੰਦੇ ਆ। ਥੋੜਾ ਜੀ ਹੈਰਾਨੀ ਦੀ ਗੱਲ ਮੈਨੂੰ ਇਹ ਵੀ ਆ ਵੀ ਜਿਹੜਾ ਚੋਣ ਕਮਿਸ਼ਨ ਆ, ਚੋਣ ਕਮਿਸ਼ਨ ਨੂੰ ਮਤਲਬ ਹੈ ਮੰਗ ਪੱਤਰ ਸਮਝ ਲਓ ਜਾਂ ਰੋਸ ਪੱਤਰ ਕਹਿ ਲਓ ਉਹਨੂੰ, ਉਹ ਤ੍ਰਿਣਮੂਲ ਕਾਂਗਰਸ ਦੇ ਆਗੂ ਦੇ ਕੇ ਆਏ ਨੇ। ਹੱਕ ਵੀ ਬਣਦਾ ਸੀ ਉਹਨਾਂ ਦਾ ਦੇਣਾ, ਬਿਲਕੁਲ। ਪਰ ਉਹਦੀ ਜਿਹੜੀ ਭਾਸ਼ਾ ਹੈ ਉਸ ਪੱਤਰ ਦੀ, ਉਹਦੇ ਉੱਤੇ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਰਿਐਕਸ਼ਨ ਕੀਤਾ, ਅੱਛਾ, ਉਹ ਮਤਲਬ ਇੱਕ ਜਿਵੇਂ ਰਾਜਨੀਤਿਕ ਵਿਰੋਧੀ ਧਿਰ ਕਰਦੀ ਹੁੰਦੀ ਆ, ਐ ਕੀਤਾ ਜਿਵੇਂ ਰਾਜਪਾਲ ਕਰਦਾ ਨਹੀਂ ਦਿੰਦਾ ਹੈ, ਜਿਵੇਂ ਰਾਜਪਾਲ ਕਰਦਾ ਹੁੰਦਾ ਨਹੀਂ ਰਾਜਨੀਤੀ, ਜਿਵੇਂ ਮਤਲਬ ਵੀ ਜਿਵੇਂ ਰਾਜਨੀਤਿਕ ਪਾਰਟੀਆਂ ਵੀ ਕਾਂਗਰਸ ਕੋਈ ਬਿਆਨ ਦਿੰਦੀ ਆ ਤੇ ਬੀਜੇਪੀ ਵਾਲੇ ਅਲੀ ਅਲੀ ਕਰਕੇ ਉਹਦੇ ਮਗਰ ਪੈ ਜਾਂਦੇ ਨੇ। ਅੱਛਾ, ਬੀਜੇਪੀ ਵਾਲੇ ਕੋਈ ਬਿਆਨ ਦਿੰਦੇ ਨੇ ਤਾਂ ਕਾਂਗਰਸ ਹੀ ਅਲੀ ਅਲੀ ਕਰਕੇ ਉਹਦੇ ਮਗਰ ਪੈ ਜਾਂਦੇ ਨੇ। ਤੇ ਇਵੇਂ ਦੇਖੋ ਟਵਾਣਾ ਜੀ ਗੱਲ ਇਹ ਆ, ਕੱਲ ਨੂੰ ਇਸ ਜਾਂਚ ਪੜਤਾਲ ਦੇ ਵਿੱਚੋਂ ਕੀ ਨਿਕਲ ਕੇ ਆਊਗਾ ਵੀ ਕੀ ਵਾਕਈ ਜਿਵੇਂ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਨੇ ਜਾਂ ਖੁਦ ਮਮਤਾ ਬੈਨਰਜੀ ਦਾ ਬੜਾ ਸੰਖੇਪ ਬਿਆਨ ਸੀ ਜਦੋਂ ਦੇ 6 ਵਜੀ ਆ, ਉਸ ਤੋਂ ਬਾਅਦ ਉਹਦਾ ਸੰਖੇਪ ਬਿਆਨ ਸੀ ਜੀ। ਹਾਂ, ਇੱਕ ਤਾਂ ਉਹਨੇ ਸ਼ਾਂਤ ਰਹਿਣ ਨੂੰ ਕਿਹਾ, ਦੂਜਾ ਉਹਨੇ ਇਹ ਕਿਹਾ ਵੀ 4-5 ਲੋਕਾਂ ਨੇ ਆ ਕੇ ਮੈਨੂੰ ਧੱਕਾ ਦਿੱਤਾ ਤੇ ਮੇਰੀ ਤਾਕੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ 6 ਵਜੀ ਆ, ਤੇ ਉਹਨੇ ਸ਼ੱਕ ਜ਼ਾਹਰ ਕੀਤੀ ਆ ਵੀ ਮੈਨੂੰ ਮਾਰਨ ਦੀ ਸਾਜ਼ਿਸ਼ ਹੋ ਸਕਦੀ ਆ ਇਹਦੇ ਪਿੱਛੇ। ਲੇਕਿਨ ਉਹਨੇ ਇਹ ਬਿਲਕੁਲ ਨਹੀਂ ਕਿਹਾ ਵੀ ਇਹ ਸਾਜ਼ਿਸ਼ ਕਿਹਦੀ ਹੋ ਸਕਦੀ ਆ, ਇਹ ਸਾਜ਼ਿਸ਼ ਬੀਜੇਪੀ ਦੀ ਹੋ ਸਕਦੀ ਆ ਜੀ।
ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਵੀ ਉਹਨਾਂ ਦੀ ਜਿਹੜੀ ਕਾਰ ਜਦੋਂ ਜਾ ਰਹੀ ਸੀ ਉਹਦਾ ਜਿਹੜਾ ਡੋਰ ਹੈ ਉਹ ਖੁੱਲਾ ਸੀਗਾ, ਉਹ ਖੰਭੇ ਦੇ ਨਾਲ ਲੱਗਿਆ। ਕੀ ਇਹ ਸੱਚਾਈ ਹੈ ਕਿ ਗਲਤ ਹੈ? ਹਾਂ, ਇਹ ਵੀ ਗੱਲ ਆ ਰਹੀ ਆ, ਇਹ ਵੀ ਗੱਲ ਆ ਰਹੀ ਆ। ਕਹਿੰਦਾ ਜੀ ਗੱਲ ਅਸਲ 'ਚ ਇਸ਼ੂ ਇਹ ਨਹੀਂ ਹੈ। ਪਰ ਉਹ ਜਿਹੜੀਆਂ ਵੀਡੀਓਜ਼ ਨੇ, ਇੱਕ ਵੀਡੀਓ ਮੈਂ ਤਾਂ ਦੇਖੀ ਆ ਜਿਹੜੀ, ਅੱਛਾ ਜੀ, ਜਿਹਦੇ ਵਿੱਚ ਜਦੋਂ ਉਹਨਾਂ ਦੀ ਗੱਡੀ ਜਾ ਰਹੀ ਆ ਇੱਕ ਮਤਲਬ ਸੜਕ ਦੇ ਉੱਤੋਂ ਦੀ, ਉਹ ਸੜਕ ਦੇ ਉੱਤੇ ਬਹੁਤ ਭੀੜ ਆ, ਬਹੁਤ ਭੀੜ ਆ, ਤੇ ਉਹਦੇ 'ਚ ਬਹੁਤ ਸਾਰੇ ਲੋਕ ਤ੍ਰਿਣਮੂਲ ਕਾਂਗਰਸ ਦੇ ਝੰਡੇ ਲੈ ਕੇ ਵੀ ਖੜੇ ਨੇ, ਤੇ ਤ੍ਰਿਣਮੂਲ ਕਾਂਗਰਸ ਦੇ ਝੰਡੇ ਲਈ ਖੜੇ ਨੇ। ਤਾਂ ਉੱਥੇ ਜਿਹੜੇ ਪੁਲਿਸ ਅਧਿਕਾਰੀ ਨੇ, ਕਿਉਂਕਿ ਬੀਬੀ ਮਮਤਾ ਬੈਨਰਜੀ ਨੂੰ Z+ ਸੁਰੱਖਿਆ ਵਾ, ਤੇ ਜਦੋਂ Z+ ਸੁਰੱਖਿਆ ਕਿਸੇ ਨੂੰ ਹੁੰਦੀ ਆ ਤਾਂ ਉਹਦੇ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਜਾਂਦਾ, ਇਹ ਸਭ ਨੂੰ ਪਤਾ ਹੈ। ਪਰ ਜਦੋਂ ਉਹਦੀ ਗੱਡੀ ਜਾ ਰਹੀ ਆ, ਉਹਦੇ ਅੱਗੇ ਪਿੱਛੇ ਕੋਈ ਕਮਾਂਡੋ, ਕੋਈ ਪੁਲਿਸ ਦੀ ਗੱਡੀ, ਕੋਈ ਹੋਰ ਦਿਖਾਈ ਦੇ ਨਹੀਂ ਰਹੀ ਤੁਹਾਡਾ ਜੀ। ਇਸ ਕਰਕੇ ਉਹ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਬੀਬੀ ਮਮਤਾ ਬੈਨਰਜੀ ਦਾ ਇਹ ਸ਼ੱਕ ਜ਼ਾਹਰ ਕਰਨਾ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਦਿਨ ਪਹਿਲਾਂ ਹੀ DGP ਦੀ ਟ੍ਰਾਂਸਫਰ ਕਰ ਦੇਣੀ, ਤੇ ਮਤਲਬ ਹੈ ਉੱਥੋਂ ਪੁਲਿਸ ਅਧਿਕਾਰੀਆਂ ਦਾ ਗਾਇਬ ਹੋ ਜਾਣਾ ਉਹਦੀ ਸੁਰੱਖਿਆ ਦੇ ਵਿੱਚੋਂ, ਇਹ ਮਤਲਬ ਹੈ ਉਹਨੇ ਸ਼ੱਕ ਜ਼ਾਹਰ ਕੀਤੀ ਆ ਵੀ ਮੈਨੂੰ ਇਹਦੇ ਤੇ ਸ਼ੱਕ ਹੈ। ਤੇ ਇਲੈਕਸ਼ਨ ਕਮਿਸ਼ਨ ਨੇ ਇਸੇ ਕਰਕੇ ਬੜਾ ਹੀ ਮਤਲਬ ਹੈ ਜਿਹਨੂੰ ਕਹਿੰਦੇ ਆ ਰਾਜਨੀਤਿਕ ਰੰਗ ਦਾ ਰਿਐਕਸ਼ਨ ਦਿੱਤਾ, ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੇ ਮੂੰਹੋਂ ਬਿਲਕੁਲ ਹੀ ਸਾਜਦਾ ਨਹੀਂ ਹੈ। ਬੜਾ ਜੀ, ਆਪਾਂ ਹੁਣ ਦੇਖਦੇ ਆ ਵੀ ਮੰਨ ਲਓ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਦੇ ਉੱਤੇ ਕੋਈ ਹਮਲਾ ਹੋ ਜਾਵੇ, ਕੋਈ ਹੋਰ ਹੋ ਜਾਵੇ, ਕੋਈ ਮੰਦਭਾਗੀ ਘਟਨਾ ਸੂਬੇ 'ਚ ਵੈਸੇ ਹੀ ਵਾਪਰ ਜਾਵੇ, ਤਾਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਆਮ ਤੌਰ ਤੇ ਸੱਤਾਧਾਰੀ ਧਿਰ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਦਾ ਚੰਗਾ ਬੋਲਦੀਆਂ ਨੇ ਕਿ ਭਾਈ ਆ ਕਿਉਂ ਹੋਈ ਏਡੀ ਵੱਡੀ ਘਟਨਾ, ਤੇ ਉਹਦੇ ਉੱਤੇ ਜੇ ਉਹ ਵੀ ਮੂਹਰਿਓਂ ਉਹੋ ਜਿਹਾ ਰਿਐਕਸ਼ਨ ਦੇਣ ਲੱਗ ਜਾਣ ਤਾਂ ਫਿਰ ਤਾਂ ਸਿਆਪਾ ਖੜਾ ਹੋ ਗਿਆ। ਸੋ ਇਸ ਕਰਕੇ ਇਹ ਜਿਹੜੀ ਗੱਲ ਆ, ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰਿਐਕਸ਼ਨ ਹੈ ਉਹ ਸੱਚੀ ਮੁੱਚੀ ਮੰਦਭਾਗਾ ਵਾ। ਮੈਨੂੰ ਤਾਂ ਉਹ ਬਿਲਕੁਲ ਹੀ ਮਤਲਬ ਹੈ ਕਿ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਇਹੋ ਜਿਹਾ ਰਿਐਕਸ਼ਨ ਬਿਲਕੁਲ ਚੰਗਾ ਨਹੀਂ ਲੱਗਦਾ ਹੈ, ਇਹ ਠੀਕ ਨਹੀਂ ਕੀਤਾ ਉਹਨਾਂ ਨੇ। ਪਰ ਮੈਂ ਨਾਲ ਹੀ ਇਹ ਵੀ ਦੇਖ ਰਿਹਾ ਤੁਹਾਡਾ ਜੀ, ਹਾਂ ਮੈਂ ਇਹ ਵੀ ਦੇਖ ਰਿਹਾ ਵੀ ਜਿਹੜੀ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ, ਚੋਣ ਕਮਿਸ਼ਨ ਆ ਸਾਡਾ, ਸਾਡੀਆਂ ਸੰਸਥਾਵਾਂ ਨੇ, ਉਹਨਾਂ ਦੇ ਬਾਰੇ ਇੱਕ US ਬੇਸਡ ਜਿਹੜੀ ਸਵੀਡਿਸ਼ ਇੰਸਟੀਚਿਊਟ ਆ ਡੈਮੋਕ੍ਰੇਸੀ ਵਾਚਡੌਗ, ਉਹਨਾਂ ਨੇ ਜਿਹੜੀ 6 ਦਿਨ ਪਹਿਲਾਂ ਪਿਛਲੇ ਹਫ਼ਤੇ ਇੱਕ ਰਿਪੋਰਟ ਜਾਰੀ ਕੀਤੀ ਆ, ਜਿਹਦੀ ਗੱਲ ਰਾਹੁਲ ਗਾਂਧੀ ਨੇ ਜਿਹੜਾ ਇਹ ਚੁੱਕਿਆ ਕਦਮ ਉਹ ਉਸ ਬੇਸ ਦੇ ਉੱਤੇ, ਹਾਂ ਬਿਲਕੁਲ, ਤੇ ਮਤਲਬ ਹੈ ਉਹ ਜਿਹੜਾ ਰਿਐਕਸ਼ਨ ਆ ਉਹਦੇ ਉੱਤੇ ਕੱਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜਾ ਸਾਡਾ ਵਿਦੇਸ਼ ਮੰਤਰਾਲਾ ਹੈ, ਉਹਨਾਂ ਵੱਲੋਂ ਬੜਾ ਤਿੱਖਾ ਪ੍ਰਤੀਕਰਮ ਦਿਖਾਇਆ ਗਿਆ। ਜਦਕਿ ਜਿਹੜੀ ਉਹ ਸੰਸਥਾ ਜਿਹਨੇ ਇਹ ਮੁੱਦਾ ਉਠਾਇਆ, ਉਹ ਸੰਸਥਾ ਮੁੱਦਾ ਉਠਾਉਣ ਤੋਂ ਪਹਿਲਾਂ ਐ ਨਹੀਂ ਹੈ ਵੀ ਉਹ ਚੱਕ ਕੇ ਉਹੀ ਬਿਆਨ ਦੇ ਦਿੰਦੇ ਨੇ। ਉਹਨਾਂ ਨੇ ਬਹੁਤ ਸਾਰੇ ਪੈਰਾਮੀਟਰ ਇਹੋ ਜਿਹੇ ਰੱਖੇ ਹੋਏ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਇਸ ਤਰ੍ਹਾਂ ਦਾ ਮਨ ਬਣਾਉਂਦੇ ਨੇ। ਤੇ ਉਹਦੇ 'ਚ ਇਹ ਕਿਹਾ, ਜਿਹੜੀ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਨਾ ਪਿਛਲੇ ਹਫ਼ਤੇ ਟਵਾਣਾ ਜੀ, ਉਹਨਾਂ ਨੇ ਇਹ ਕਿਹਾ ਵੀ ਪਾਰਸ਼ਲ ਡੈਮੋਕ੍ਰੇਸੀ ਹੈ ਭਾਰਤ ਦੇ ਵਿੱਚ, ਯਾਨੀ ਅੱਧੀ ਪਿਛੱਧੀ ਜਿਹਨੂੰ ਆਪਾਂ ਕਹੀਏ, ਇਹੀ ਗੱਲ ਰਾਹੁਲ ਗਾਂਧੀ ਅੱਧੀ ਪਿਛੱਧੀ ਡੈਮੋ, ਹਾਂ ਵੀ ਅੱਧੀ ਪਿਛੱਧੀ ਡੈਮੋਕ੍ਰੇਸੀ ਆ। ਤਾਂ ਇਹ ਜਿਹੜੇ ਡੈਮੋਕ੍ਰੇਸੀ ਦੇ ਉੱਤੇ ਜਾਂ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ ਦੇ ਉੱਤੇ ਸਵਾਲ ਉੱਠੇ ਨੇ, ਇਹਦੇ ਤੇ ਲਾਜ਼ਮੀ ਤੌਰ ਤੇ ਗੱਲ ਕਰਨੀ ਬਣਦੀ ਹੈ। ਕਿਉਂ? ਬਿਲਕੁਲ, ਕਿਉਂਕਿ ਜੇ ਆਪਾਂ ਪਹਿਲਾਂ ਹੀ ਜਿਹੜਾ ਆਪਾਂ ਸਭ ਤੋਂ ਪਹਿਲਾ ਪੱਖ ਦੇਖੀਏ ਤੁਹਾਡਾ ਜੀ, 2014 ਦੇ ਵਿੱਚ ਜਦੋਂ BJP ਪੂਰੇ ਬਹੁਮਤ ਨਾਲ ਸਰਕਾਰ ਦੇ ਵਿੱਚ ਆਈ ਹੈ, ਭਾਵ NDA ਪੂਰੇ ਬਹੁਮਤ ਨਾਲ ਆਈ ਆ, ਤਾਂ BJP ਕੋਲੇ ਸਾਰੇ ਦੇਸ਼ 'ਚ ਕੁੱਲ 31% ਵੋਟ ਸੀ। ਇਹਦਾ ਮਤਲਬ ਹੈ ਵੀ 69% ਲੋਕਾਂ ਨੇ ਤਾਂ ਉਹਦੇ ਉਲਟ ਵੋਟ ਪਾਈ ਆ। ਤੇ ਜੇ ਏਡੀ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਉਲਟ ਵੋਟ ਪਾਈ ਆ ਉਹਦੇ, ਤੇ ਫਿਰ ਉਹ ਲੋਕ ਵੀ ਨੇ ਜਿਨ੍ਹਾਂ ਨੇ ਵੋਟਾਂ 'ਚ ਹਿੱਸਾ ਹੀ ਨਹੀਂ ਲਿਆ, ਵੋਟ ਪਾਉਣੀ ਨਹੀਂ ਗਏ। ਇਹ ਤਾਂ ਜਿਹੜੀਆਂ ਪੋਲ ਹੋਈਆਂ ਵੋਟਾਂ ਨੇ ਉਹਦਾ 31% ਆ ਨਾ, ਜਿਹੜੇ ਲੋਕ ਵੋਟ ਪਾਉਣੀ ਨਹੀਂ ਗਏ। ਤੇ ਜੇ ਆਪਾਂ ਉਹਨਾਂ ਦੀ ਗਿਣਤੀ ਕਰ ਲਈਏ ਤਾਂ ਇਹਦਾ ਮਤਲਬ ਇਹ ਹੋਇਆ ਵੀ ਦੇਸ਼ ਦੇ ਵੱਡੇ ਹਿੱਸੇ ਦੀ
ਇੱਛਾ ਦੇ ਉਲਟ ਦੇਸ਼ ਦੀ ਗੱਦੀ ਉੱਤੇ ਬੀਜੇਪੀ ਵਿਰਾਜਮਾਨ ਹੋ ਗਈ। ਤੇ ਜੇ ਉਹਦੇ ਭਾਈਵਾਲਾਂ ਦੀ ਗਿਣਤੀ ਵੀ ਵਿੱਚ ਕਰ ਲਈਏ ਤਾਂ 38% ਬਣਦੀ ਹੈ ਇਹ ਗਿਣਤੀ 2014 ਵਾਲੀ। ਤੇ ਜੇ 38% ਵੋਟਾਂ ਨਾਲ NDA ਸੱਤਾ ਦੇ ਵਿੱਚ ਆਉਂਦੀ ਆ ਤਾਂ ਇਹਦਾ ਮਤਲਬ ਹੈ 61.5 ਜਾਂਦੀ 61% ਲੋਕ ਤਾਂ ਉਸ ਵੇਲੇ ਹੀ ਉਹਦੇ ਖਿਲਾਫ ਸੀ। ਤਾਂ ਫਿਰ ਡੈਮੋਕ੍ਰੇਸੀ ਕਿਵੇਂ ਹੋਈ? ਤਾਂ ਉਹਨਾਂ ਨੇ ਇੰਨੀ ਬਹੁਮਤ ਦੇ ਆਸਰੇ ਜਿਹੜੇ ਦੇਸ਼ ਦੇ ਵਿੱਚ ਫੈਸਲੇ ਲਏ ਤਾਂ ਇਹਦਾ ਮਤਲਬ ਉਹ ਲੋਕਾਂ ਦੀ ਮਤ ਅਨੁਸਾਰ ਫੈਸਲੇ ਨਹੀਂ ਲਏ ਗਏ। ਬਿਲਕੁਲ। ਤੇ ਹੁਣ ਜਿਹੜੀ 2019 ਦੇ ਵਿੱਚ ਚੋਣ ਹੋਈ ਹੈ ਟਵਾਣਾ ਜੀ, ਉਹਦੇ 'ਚ 303 ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਕੇਵਲ 37.4% ਵੋਟ ਪਏ ਆ। ਤੇ ਜੇ NDA ਦਾ ਸ਼ੇਅਰ ਦੇਖਣਾ ਹੋਵੇ ਤਾਂ ਉਹ ਵੀ 45% ਬਣਦਾ। ਇਹਦਾ ਮਤਲਬ ਹੈ 55% ਤਾਂ NDA ਦੇ ਵੀ ਖਿਲਾਫ ਹੈ, ਇੱਥੇ ਗੜਬੜ NDA ਦੇ ਵੀ ਖਿਲਾਫ ਹੈ। ਹਾਂ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਹੁਣ ਚਾਹੇ ਸਾਡੇ ਦੇਸ਼ ਦੀ ਜਿਹੜੀ ਵਿਦੇਸ਼ ਮੰਤਰਾਲਾ ਉਹਨੇ ਬੜਾ ਤਿੱਖਾ ਪ੍ਰਤੀਕਰਮ ਕੀਤਾ ਵੀ ਉਹ ਹੁੰਦੇ ਕੌਣ ਨੇ ਸਾਡੇ ਦੇਸ਼ 'ਚ ਦਖਲ ਦੇਣ ਵਾਲੇ, ਉਹਨਾਂ ਨੂੰ ਕਿਹਨੇ ਹੱਕ ਦਿੱਤਾ, ਉਹ ਕੌਣ ਨੇ, ਉਹ ਕੀ ਚੀਜ਼ ਹੈ ਜਿਹੜੇ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੇ ਉੱਤੇ ਸਵਾਲ ਉਠਾਉਂਦੇ ਨੇ। ਤਾਂ ਕੀ ਇਹ ਸਵਾਲ ਉਠਾਉਣਾ ਬਣਦਾ ਨਹੀਂ ਹੈ? ਇਹ ਕਿਹੜਾ ਕੋਈ ਧਰਮ ਹੈ ਜੋ ਦੇਸ਼ ਦੇ ਵਿੱਚ ਥੋੜਾ ਸਵਾਲ ਨਹੀਂ ਉਠਾ ਕੋਈ? ਹਾਂ ਬਿਲਕੁਲ। ਔਰ ਟਵਾਣਾ ਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਆਜ਼ਾਦ ਭਾਰਤ ਵਿੱਚ 1947 ਤੋਂ ਬਾਅਦ ਜਦੋਂ 1950 ਦੇ ਵਿੱਚ ਸੰਵਿਧਾਨ ਲਾਗੂ ਹੁੰਦਾ ਤੇ ਉਸ ਤੋਂ ਬਾਅਦ ਚੋਣਾਂ ਹੁੰਦੀਆਂ ਨੇ ਤੇ ਉਹ ਚੋਣਾਂ ਦੇ ਆਧਾਰ ਤੇ ਦੇਸ਼ ਦੇ ਵਿੱਚ ਸਰਕਾਰਾਂ ਬਣਦੀਆਂ ਆ ਰਹੀਆਂ ਨੇ। ਤਾਂ ਆਜ਼ਾਦ ਭਾਰਤ ਵਿੱਚ ਇਹ ਪਹਿਲਾ ਮੌਕਾ ਹੈ 2014 ਵਾਲਾ ਵੀ ਜਦੋਂ ਸੱਤਾਧਾਰੀ ਧਿਰ ਜਿਹੜੀ ਆ ਉਹ ਕੇਵਲ 31% ਵੋਟਾਂ ਲੈ ਕੇ ਸੱਤਾ ਦੇ ਉੱਤੇ ਕਾਬਜ਼ ਹੋ। ਤੇ ਜੇ 19 ਵਾਲਾ ਵੀ ਦੇਖੀਏ ਬਿਲਕੁਲ ਸੇਮ ਸਿਚੁਏਸ਼ਨ। ਨਹੀਂ ਉਹ ਇਦੋਂ ਪੁਰਾਣਾ ਜਿਹੜਾ ਇਤਿਹਾਸ ਰਿਹਾ ਉਹ ਤਕਰੀਬਨ 45 ਤੋਂ 48% ਵੋਟ ਲੈ ਕੇ ਜਿਹੜੀ ਕਾਂਗਰਸ ਆ ਉਹ ਸੱਤਾ ਤੇ ਬੈਠਦੀ ਰਹੀ ਹੈ। ਪਰ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਸਾਡੇ ਦੇਸ਼ ਦੀ ਰਾਜਨੀਤੀ ਬਿਲਕੁਲ ਨਵੀਂ ਸੀ ਜਾਂ ਇਹ ਕਹਿ ਲਓ ਵੀ ਡੈਮੋਕ੍ਰੇਸੀ ਅਜੇ ਮਤਲਬ ਜਿਹਨੂੰ ਕਹਿੰਦੇ ਨੇ ਉੱਭਰ ਰਹੀ ਸੀ ਦੇਸ਼ ਦੇ ਵਿੱਚ, ਤਾਂ ਉਸ ਵੇਲੇ ਜ਼ਰੂਰ 55% ਤੱਕ ਵੀ ਲੋਕ ਵੋਟ ਜਿਹੜੇ ਸੀ ਉਹ ਕਾਂਗਰਸ ਨੂੰ ਪਾ ਕੇ ਸੱਤਾ 'ਚ ਲਾਉਂਦੇ ਸੀ। ਤਾਂ ਉਹਨੂੰ ਕਿਹਾ ਜਾ ਸਕਦਾ ਵੀ ਉਦੋਂ ਲੋਕਾਂ ਦੀ ਇੱਛਾ ਅਨੁਸਾਰ ਉਹ ਚੋਣ ਹੁੰਦੀ ਸੀ। ਪਰ ਹੁਣ ਜੋ ਹਾਲਾਤ ਨੇ ਕਿਉਂਕਿ ਵਿਰੋਧੀ ਵੋਟਾਂ ਵੰਡੀਆਂ ਹੋਣ ਕਰਕੇ ਇੰਨੇ ਛੋਟੇ ਹਿੱਸੇ ਨਾਲ ਦੇਸ਼ ਦੀ ਸੱਤਾ ਦੇ ਉੱਤੇ ਕਬਜ਼ਾ ਜਿਹੜਾ ਉਹ ਕੀਤਾ ਹੋਇਆ। ਹੁਣ ਫਿਰ ਇਹ ਵੀ ਇੱਕ ਕ੍ਰਾਈਟੇਰੀਆ ਹੁਣ ਟਵਾਣਾ ਜੀ ਤੁਸੀਂ ਹੈਰਾਨ ਹੋਵੋਗੇ ਵੀ ਬੰਗਾਲ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਬਿਲਕੁਲ। ਮੀਡੀਆ ਦੇ ਰੋਲ ਬਾਰੇ ਗੱਲ ਕਰਨ ਲਈ ਆਪਾਂ ਇੱਕ ਵੱਖਰਾ ਪ੍ਰੋਗਰਾਮ ਵੀ ਕਿਸੇ ਦਿਨ ਕਰ ਸਕਦੇ ਹਾਂ, ਪਰ ਮੈਂ ਅੱਜ ਛੋਟੀ ਜਿਹੀ ਗੱਲ ਇਹ ਜ਼ਰੂਰ ਕਹਿਣੀ ਚਾਹੁੰਦਾ ਬਈ ਹਾਂ ਮੈਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਦਾ ਬਈ ਨੰਦੀਗ੍ਰਾਮ ਦੇ ਵਿੱਚ ਬੀਬੀ ਮਾਇਆਵਤੀ ਨੇ ਜਦੋਂ ਐਲਾਨ ਕੀਤਾ ਬਈ ਮੈਂ ਇੱਥੋਂ ਚੋਣ ਲੜਾਂਗੀ ਸੁਭੇਂਦੂ ਅਧਿਕਾਰੀ ਦੇ ਖਿਲਾਫ। ਸੁਭੇਂਦੂ ਅਧਿਕਾਰੀ ਉਹਦਾ ਬਹੁਤ ਚੇਤਾ ਸੀ ਤੇ ਪਿਛਲੀ ਵਾਰੀ ਜਦੋਂ ਕਾਂਗਰਸਾਂ ਨੂੰ ਸੱਤਾ ਚੋਂ ਪੱਟਿਆ, ਜਦੋਂ ਕਾਂਗਰਸਾਂ ਦੇ ਪੈਰ ਉਖਾੜੇ ਨੇ ਤਾਂ ਉਹਦੇ 'ਚ ਬਹੁਤ ਵੱਡਾ ਰੋਲ ਸੁਭੇਂਦੂ ਅਧਿਕਾਰੀ ਦਾ ਰਿਹਾ ਕਿਉਂਕਿ ਉਹਨੇ ਨੰਦੀਗ੍ਰਾਮ ਦੇ ਵਿੱਚ ਜਿਹੜੀਆਂ ਉਹ ਘਟਨਾਵਾਂ ਵਾਪਰੀਆਂ ਸੀ ਜਾਂ ਸੰਗਰੂਰ ਤੇ ਨੰਦੀਗ੍ਰਾਮ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਤਾਂ ਉਹਨਾਂ ਨੂੰ ਆਧਾਰ ਬਣਾ ਕੇ ਜਿਸ ਢੰਗ ਦੇ ਨਾਲ ਉਹਨੇ ਉੱਥੇ ਪ੍ਰਚਾਰ ਪ੍ਰਸਾਰ ਕੀਤਾ ਤਾਂ ਉਹ ਇੱਕ ਵੱਡਾ ਰੋਲ ਸੀ ਕਾਂਗਰਸਾਂ ਦੀ ਸੱਤਾ ਪੱਟਣ ਲਈ ਤੇ ਤ੍ਰਿਣਮੂਲ ਕਾਂਗਰਸ ਨੂੰ ਸੱਤਾ ਦੇ ਉੱਤੇ ਬਿਠਾਉਣ ਲਈ। ਤਾਂ ਅੱਜ ਉਹੀ ਸੁਭੇਂਦੂ ਅਧਿਕਾਰੀ ਜਿਹੜਾ ਉਹ ਤ੍ਰਿਣਮੂਲ ਕਾਂਗਰਸ ਦੇ ਜੋੜਾਂ 'ਚ ਬੈਠ ਗਿਆ ਤੇ ਉਹ ਉਲਟਾ BJP ਦੇ ਨਾਲ ਜਾ ਖੜਿਆ ਤੇ ਉਹਨੂੰ ਸਬਕ ਸਿਖਾਉਣ ਦੀ ਖਾਤਰ ਮਮਤਾ ਬੈਨਰਜੀ ਨੂੰ ਖੁਦ ਉਸੇ ਹਲਕੇ ਤੋਂ ਆਪਣਾ ਜੱਦੀ ਹਲਕਾ ਛੱਡ ਕੇ ਉੱਥੋਂ ਚੋਣ ਲੜਨ ਦਾ ਐਲਾਨ ਕਰਨਾ ਪਿਆ। ਸਾਡੇ ਦੇਸ਼ ਦਾ ਮੀਡੀਆ ਕੀ ਕਹਿ ਰਿਹਾ? ਉੱਥੇ ਕਿੰਨੇ ਮੰਦਰ ਨੇ ਜੀ? ਉੱਥੇ ਕੋਈ ਇਹ ਨਹੀਂ ਪੁੱਛ ਰਿਹਾ ਵੀ ਸੁਭੇਂਦੂ ਅਧਿਕਾਰੀ ਨੇ 1 ਲੱਖ ਵੋਟਾਂ ਨਾਲ ਉਹ ਸੀਟ ਜਿੱਤ ਕੇ, ਜਿਵੇਂ ਉੱਥੇ 2 ਲੱਖ ਵੋਟ ਪੋਲ ਹੋਈ ਉਹਦੇ ਚੋਂ ਤਕਰੀਬਨ 1.5 ਲੱਖ ਵੋਟ ਜਿਹੜੀ ਆ ਉਹ ਸੁਭੇਂਦੂ ਅਧਿਕਾਰੀ ਲੈ ਗਿਆ ਤੇ 50,000 ਕਾਂਗਰਸਾਂ ਨੂੰ ਪੈ ਗਈ ਤੇ ਜਨਦੀ ਤਕਰੀਬਨ ਲੱਖ ਦੇ ਫਰਕ ਨਾਲ ਮੋਟਾ ਜਿਹਾ ਅੰਦਾਜ਼ਾ, ਮੈਂ ਐਗਜ਼ੈਕਟ ਗਿਣਤੀ ਨਹੀਂ ਦੱਸ ਰਿਹਾ, ਮੋਟਾ ਜਿਹਾ ਅੰਦਾਜ਼ਾ ਵੀ 1 ਲੱਖ ਦੇ ਫਰਕ ਨਾਲ ਉਹ ਜਿੱਤ ਗਿਆ। ਤੇ 1 ਲੱਖ ਦੇ ਫਰਕ ਨਾਲ ਜਿੱਤ ਕੇ ਉਹਨੇ ਉੱਥੋਂ ਦੇ ਲੋਕਾਂ ਦੀ ਕਿਹੜੀ ਸੋਨੇ ਦੀ ਚੁੰਝ ਮੜਾਤੀ ਕਿਉਂਕਿ ਸੱਤਾ ਦੇ ਵਿੱਚ ਵੀ ਸੀ ਉਹ ਵਿਰੋਧੀ ਦਲ ਤਾਂ ਹੈ ਨਹੀਂ ਸੀ। ਉੱਥੇ ਕਿੰਨੇ ਸਕੂਲ ਖੁੱਲ ਗਏ, ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ, ਕਿੰਨੀ ਉੱਥੇ ਸਨਅਤਕਾਰੀ ਹੋਈ ਆ, ਕਿੰਨਾ ਉੱਥੇ ਖੇਤੀ ਦਾ ਕੰਮ ਸੁਧਰ ਗਿਆ, ਕਿਹੜੇ ਲੋਕਾਂ ਨੂੰ ਕੀ ਸਹੂਲਤਾਂ ਮਿਲ ਗਈਆਂ। ਇਸ ਗੱਲ ਦੀ ਕੋਈ ਚਰਚਾ ਨਹੀਂ ਹੋ ਰਹੀ। ਚਰਚਾ ਹੋ ਰਹੀ ਆ ਨੰਦੀਗ੍ਰਾਮ 'ਚ ਮੰਦਿਰ ਕਿੰਨੇ ਆ,
ਤੇ ਕਿਹੜੇ ਮੰਦਿਰ ਦੇ ਵਿੱਚ ਮਮਤਾ ਬੈਨਰਜੀ ਨੇ ਮੱਥਾ ਟੇਕਿਆ, ਕਿਹੜੇ ਮੰਦਿਰ ਦੇ ਵਿੱਚ ਬੀਜੇਪੀ ਵਾਲਿਆਂ ਨੇ ਪੂਜਾ ਕੀਤੀ ਹੈ, ਤੇ ਕਿਹੜੇ ਮੰਦਿਰਾਂ ਦੇ ਵਿੱਚ ਕਿਹੜੇ ਭਗਵਾਨ ਦੀ ਪੂਜਾ ਹੁੰਦੀ ਹੈ, ਤੇ ਕਿਹੜੇ ਮੰਦਿਰ 'ਚ ਕਿਹੜੀ ਦੇਵੀ ਦੀ ਪੂਜਾ ਹੁੰਦੀ ਹੈ। ਇਹ ਚਰਚਾ ਹੋ ਰਹੀ ਹੈ। ਸਿਰਫ ਇਹੀ ਨਹੀਂ ਹੋ ਰਹੀ, ਕੋਈ ਨਹੀਂ ਪੁੱਛ ਰਿਹਾ ਕੋਈ ਅੱਜ ਤੁਹਾਡਾ ਜੀ ਕਿੱਡਾ ਵੱਡਾ ਮੁੱਦਾ ਕਰੋਨਾ ਦੇ ਹਾਲਾਤ ਨਾਲ ਨਿਬੜਨ ਲਈ ਕਲਕੱਤੇ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਕੀ ਸਾਧਨ ਅਪਣਾਏ ਗਏ, ਔਰ ਸਰਕਾਰ ਦੀ ਕਿੰਨੀ ਨਲਾਇਕੀ ਸੀ, ਕਿੰਨੀ ਕਾਮਯਾਬੀ ਸੀ, ਕੇਂਦਰ ਦਾ ਕਿੰਨਾ ਰੋਲ ਸੀ, ਕਿੰਨਾ ਨਹੀਂ ਸੀ, ਇਹਦੇ ਉੱਤੇ ਕੋਈ ਚਰਚਾ ਨਹੀਂ। ਬੰਗਾਲ ਦੇ ਲੋਕਾਂ ਨੂੰ ਰੁਜ਼ਗਾਰ ਕਿੰਨਾ ਮਿਲਿਆ ਤੇ ਕਿੰਨਾ ਇਸ ਸਮੇਂ ਦੇ ਦੌਰਾਨ ਖੁੱਸ ਗਿਆ ਰੁਜ਼ਗਾਰ, ਕੋਈ ਚਿੰਤਾ ਨਹੀਂ, ਕੋਈ ਚਰਚਾ ਨਹੀਂ। ਬੰਗਾਲ ਦੇ ਵਿੱਚੋਂ ਸਨਅਤ ਜਿਹੜੀ ਆ ਉਹ ਕਿਵੇਂ ਪਲਾਇਨ ਕਰ ਗਈ ਆ, ਸਨਅਤਾਂ ਬੰਦ ਹੋ ਗਈਆਂ ਨੇ। ਜਿਹੜਾ ਕਿਹਾ ਗਿਆ ਸੀਗਾ ਪਹਿਲਾਂ ਵੀ ਕਾਮਰੇਡਾਂ ਦੇ ਹੁੰਦਿਆਂ ਸਨਅਤ ਬਰਬਾਦ ਹੋ ਗਈ, ਤੇ ਹੁਣ ਉੱਥੇ ਕਾਮਰੇਡਾਂ ਦਾ ਕੰਮ ਤਾਂ ਨਿਬੜ ਗਿਆ, ਤੇ ਹੁਣ ਉੱਥੇ ਕਿੰਨੀ ਸਨਅਤ ਵਾਪਸ ਆ ਗਈ, ਕਿੰਨੇ ਲੋਕ ਆ ਗਏ, ਉਹਦੀ ਕੋਈ ਚਰਚਾ ਨਹੀਂ ਹੋ ਰਹੀ। ਕਿਰਤ ਕਾਨੂੰਨਾਂ ਦੀ ਹਾਲਾਤ ਕੀ ਨੇ, ਉੱਥੇ ਦੇ ਕਿਸਾਨਾਂ ਨੇ ਕਿੰਨਿਆਂ ਨੇ ਖੁਦਕੁਸ਼ੀ ਕਰ ਲਈ, ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ, ਕੋਈ ਚਰਚਾ ਨਹੀਂ ਹੋ ਰਹੀ। ਤੇ ਜੇ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਨੂੰ ਰੋਕਣ ਲਈ ਕਿਹੜੀ ਪਾਰਟੀ ਕੋਲੇ ਕੀ ਪ੍ਰੋਗਰਾਮ ਹੈ, ਉਹਨੂੰ ਕਿਵੇਂ ਰੋਕਿਆ ਜਾਊਗਾ, ਕਿਹੜੇ ਸਾਧਨਾਂ ਨਾਲ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਇਹਦੀ ਕੋਈ ਚਿੰਤਾ ਚਰਚਾ ਨਹੀਂ ਹੈ। ਇਸ ਕਰਕੇ ਫਿਰ ਕਿਉਂ ਨਾ ਉਸ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਵੇ ਵੀ ਉਹ ਡੈਮੋਕ੍ਰੇਸੀ ਕਾਹਦੀ ਡੈਮੋਕ੍ਰੇਸੀ ਹੈ ਜੀ। ਤੁਹਾਡੇ ਕੋਲ ਇੱਕ ਗੱਲ ਦੱਸਿਓ ਤੁਸੀਂ, ਇਹ ਨੰਦੀ ਗ੍ਰਾਮ ਉਹੀ ਹੈ ਜਿੱਥੇ ਟਾਟਾ ਸਮੂਹ ਜਿਹੜਾ ਹੈ ਉੱਥੇ ਕਾਰਾਂ ਦੀ ਇੱਕ ਫੈਕਟਰੀ, ਜਿਹੜੀ ਸਭ ਤੋਂ ਛੋਟੀ ਕਾਰ, ਮੇਰਾ ਖਿਆਲ ਉਹਦਾ ਨਾਮ ਵੀ ਸੀਲੋ ਹੁੰਦਾ ਸੀ, ਇਹੋ ਜਿਹਾ ਨਾਮ ਸੀ ਕੋਈ ਨਹੀਂ, ਸੀਲੋ ਤਾਂ ਹਾਂਜੀ ਹਾਂਜੀ ਸੀਲੋ ਨਹੀਂ, ਨੈਨੋ ਕਾਰ, ਮੈਮੋ, ਹਾਂ ਬਿਲਕੁਲ, ਉਹ ਲਾਉਣੀ ਚਾਹੁੰਦੇ ਸੀ ਪਰ ਇਹੀ ਮਮਤਾ ਬੈਨਰਜੀ ਜਿਹਨੇ ਲਾਉ ਨਹੀਂ ਸੀ ਦਿੱਤੀ, ਫਿਰ ਗੁਜਰਾਤ ਜਾ ਕੇ ਲਾਈ ਜੀ। ਹਾਂ ਬਿਲਕੁਲ, ਜਿਹੜੀ ਮਤਲਬ ਨੰਦੀਗ੍ਰਾਮ ਦੇ ਵਿੱਚ ਟਾਟਾ ਸਮੂਹ ਵੱਲੋਂ ਇੱਕ ਸਭ ਤੋਂ ਛੋਟੀ ਤੇ ਸਸਤੀ ਕਾਰ ਬਣਾਉਣ ਵਾਸਤੇ ਕਾਰਖਾਨਾ ਲਾਉਣ ਦੀ ਗੱਲ ਹੋਈ ਸੀ, ਤੇ ਉਹ ਕਾਰਖਾਨਾ ਲਾਉਣ ਲਈ ਜਿਹੜੀਆਂ ਜ਼ਮੀਨਾਂ ਗ੍ਰਹਿਣ ਕੀਤੀਆਂ ਸੀ, ਜਿਹਨੂੰ ਆਪਾਂ ਕਹਿੰਦੇ ਅਕਵਾਇਰ ਕੀਤੀਆਂ ਸੀ, ਉਸ ਗੱਲ ਨੂੰ ਮੁੱਦਾ ਬਣਾ ਕੇ ਮਤਲਬ ਉੱਥੇ ਇੱਕ ਐਜੀਟੇਸ਼ਨ ਚੱਲੀ। ਉਸ ਐਜੀਟੇਸ਼ਨ ਦੇ ਵਿੱਚ ਤ੍ਰਿਣਮੂਲ ਕਾਂਗਰਸ ਦਾ ਬੜਾ ਵੱਡਾ ਰੋਲ ਸੀ, ਤੇ ਉੱਥੇ ਭਾਵੇਂ ਬੀਜੇਪੀ ਦਾ ਉਦੋਂ ਉਹਨਾਂ ਖਤ ਨਹੀਂ ਸੀ ਪੈਂਦਾ, ਪਰ ਉਦੋਂ ਕਾਮਰੇਡਾਂ ਨੂੰ ਛੱਡ ਕੇ ਸਾਰੀਆਂ ਹੀ ਧਿਰਾਂ, ਚਾਹੇ ਉਹ ਕਾਂਗਰਸ ਸੀ, ਤ੍ਰਿਣਮੂਲ ਕਾਂਗਰਸ ਸੀ, ਬਲਕਿ ਉਦੋਂ ਤਾਂ ਆਪਾਂ ਇਹ ਵੀ ਉਦੋਂ ਅੱਡ ਹੋ ਚੁੱਕੇ ਸੀ, ਇਹ ਤ੍ਰਿਣਮੂਲ ਕਾਂਗਰਸ ਸੀ ਜਾਂ ਕਾਂਗਰਸ ਸੀ ਜਾਂ ਹੋਰ ਜੋ ਵੀ ਤਰ੍ਹਾਂ ਸੀ, ਖੱਬੀਆਂ ਸੱਜੀਆਂ ਜੋ ਵੀ ਉੱਥੇ ਤਰ੍ਹਾਂ ਸੀ, ਉਹਨਾਂ ਸਾਰਿਆਂ ਨੇ ਰਲ ਕੇ ਕਾਮਰੇਡਾਂ ਦੀ ਜੜ ਪੱਟਣ ਲਈ ਸ਼ੁਰੂਆਤ ਕੀਤੀ ਸੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੇ ਉਸ ਤੋਂ ਬਾਅਦ ਹੀ ਜਿਹੜਾ ਦੇਸ਼ ਦੇ ਵਿੱਚ ਕਾਨੂੰਨ ਬਣਿਆ ਜ਼ਮੀਨ ਗ੍ਰਹਿਣ ਕਰਨ ਵਾਲਾ ਕਾਨੂੰਨ 2013, ਜਿਹਦੇ 'ਚ ਮੁੜ ਵਸੇਬਾ ਜਿਹੜਾ ਸੀ ਉਹਦੇ ਵਾਸਤੇ ਵਿਸ਼ੇਸ਼ ਧਾਰਾਵਾਂ ਜੋੜੀਆਂ ਗਈਆਂ, ਜਿਹਦੇ 'ਚ ਇਹ ਗੱਲ ਕਹੀ ਗਈ ਵੀ ਜ਼ਮੀਨ ਗ੍ਰਹਿਣ ਕਰਨ ਤੋਂ ਪਹਿਲਾਂ ਉਸ ਪਿੰਡ ਦੀ ਜਿਹੜੀ ਗ੍ਰਾਮ ਸਭਾ ਹੈ ਉਹਦੇ ਜੇ 70% ਲੋਕ ਉਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੇ ਤਾਂ ਉੱਥੇ ਜ਼ਮੀਨ ਗ੍ਰਹਿਣ ਨਹੀਂ ਕੀਤੀ ਜਾ ਸਕਦੀ। ਇਵੇਂ ਜ਼ਮੀਨ ਦਾ ਭਾਅ ਤੈਅ ਕਰਨ ਬਾਰੇ ਵੀ ਉਹਦੇ 'ਚ ਗੱਲ ਕੀਤੀ ਗਈ ਸੀ। ਉਸ ਕਾਨੂੰਨ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਸੀ ਵੀ ਸਿਰਫ ਜ਼ਮੀਨ ਵਾਲੇ ਨਹੀਂ, ਉਸ ਜ਼ਮੀਨ ਨਾਲ ਜੁੜੇ ਹੋਰ ਲੋਕ, ਭਾਵੇਂ ਜ਼ਮੀਨ ਦੇ ਮਾਲਕ ਨਹੀਂ ਹੈ, ਕੋਈ ਖੇਤ ਮਜ਼ਦੂਰ ਉੱਤੇ ਕੰਮ ਕਰਦਾ, ਉਹਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਪਊਗਾ, ਜੇ ਉੱਥੇ ਕੋਈ ਪਿੰਡ 'ਚ ਹੋਰ ਰਹਿੰਦਾ ਵਾ ਉਹਦੀ ਜ਼ਿੰਦਗੀ ਤੇ ਕੀ ਅਸਰ ਪਊਗਾ, ਉੱਥੇ ਸਕੂਲ ਹੈਗਾ ਸੀ ਪਿੰਡ 'ਚ ਨਹੀਂ ਹੈਗਾ ਸੀ, ਲੋਕ ਪੜ੍ਹਾਈ ਕਰਨ ਕਿੱਥੇ ਜਾਂਦੇ ਸੀ, ਉਹਨਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ, ਉਸ ਸਾਰੇ ਦੇ ਉੱਤੇ ਉਹਨੂੰ ਕਹਿੰਦੇ ਸੀ ਸੋਸ਼ਲ ਇੰਪੈਕਟ। ਉਹ ਸੋਸ਼ਲ ਇੰਪੈਕਟ ਵਾਚਣ ਵਾਸਤੇ ਇੱਕ ਕਮੇਟੀ ਬਣਦੀ ਸੀ ਤੇ ਉਹ ਪੂਰੇ ਪਿੰਡ ਦੇ ਲੋਕਾਂ ਨਾਲ ਕੱਲੇ ਬੰਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸਰਕਾਰ ਸਾਹਮਣੇ ਇੱਕ ਰਿਪੋਰਟ ਦਿੰਦੀ ਸੀ। ਉਸ ਰਿਪੋਰਟ ਤੋਂ ਬਾਅਦ ਫਿਰ ਸਰਕਾਰ ਜਿਹੜੀ ਆ ਉਹ ਵੱਖ-ਵੱਖ ਧਾਰਾਵਾਂ ਤਹਿਤ ਉਸ ਜ਼ਮੀਨ ਨੂੰ ਗ੍ਰਹਿਣ ਕਰਦੀ ਸੀ, ਉਹਦਾ ਮੁਆਵਜ਼ਾ ਦਿੰਦੀ ਸੀ। ਤੇ ਉਹਦੇ 'ਚ ਸਿਰਫ ਉਹਨਾਂ ਨੂੰ ਮੁਆਵਜ਼ਾ ਨਹੀਂ ਸੀ ਮਿਲਣਾ ਹੁੰਦਾ ਜਿਨ੍ਹਾਂ ਦੀ ਜ਼ਮੀਨ ਜਾਂਦੀ ਸੀ, ਜਿਹੜੇ ਜ਼ਮੀਨ ਨਾਲ ਜੁੜੇ ਬਾਕੀ ਲੋਕ ਸੀ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਪ੍ਰੋਵੀਜ਼ਨ ਵੀ ਹੈਗੀ ਆ। ਉਹ ਵੱਖਰੀ ਗੱਲ ਆ ਵੀ ਅੱਜ ਆ ਜਿਹੜੀ ਨਵੀਂ ਸਰਕਾਰ ਆਈ ਆ ਇਹਨੂੰ ਦੀਆਂ ਜਿਹੜੀਆਂ ਬਹੁਤ ਸਾਰੀਆਂ ਲੋਕ ਪੱਖੀ ਧਾਰਾਵਾਂ ਸੀ ਉਹਨਾਂ ਨੂੰ ਪੈਂਚਰ ਕਰਤਾ ਕਿਸਮ ਦਾ ਮੁੜ ਕੇ ਹਾਲਾਤ ਉੱਤੇ ਆ ਗਈ। ਮੈਂ ਮੁੜ ਕੇ ਫਿਰ ਉੱਥੇ ਆਉਣਾ, ਮੈਂ ਉੱਥੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਸਨਅਤ ਦੀ ਕੀਤੀ ਹੈ ਬੰਗਾਲ ਦੇ ਵਿੱਚ, ਸਨਅਤ ਖਤਮ ਹੋ ਗਈ, ਮਜ਼ਦੂਰ ਨੂੰ ਨਹੀਂ ਮਿਲਦੀ, ਕਿਉਂਕਿ ਇਹ ਤਾਂ ਸਾਰਿਆਂ ਨੇ ਜਿਹੜੀ ਮਰਜ਼ੀ ਪਾਰਟੀ ਹੈ, ਚਾਹੇ ਇਹ ਤ੍ਰਿਣਮੂਲ ਪਾਰਟੀ ਹੈਗੀ ਆ
ਆਪਣੇ ਕਾਂਗਰਸ ਤ੍ਰਿਣਮੂਲ ਕਾਂਗਰਸ ਹੈ ਜੀ, ਆਪਣੀ ਮਮਤਾ ਬੈਨਰਜੀ ਦੀ, ਚਾਹੇ ਕਾਮਰੇਡਾਂ ਦੀ ਰਹੀ ਹੈ, ਕਾਂਗਰਸ ਦੀ ਵੀ, TMC ਜਿਹੜੀ ਆਪਾਂ ਥੋੜਾ ਜੀ ਤ੍ਰਿਣਮੂਲ ਨਹੀਂ ਹੈ ਉਹਦਾ ਨਾਂ, ਤ੍ਰਿਣਮੂਲ ਹਾਂ ਤ੍ਰਿਣਮੂਲ ਨਹੀਂ ਹੈ ਉਹਦਾ ਨਾਂ, ਤ੍ਰਿਣਮੂਲ ਦਾ ਫਰਕ ਪੈ ਜਾਂਦਾ ਬੋਲਣ ਦੇ ਵਿੱਚ, ਕੋਈ ਗੱਲ ਨਹੀਂ। ਪਰ ਗੱਲ ਤਾਂ ਇਹ ਹੈ, ਇਹਨਾਂ ਨੇ ਕਿਹੜਾ ਵੀ ਲੋਕਾਂ ਵਾਸਤੇ ਚੰਗੇ ਕੰਮ ਕੀਤੇ ਨੇ, ਇਹਨੇ ਸਨਅਤ ਆਉਣ ਨਹੀਂ ਦਿੱਤੀ, ਸਨਅਤ ਆਈ ਹੈ ਤਾਂ ਉਹਨੂੰ ਖਦੇੜਿਆ। ਸਾਰੇ ਕੰਮ ਤਾਂ ਇਹਨਾਂ ਨੇ ਵੀ ਗਲਤ ਕੀਤੇ ਨੇ, ਇਹਨਾਂ ਦਾ ਵੀ ਉਹਨਾਂ ਕੁ ਵੱਡਾ ਹੱਥ ਹੈਗਾ ਨਾ ਸਾਰੇ ਕੰਮ ਦੇ ਵਿੱਚ। ਬਿਲਕੁਲ ਇਹੀ ਮੈਂ ਕਹਿ ਰਿਹਾ ਥੋੜਾ ਜੀ, ਮੈਂ ਇਹੀ ਕਹਿ ਰਿਹਾ ਵਾਂ ਵੀ ਡੈਮੋਕ੍ਰੇਸੀ ਦੀ ਮਤਲਬ ਆਵਾਜ਼ ਕਰਨ ਵਾਸਤੇ ਜਾਂ ਉਹਦੀ ਪ੍ਰੀਖਣ ਕਰਨ ਵਾਸਤੇ, ਉਹਨੂੰ ਪਰਖਣ ਵਾਸਤੇ ਕੱਲੀਆਂ ਵੋਟਾਂ ਹੀ ਗਿਣਤੀ ਜਾਂ ਵੋਟਾਂ ਦੀ ਗਿਣਤੀ ਜਾਂ ਰਾਜਨੀਤਿਕ ਪਾਰਟੀਆਂ ਦੀ ਜਾਂ ਚੋਣ ਕਮਿਸ਼ਨ ਦਾ ਰੋਲ ਸਿਰਫ ਇੰਨਾ ਹੀ ਨਹੀਂ ਹੁੰਦਾ। ਉਹਦੇ 'ਚ ਉੱਥੇ ਸੱਤਾ ਕਿਵੇਂ ਚੱਲਦੀ ਆ, ਲੋਕਾਂ ਦੇ ਪੱਖ ਦੇ ਫੈਸਲੇ ਕਿਵੇਂ ਹੁੰਦੇ ਨੇ, ਕੀ ਲੋਕਾਂ ਦਾ ਜੀਵਨ ਪੱਧਰ ਸੁਧਰ ਰਿਹਾ ਜਾਂ ਨਹੀਂ ਸੁਧਰ ਰਿਹਾ, ਇਹ ਸਾਰਾ ਕੁਝ ਵੀ ਡੈਮੋਕ੍ਰੇਸੀ ਨੂੰ ਮਾਪਣ ਦੇ ਮਾਪਦੰਡ ਹੁੰਦੇ ਨੇ। ਤਾਂ ਇਸ ਕਰਕੇ ਇਹ ਜਿਹੜੀ ਉਹ ਰਿਪੋਰਟ ਆਈ ਹੈ ਟਵਾਣਾ ਜੀ, ਉਹਦੇ ਉੱਤੇ ਭਾਵੇਂ ਸਾਡੀ ਕੇਂਦਰ ਦੀ ਸਰਕਾਰ ਨੇ ਅਨੇਕਾਂ ਸਵਾਲ ਖੜੇ ਕੀਤੇ ਨੇ। ਤਾਂ ਕੱਲ ਇੱਕ ਬੰਦੇ ਨੇ ਇਹ ਵੀ ਸਵਾਲ ਪੁੱਛਿਆ ਬਈ ਤੁਸੀਂ ਕਹਿੰਦੇ ਹੋ BJP ਦੇ ਰਾਜ ਦੇ ਵਿੱਚ ਜਿਹੜਾ ਇਹ ਡੈਮੋਕ੍ਰੈਟਿਕ ਢਾਂਚਾ ਇਹ ਖੇਰੂ ਹੋਇਆ, ਟੁੱਟਿਆ, ਬਹੁਤ ਜ਼ਿਆਦਾ ਇਹਦਾ ਨੁਕਸਾਨ ਹੋਇਆ। ਤਾਂ ਉਹ ਕਹਿੰਦੇ ਫਿਰ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ, ਉਹਦੇ ਬਾਰੇ ਕੀ ਰਾਇ ਆ ਤੁਹਾਡੀ? ਤਾਂ ਉਹਦੇ ਉੱਤੇ ਬੜਾ ਸੋਹਣਾ ਜਵਾਬ ਆਇਆ ਬਈ ਉਦੋਂ ਤਾਂ ਐਲਾਨੀਆ ਐਮਰਜੈਂਸੀ ਸੀ ਟਵਾਣਾ ਜੀ, ਉਦੋਂ ਤਾਂ ਕਿਹਾ ਗਿਆ ਸੀ ਵੀ ਭਾਈ ਹੁਣ ਡੈਮੋਕ੍ਰੇਸੀ ਸਸਪੈਂਡ ਕੀਤੀ ਜਾਂਦੀ ਹੈ। ਉਦੋਂ ਤਾਂ ਉਹਨਾਂ ਨੇ ਸਰਕਾਰ ਨੇ ਖੁਦ ਡੈਮੋਕ੍ਰੇਸੀ ਸਸਪੈਂਡ ਕਰਕੇ ਐਮਰਜੈਂਸੀ ਹਾਲਾਤ ਲਾਏ ਸੀ ਤੇ ਉਹ ਡਿਕਲੇਅਰਡ ਐਮਰਜੈਂਸੀ ਸੀ। ਹੁਣ ਐਮਰਜੈਂਸੀ ਡਿਕਲੇਅਰਡ ਤਾਂ ਹੈ ਨਹੀਂ ਗੀ, ਪਰ ਹਾਲਾਤ ਉਦੋਂ ਵੀ ਮਾੜੇ ਨੇ, ਐਮਰਜੈਂਸੀ ਨਾਲੋਂ ਵੀ ਮਾੜੇ ਨੇ। ਸੋ ਇਹ ਆ ਅਸਲ ਕਾਰਨ। ਤੇ ਹੁਣ ਇਹਨੂੰ ਬਚਣ ਵਾਸਤੇ ਜਿਹੜੀ ਉਹ ਏਜੰਸੀ ਆ ਉਹਨੇ ਕਿੰਨਾ ਗੱਲਾਂ ਨੂੰ ਕ੍ਰਾਈਟੀਰੀਆ ਬਣਾਇਆ, ਕਿੰਨਾ ਗੱਲਾਂ ਦੇ ਆਧਾਰ ਦੇ ਉੱਤੇ ਇਹ ਰਿਪੋਰਟ ਆਈ ਆ ਟਵਾਣਾ ਜੀ, ਉਹ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ। ਸ਼ਾਹੀਨ ਬਾਗ ਦੇ ਵਿੱਚ ਚੱਲਦਾ ਸ਼ਾਂਤਮਈ ਅੰਦੋਲਨ ਖਦੇੜਨ ਵਾਸਤੇ ਸਰਕਾਰ ਨੇ ਜਿਹੜੇ ਹੱਥਕੰਡੇ ਬਣਾਏ, ਉਹ ਡੈਮੋਕ੍ਰੇਸੀ ਦਾ ਵੱਡਾ ਨੁਕਸਾਨ ਸੀ। ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋਇਆ ਉਹਨੇ ਸਾਡੀ ਡੈਮੋਕ੍ਰੇਸੀ ਨੂੰ ਜਰਬ ਦਿੱਤੀ। ਗੱਲ ਸਾਹਿਬ ਯੂਪੀ ਤੋਂ ਕੁਝ ਬੰਦੇ ਫੜੇ ਗਏ ਨੇ ਜਿਨ੍ਹਾਂ ਦਾ ਲਿੰਕ ਜਿਹੜਾ ਸ਼ਾਹੀਨ ਬਾਗ ਦੇ ਨਾਲ ਹੈ, ਇਹ ਅੱਜ ਦੀਆਂ ਖਬਰਾਂ ਨੇ। ਮੈਂ ਕਹਿੰਦਾ ਜੀ ਉਹਦੀ ਗੱਲ ਅਜੇ ਕਰ ਨਹੀਂ ਰਿਹਾ, ਮੈਂ ਜਿਹੜੀ ਗੱਲ ਕਹਿ ਰਿਹਾ ਵਾਂ ਹਾਂ ਵੀ ਜਾਮੀਆ ਮਿਲੀਆ ਯੂਨੀਵਰਸਿਟੀ, ਦਿੱਲੀ ਦੇ ਦੰਗੇ ਤੇ ਹੁਣ ਮੌਜੂਦਾ ਕਿਸਾਨ ਅੰਦੋਲਨ ਜਿਹੜਾ ਪਿਛਲੇ 8 ਮਹੀਨਿਆਂ ਤੋਂ ਭਾਵੇਂ ਦਿੱਲੀ ਦੇ ਵਿੱਚ 3.5 ਮਹੀਨੇ ਹੋ ਗਏ ਸਰਹੱਦਾਂ ਦੇ ਉੱਤੇ, ਪਰ ਜੇ ਕੁੱਲ ਮਿਲਾ ਕੇ ਇਹਦਾ ਦੇਖਿਆ ਜਾਵੇ ਤਾਂ ਪਿਛਲੇ 8 ਮਹੀਨਿਆਂ ਤੋਂ ਇਹ ਪੰਜਾਬ, ਹਰਿਆਣਾ ਜਾਂ ਬਾਕੀ ਸੂਬਿਆਂ ਦੇ ਵਿੱਚ ਵੱਖ-ਵੱਖ ਢੰਗਾਂ ਤਰੀਕਿਆਂ ਨਾਲ ਵੱਖ-ਵੱਖ ਰੂਪਾਂ ਦੇ ਵਿੱਚ ਇੱਕ ਸੰਘਰਸ਼ ਚੱਲ ਰਿਹਾ ਤੇ ਸ਼ਾਂਤਮਈ ਚੱਲ ਰਿਹਾ। ਇੱਕ 26 ਜਨਵਰੀ ਦੀ ਘਟਨਾ ਨੂੰ ਛੱਡ ਕੇ ਬਾਕੀ ਤੇ ਉਹ ਵੀ ਸਭ ਨੂੰ ਪਤਾ ਲੱਗ ਗਿਆ ਵੀ ਉਹ ਸਰਕਾਰ ਦੀ ਇੱਕ ਵੱਡੀ ਸਾਜ਼ਿਸ਼ ਸੀਗੀ ਇਸ ਘੋਲ ਨੂੰ ਫੇਲ ਕਰਨ ਲਈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਸ ਰਿਪੋਰਟ ਦਾ, ਇਹ ਉਸ ਜਿਹੜੀ ਉਹ ਰਿਪੋਰਟ ਡੈਮੋਕ੍ਰੇਸੀ ਵਾਚਡੌਗ ਇੰਸਟੀਟਿਊਸ਼ਨ ਨੇ ਪੇਸ਼ ਕੀਤੀ ਆ, ਸਵੀਡਨ ਦੀ ਏਜੰਸੀ ਨੇ ਜਿਹੜੀ US ਬੇਸਡ ਹੈਗੀ ਆ, ਉਹ ਤਾਂ ਉਹਨਾਂ ਨੇ ਜਿਹੜੀ ਉਹ ਕੀਤੀ ਆ ਰਿਪੋਰਟ ਟਵਾਣਾ ਜੀ, ਤਾਂ ਉਹਨੂੰ ਆਪਾਂ ਇਹ ਕਹਿ ਸਕਦੇ ਆ ਵੀ ਉਹ ਆਹ ਸਾਰੀਆਂ ਘਟਨਾਵਾਂ ਦੇ ਨਾਲ ਨਜਿੱਠਣ ਦਾ ਜਾਂ ਜੋ ਦੇਸ਼ ਦੇ ਵਿੱਚ ਹਾਲਾਤ ਪੈਦਾ ਹੋਏ ਨੇ, ਮੀਡੀਆ ਦਾ ਕੀ ਰੋਲ ਆ, ਮੀਡੀਆ ਦਾ ਆਜ਼ਾਦੀ ਕਿੰਨੀ ਕਾ, ਜਾਂ ਦੇਸ਼ ਦੇ ਵਿੱਚ ਲੋਕਾਂ ਦੇ ਹਾਲਾਤ ਕਿੰਨੇ ਕੁ ਚੰਗੇ ਨੇ, ਉਹ ਸਾਰੇ ਕਾਸੇ ਨੂੰ ਮਾਪਦੰਡ ਬਣਾ ਕੇ ਉਹਨਾਂ ਨੇ ਰਿਪੋਰਟ ਦਿੱਤੀ ਆ ਵੀ ਇਸ ਵੇਲੇ ਦੇਸ਼ ਦੇ ਵਿੱਚ ਅਧੂਰੀ ਡੈਮੋਕ੍ਰੇਸੀ ਆ, ਮੁਕੰਮਲ ਡੈਮੋਕ੍ਰੇਸੀ ਨਹੀਂ ਹੈਗੀ। ਸੋ ਇਹ ਜਿਹੜਾ ਸਾਰਾ ਕੁਝ ਇਹਦੇ ਉੱਤੇ ਸਰਕਾਰ ਦਾ ਰਿਐਕਸ਼ਨ ਵੀ ਆਇਆ ਵਾ, ਔਰ ਉਹ ਰਿਐਕਸ਼ਨ ਸਰਕਾਰ ਦਾ ਉਹ ਜਿਹਨੂੰ ਕਹਿੰਦੇ ਨੇ ਵੀ ਕੌਣ ਕਹੇ ਰਾਣੀ ਹੈ ਅੱਗਾ ਟੱਕ, ਇਸ ਵੇਲੇ ਚੰਦੀ ਦੇਸ਼ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਵੀ ਰਾਜੇ ਮਸਾਂ ਜੰਮਣੇ ਬੰਦ ਕੀਤੇ ਸੀ ਸਾਡੇ ਦੇਸ਼ ਦੇ ਵਿੱਚ, ਤੇ ਇਸ ਵੇਲੇ ਮੋਦੀ ਸਾਹਿਬ ਵੀ ਇੱਕ ਰਾਜੇ ਵਾਂਗੂ ਬਿਹੇਵ ਕਰ ਰਹੇ। ਗੱਲ ਸਾਹਿਬ ਇੱਕ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆਈ ਹੈ, ਮੈਂ ਤੁਹਾਡੇ ਸਾਂਝੀ ਕਰਨੀ ਚਾਹੁੰਦਾ। ਅੱਜ ਜਿਹੜੀ ਗੱਲ ਤੁਸੀਂ ਕਹੀ ਹੈ, ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ। ਸਮੇਂ ਦੀਆਂ ਸਰਕਾਰਾਂ ਭਾਵੇਂ ਕੋਈ ਵੀ ਹੋਣ, ਆਪਾਂ ਕਾਂਗਰਸ ਨੂੰ ਇਸ ਗੱਲ ਦੇ ਉੱਤੇ ਮਾਫੀ ਨਹੀਂ ਦੇ ਸਕਦੇ। ਕੰਮ ਉਹਨਾਂ ਦੇ ਕੀਤੇ ਹੋਏ ਨੇ, ਕੰਮ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੇ ਕੀਤੇ ਹੋਏ ਨੇ, ਇਹ ਤਾਂ ਅੱਗੇ ਉਹਨਾਂ ਨੂੰ ਲੀਹਾਂ ਤੇ ਪਾ ਰਹੇ ਨੇ। ਤੁਹਾਨੂੰ ਚੇਤਾ ਹੋਣਾ ਮੇਰਾ ਖਿਆਲ ਸ਼ਾਇਦ, ਕਿਉਂਕਿ ਤੁਸੀਂ ਮੇਰੇ ਨਾਲ ਜ਼ਿਆਦਾ ਇਸ ਫੀਲਡ ਦੇ ਵਿੱਚੋਂ, ਮੈਂ ਤਾਂ ਫੀਲਡ ਦੇ ਵਿੱਚ ਹੈ ਨਹੀਂ, ਤੁਸੀਂ ਸਾਰੀ ਗੱਲ ਨੋਟ ਕਰਦੇ ਹੋ, ਅੱਜ ਦੇ ਨਹੀਂ ਹੈਗੇ,
ਕਾਲਜ ਟਾਈਮ ਤੋਂ ਲੱਗੇ ਹੋਏ ਹੋ। ਐਮਰਜੈਂਸੀ ਤੋਂ ਪਹਿਲਾਂ ਤੋਂ ਲੈ ਕੇ ਐਮਰਜੈਂਸੀ ਦੀ ਗੱਲ ਵੀ ਆਈ, ਬਾਅਦ ਚ ਵੀ ਗੱਲਾਂ ਚੱਲੀਆਂ ਪੰਜਾਬ ਦੇ ਵਿੱਚ। ਤੁਹਾਨੂੰ ਚੇਤਾ ਹੋਣਾ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜੀ ਹੈਗੀ ਆ, ਇੱਕ ਪਾਰਟੀ ਅਜਿਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਹਰ ਖਿੱਤੇ ਦੇ ਨਾਲ ਜੁੜੀ ਹੋਈ ਸੀ, ਪੰਜਾਬ ਦੇ ਸਿੱਖ ਧਰਮ ਦੇ ਨਾਲ ਵੀ, ਕਿਸਾਨੀ ਦੇ ਨਾਲ ਵੀ, ਸਾਰਿਆਂ ਨਾਲ ਜੁੜੀ ਹੋਈ ਸੀ। ਕਾਂਗਰਸ ਆ ਜਿਹੜੀ, ਉਹਦਾ ਵੀ ਆਪਣਾ ਚੰਗਾ ਪ੍ਰਭਾਵ ਹੁੰਦਾ ਸੀ। ਗਿਆਨੀ ਜੈਲ ਸਿੰਘ ਜੀ ਆਪਣੇ ਮੁੱਖ ਮੰਤਰੀ ਰਹੇ ਨੇ। ਗਿਆਨੀ ਜੈਲ ਸਿੰਘ ਜੀ ਉਹਨਾਂ ਦੇ ਮੁੱਖ ਮੰਤਰੀ ਦੇ ਹੁੰਦਿਆਂ ਹੋਏ ਇਹਨਾਂ ਦਾ ਜਿਹੜਾ ਸਬੰਧ ਹੈ ਕਾਂਗਰਸ ਦਾ, ਨਿਹੰਗ ਜਥੇਬੰਦੀਆਂ ਨਾਲ ਸਿੱਧਾ ਹੁੰਦਾ ਸੀ। ਨਿਹੰਗ ਜਥੇਬੰਦੀਆਂ, ਚਾਹੇ ਬੁੱਢਾ ਦਲ ਸੀ, ਉਹਦਾ ਸਿੱਧਾ ਲਿੰਕ ਕਾਂਗਰਸ ਨਾਲ ਹੁੰਦਾ ਸੀ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਨਾ ਕਿਸੇ ਤਰੀਕੇ। ਮੈਨੂੰ ਨਹੀਂ ਪਤਾ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ, ਸ਼ਾਇਦ ਤੁਹਾਨੂੰ ਇਸ ਗੱਲ ਦਾ ਬਾਅਦ ਚ ਤੁਸੀਂ ਦੱਸੋਗੇ। ਉਹਨਾਂ ਨੂੰ ਵਰਤਦੇ ਹੁੰਦੇ ਸੀ। ਪਟਿਆਲੇ ਦਾ ਜਿਹੜਾ ਸੀ ਉਹ ਬਲਵੀਰ ਸਿੰਘ ਦਾ, ਹੁਣ ਤਾਂ ਬਲਵੀਰ ਸਿੰਘ ਨੇ ਹੋਣ ਦੇ ਮੌਕੇ ਦੇ, ਉਹਨਾਂ ਨਾਲ ਕੁਝ ਹੋਰ ਸੀ, ਉਹ ਮੇਨ ਹੁੰਦਾ ਸੀ ਇਹਨਾਂ ਦਾ ਮੁਖੀ। ਤੇ ਹੁਣ ਜਿਹੜੀ ਇਹ ਗੱਲ ਚੱਲੀ ਹੈ, ਹੁਣ ਜਿਹੜੀ ਗੱਲ ਚੱਲੀ ਹੈ 26 ਜਨਵਰੀ ਦੀ, ਉੱਥੇ ਵੀ ਨਿਹੰਗ ਸਿੰਘ ਦਾ ਰੋਲ ਜਿਹੜਾ ਉਹ ਘਟਨਾ ਦੇ ਵਿੱਚ ਸਾਹਮਣੇ ਆਇਆ। ਹੁਣ 2-3 ਨਿਹੰਗ ਜਿਹੜੇ ਨੇ ਪੰਜਾਬ ਦੇ ਵਿੱਚੋਂ, ਨਿਹੰਗ ਸਿੰਘ ਦੇ ਪਹਿਰਾਵੇ ਵਾਲੇ ਬੰਦੇ ਫੜੇ ਗਏ ਨੇ। ਇਹ ਦੋਸ਼ ਲੱਗੇ ਨੇ ਕਿ ਨਿਹੰਗ ਮੁਖੀ ਆ ਜਿਹੜਾ ਬਲਵੀਰ ਸਿੰਘ, ਉਹਨੂੰ ਕਤਲ ਕਰਨ ਦੀ ਯੋਜਨਾ ਸੀ, ਉਹਨੂੰ ਬਣਾਉਣ ਦੇ ਵਾਲੇ 2 ਗ੍ਰਿਫਤਾਰ ਕੀਤੇ ਨੇ। ਕਿਤੇ ਨਾ ਕਿਤੇ ਬੀਜੇਪੀ ਵੀ ਸਿੱਖ ਧਰਮ ਦੇ ਵਿੱਚ ਪਾੜ ਪਾਉਣ ਦੇ ਚੱਕਰਾਂ ਦੇ ਵਿੱਚ ਇੱਕ ਨਿਹੰਗ ਜਥੇਬੰਦੀ ਨੂੰ ਆਪਣੇ ਨਾਲ ਲਾ ਰਹੀ ਹੈ, ਜਿਵੇਂ ਕਾਂਗਰਸ ਲਾਉਂਦੀ ਹੁੰਦੀ ਸੀ। ਕਿ ਬੀਜੇਪੀ ਵੀ ਉਹਨਾਂ ਪੈੜਾਂ ਤੇ ਹੀ ਚੱਲ ਰਹੀ ਹੈ, ਉਹਨਾਂ ਰਸਤਿਆਂ ਤੇ ਹੀ ਚੱਲ ਰਹੀ ਹੈ ਜਿਵੇਂ ਕਾਂਗਰਸ ਚੱਲਦੀ ਸੀ। ਤੁਹਾਨੂੰ ਕਿਵੇਂ ਲੱਗਦੀ ਹੈ ਸਾਰੀ ਖੇਡ ਹੈ ਜਿਹੜੀ ਸਿਆਸਤ ਦੀ? ਥੋੜਾ ਜੀ ਕਾਂਗਰਸ ਤਾਂ ਭਾਵੇਂ ਇਹ ਗੱਲ ਠੀਕ ਹੈ, ਤੁਸੀਂ ਵਿਅਕਤ ਤੁਹਾਡੀ ਉਹ ਚ ਸੋਚ ਕਰ ਰਿਹਾ, ਉਹ ਨਾਂ ਸੀ ਨਿਹੰਗ ਬਾਬਾ ਸੰਤਾ ਸਿੰਘ 96 ਕਰੋੜੀ। ਯੂ ਰਾਈਟ। ਤੇ ਹਾਂ, ਸੰਤਾ ਸਿੰਘ ਚੋਣਾਂ ਚ ਵੀ ਵਰਤਦੇ ਸੀ। ਤੇ ਹਾਂ, ਤੇ ਜਦੋਂ ਉਹ ਹੈਡਕੁਆਟਰ ਹੈ ਪਟਿਆਲਾ, ਇਸ ਕਰਕੇ ਉਹ ਸੀ ਉਹਨਾਂ ਦਾ। ਬਿਲਕੁਲ। ਜਿਹੜਾ ਉਹ ਨਿਹੰਗ ਮੁਖੀ ਸੰਤਾ ਸਿੰਘ ਨਿਹੰਗ ਸੀਗਾ, ਤਾਂ ਉਹਨੂੰ ਚੋਣਾਂ ਦੇ ਦਿਨਾਂ ਚ ਵੀ ਕਾਂਗਰਸ ਜਿਹੜੀ ਸੀ ਉਹ ਵਰਤਦੀ ਹੁੰਦੀ ਸੀ, ਤਾਂ ਅਕਾਲੀਆਂ ਨੂੰ ਗਾਲਾਂ ਕਢਾਉਣ ਲਈ ਉਹਨਾਂ ਦੇ ਨਿਹੰਗਾਂ ਨੂੰ। ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਤੁਹਾਡਾ ਜੀ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਤਾਂ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਸੀ ਤੇ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਨੁਕਸਾਨ ਹੋਇਆ ਸੀ, ਉਹਨੂੰ ਮਤਲਬ ਦੁਬਾਰਾ ਬਣਾਉਣ ਲਈ ਇਸੇ ਨਿਹੰਗ ਸੰਤਾ ਸਿੰਘ ਦੀ ਵਰਤੋਂ ਕੀਤੀ ਗਈ ਸੀ ਕਾਂਗਰਸ ਪਾਰਟੀ ਵੱਲੋਂ। ਤੇ ਉਹ ਸੰਤਾ ਸਿੰਘ ਨੇ ਉਹ ਅਕਾਲ ਤਖ਼ਤ ਮੁੜ ਕੇ ਉਸਾਰਤਾ ਸੀ ਸਰਕਾਰ ਦੀ ਸਹਾਇਤਾ ਦੇ ਨਾਲ, ਪੈਸਾ ਧੇਲਾ ਸਭ ਕੁਝ ਸਰਕਾਰ ਵੱਲੋਂ ਆਇਆ ਸੀ। ਹਾਂਜੀ, ਤੇ ਪਰ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਉਹਨੂੰ ਢਾਹ ਕੇ ਦੁਬਾਰਾ ਬਣਾਇਆ। ਉਹ ਜਿਹੜਾ ਸੰਤਾ ਸਿੰਘ ਦਾ ਬਣਾਇਆ ਸੀ, ਉਹ ਸਾਰਾ ਢਾਹ ਕੇ ਫਿਰ ਦੁਬਾਰਾ ਬਣਾਇਆ। ਚਲੋ, ਉਹ ਆਪਣੇ ਖਾਤੇ ਇੱਕ ਵੱਖਰੀ ਗੱਲ ਆ। ਤੁਸੀਂ ਕਹਿੰਦੇ ਹੋ ਵੀ ਕਾਂਗਰਸ ਇਹਨਾਂ ਨੂੰ ਵਰਤਦੀ ਸੀ, ਤੁਹਾਡਾ ਜੀ ਕਾਂਗਰਸ ਫਿਰ ਵੀ ਇੱਕ ਬੁਰਕਾ ਪਾ ਕੇ ਰੱਖਦੀ ਸੀ ਡੈਮੋਕ੍ਰੇਸੀ ਦਾ, ਧਰਮ ਨਿਰਪੱਖਤਾ ਦਾ। ਪਰ ਬੀਜੇਪੀ ਨੇ ਤਾਂ ਉਹ ਧਰਮ ਨਿਰਪੱਖਤਾ ਵਾਲਾ ਬੁਰਕਾ ਹੀ ਪਾੜਤਾ। ਬਲਕਿ ਬੀਜੇਪੀ ਦੇ ਜਿਹੜੇ ਲੀਡਰ ਨੇ, ਯੋਗੀ ਆਦਿੱਤਿਆਨਾਥ ਨੇ 2 ਦਿਨ ਪਹਿਲਾਂ ਬਿਆਨ ਦਿੱਤਾ, ਕਹਿੰਦਾ ਦੇਸ਼ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਹਿੰਦਾ ਜਿਹੜੀ ਸਾਡਾ ਮਾਣ ਸਨਮਾਨ ਸੀ ਨਾ, ਉਹਨੂੰ ਨੁਕਸਾਨ ਹੀ ਕਹਿੰਦਾ ਕਿ ਸੈਕੂਲਰਿਜ਼ਮ ਵਾਲੇ ਨੇ ਪਹੁੰਚਾਇਆ। ਕਹਿੰਦਾ ਸੈਕੂਲਰਿਜ਼ਮ ਨੇ ਨੁਕਸਾਨ ਪਹੁੰਚਾਤਾ ਸਾਰੀ ਦੁਨੀਆ ਦੇ ਵਿੱਚ ਸਾਡੇ ਦੇਸ਼ ਨੂੰ, ਸਾਡੇ ਦੇਸ਼ ਦਾ ਮਾਣ ਸਨਮਾਨ ਸੈਕੂਲਰਿਜ਼ਮ ਨੇ ਕਹਿੰਦਾ ਕਿ ਖਰਾਬ ਕੀਤਾ। ਜਦਕਿ ਉਹ ਤਾਂ ਸਿੱਧੇ ਤੌਰ ਤੇ ਧਰਮ ਦੇ ਨਾਂ ਦੀ ਵਰਤੋਂ ਕਰਦੇ ਨੇ, ਸਿੱਧੇ ਤੌਰ ਤੇ ਉਹ ਸਾਰਾ ਕੁਝ ਕਰ ਰਹੇ ਨੇ। ਤੇ ਹੁਣ ਤੁਸੀਂ ਦੇਖੋ ਯੂਪੀ ਦੇ ਵਿੱਚ ਆਹ ਚੱਲ ਰਿਹਾ ਵਾ, ਕੁੰਭ ਦਾ ਮੇਲਾ ਸ਼ੁਰੂ ਹੋ ਗਿਆ, ਕੁੰਭ ਦੇ ਇਸ਼ਨਾਨ ਸ਼ੁਰੂ ਹੋ ਗਏ ਨੇ, ਤੇ ਉਹ ਜਿਹੜੇ ਇਸ਼ਨਾਨ ਨੇ ਉਹਦੇ ਪ੍ਰਬੰਧ ਕਰਨ ਸਰਕਾਰ ਲੱਗੀ ਹੋਈ ਆ। ਪਿਛਲੀ ਵਾਰੀ ਵੀ ਬਹੁਤ ਪੈਸਾ ਖਰਚਿਆ ਸੀ, ਹੁਣ ਵੀ ਜਿੰਨਾ ਪੈਸਾ ਇਸ ਕੰਮ ਤੇ ਖਰਚਿਆ ਜਾ ਰਿਹਾ, ਉਹ ਉਦੋਂ ਤੀਜਾ ਹਿੱਸਾ ਯੂਪੀ ਦੀ ਸਿੱਖਿਆ ਦੇ ਉੱਤੇ ਖਰਚ ਕੀਤਾ ਜਾ ਰਿਹਾ। ਜਦ ਜਿੰਨਾ ਉੱਥੋਂ ਦੀ ਪੜ੍ਹਾਈ ਦੇ ਉੱਤੇ ਕੁੱਲ ਖਰਚਾ ਕਰਨਾ ਵਾ, ਉਦੋਂ 3 ਗੁਣਾ ਜ਼ਿਆਦਾ ਨਹਾਉਣ ਤੇ ਕਰ ਦੇਣਾ ਵਾ, ਜਿਹੜਾ ਇਸ਼ਨਾਨ ਹੋਣਾ ਵਾ। ਸੋ ਇਹਨੂੰ ਆਪਾਂ ਛੱਡੀ। ਤੁਹਾਡਾ ਜੀ ਮੈਂ ਇੱਕ ਗੱਲ ਭੁੱਲ ਗਿਆ ਉਦੋਂ ਜਾਂਦੇ ਜਾਂਦੇ, ਉਹਦੇ ਚ ਜਿਹੜੀ ਆਪਾਂ ਜਿਹੜੀ ਅਧੂਰੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਉਹਦੇ ਚ ਮੈਂ ਇੱਕ ਗੱਲ ਬੜਾ ਵੱਡਾ ਮੁੱਦਾ ਸੀ, ਉਹ ਮੁੱਦਾ ਰਹਿ ਗਿਆ। ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਨੇ, ਪਰ ਇਹ ਬਹੁਤ ਵੱਡਾ ਮੁੱਦਾ। ਉਹ ਵੱਡਾ ਮੁੱਦਾ ਇਹ ਆ ਵੀ ਚੋਣ ਪ੍ਰਕਿਰਿਆ ਇੰਨੀ ਮਹਿੰਗੀ ਕਰਤੀ ਆ ਵੀ ਹੁਣ ਆਮ ਬੰਦਾ, ਜਾਂ ਇਹ ਕਹਿ ਲਓ ਵੀ ਦੇਸ਼ ਦੇ 90% ਲੋਕ ਚੋਣਾਂ 'ਚ ਖੜੇ ਹੋਣ ਬਾਰੇ ਜਾਂ ਚੋਣ ਲੜਨ ਬਾਰੇ ਸੋਚ ਵੀ ਨਹੀਂ ਸਕਦੇ।
ਕਿਉਂਕਿ MLA ਦੀ ਚੋਣ ਲੈਣ ਲਈ ਖਰਚਾ 40 ਲੱਖ ਤੈਅ ਆ ਤੇ MP ਦੀ ਚੋਣ ਲੈਣ ਵਾਸਤੇ 50-55 ਲੱਖ ਜਾਂ 70 ਲੱਖ ਤੈਅ ਆ। ਤੋ ਹੁਣ ਜਿਹਦੇ ਕੋਲ 70 ਲੱਖ ਹੋਊ ਇੱਕ ਨੰਬਰ ਦਾ ਪੈਸਾ, ਉਹੀ MP ਦੀ ਚੋਣ ਲੜਨ ਬਾਰੇ ਸੋਚੂ। ਜਿਹਦੇ ਕੋਲ 50 ਲੱਖ ਹੋਊ ਘੱਟੋ ਘੱਟ ਉਹ MLA ਦੀ ਚੋਣ ਲੜਨ ਬਾਰੇ ਸੋਚੂ। ਹਾਲਾਂਕਿ ਖਰਚੇ ਇੰਨੇ ਨਹੀਂ ਹੁੰਦੇ, ਖਰਚੇ ਤੇ ਇਹਨੂੰ ਵੀ ਕਿਤੇ ਜ਼ਿਆਦਾ ਹੁੰਦੇ ਨੇ, ਪਰ ਇਹ ਵੀ ਤਾਂ ਇੱਕ ਵੱਡਾ ਕੰਮ ਆ ਬਈ ਆਮ ਬੰਦਾ ਚੋਣਾਂ ਲੜਨ ਬਾਰੇ ਸੋਚ ਵੀ ਨਹੀਂ ਸਕਦਾ। ਸੋ ਇਸ ਕਰਕੇ ਜਿਹੜਾ ਆਮ ਲੋਕਾਂ ਦਾ ਇਹਨਾਂ ਚੋਣ ਪ੍ਰਕਿਰਿਆ ਤੋਂ ਹੀ ਦੂਰ ਹੋ ਜਾਣਾ ਫਿਰ ਇਹ ਡੈਮੋਕ੍ਰੇਸੀ ਲਈ ਇੱਕ ਵੱਡੀ ਤੇ ਘਾਤਕ ਸੱਟ ਹੈ, ਮੈਂ ਸਮਝਦਾ। ਸੋ ਜਿਹੜਾ ਰਾਜਨੀਤਿਕ ਪਾਰਟੀਆਂ ਵੱਲੋਂ ਧਾਰਮਿਕ ਆਗੂਆਂ ਨੂੰ ਵਰਤਣਾ, ਧਾਰਮਿਕ ਸੰਸਥਾਵਾਂ ਨੂੰ ਵਰਤਣਾ, ਤਾਂ ਜਿਹੜੀ ਹੁਣ ਤੁਸੀਂ ਗੱਲ ਕਰਕੇ ਹਟੇ ਹੋ ਬਈ ਉਹ ਦਿੱਲੀ ਦੇ, ਉਹ ਪੰਜਾਬ ਤੋਂ ਨਹੀਂ ਫੜੇ ਜੀ ਲੈਂਗੇ, ਜਿਹੜੇ ਨੇ ਉਹ ਦਿੱਲੀ ਤੋਂ ਫੜੇ ਨੇ, ਜਿਹੜੇ 2 ਜਣੇ ਫੜੇ ਨੇ। ਇੱਕ ਤਾਂ ਬਾਹਰੋਂ ਆਇਆ ਸੀ, ਉਹਨਾਂ ਦਾ ਵਿਦੇਸ਼ਾਂ ਤੋਂ ਗਿਆ ਹੋਇਆ ਸੀ। ਨਹੀਂ ਜਵਾਨਾ ਜੀ, ਤੁਸੀਂ ਰਲ ਘੱਟ ਨਾ ਕਰਿਆ ਕਰੋ 2 ਗੱਲਾਂ ਨੂੰ। ਜਿਹੜਾ ਉਹ ਵਿਦੇਸ਼ ਆ ਉਹ ਹਾਲੈਂਡ ਦਾ ਵਾ, ਹਾਲੈਂਡ ਦਾ। ਮੇਰੀ ਗੱਲ ਤਾਂ ਸੁਣ ਲਓ, ਮੈਂ ਤੁਹਾਨੂੰ ਤਾਂ ਜਵਾਨਾ ਜੀ ਤੁਸੀਂ ਐਂ ਕਿਉਂ ਕਰਦੇ ਹੋ? ਐਂ ਜਿੱਦ ਨਾ ਕਰਿਆ ਕਰੋ, ਮੇਰੀ ਗੱਲ ਸੁਣ ਲਓ। ਤੁਸੀਂ ਕਲੀਅਰ ਕਰ ਦਿਓ ਨਾ, ਮੈਂ ਤਾਂ ਜਿੱਦ ਨਹੀਂ ਕਰ ਰਿਹਾ, ਮੈਂ ਕਰਨ ਲੱਗਿਆ ਪਲੀਜ਼ ਕਰੋ, ਕਿਉਂ ਬੈਠਦੇ ਹੋ? ਸੁਣੋ, ਜਿਹੜਾ ਉਹ ਹਾਲੈਂਡ ਵਾਲੇ ਦੀ ਗੱਲ ਤੁਸੀਂ ਕਰਦੇ ਹੋ, ਉਹ ਅੱਜ ਕੱਲ ਇੰਗਲੈਂਡ ਦੇ ਵਿੱਚ ਸੈਟਲ ਹੈ ਤੇ ਪਰ ਉਹ ਨਿਵਾਸੀ ਸਿਟੀਜ਼ਨ ਉਹ ਹਾਲੈਂਡ ਦਾ। ਉਹਨੂੰ ਛੁੱਟੀ ਹੈ ਯੂਰਪ ਦੇ ਵਿੱਚ, ਕਿਤੇ ਵੀ ਜਾ ਸਕਦੀ, ਤਾਂ ਉੱਥੇ ਸੈਟਲ ਆ ਉਹ। ਹੁਣ ਉਹ ਤੁਹਾਡਾ ਜੀ ਆਪ ਕੋਈ ਇਸ਼ੂ ਆ, ਕੋਈ ਹੁਣ ਆ ਕੋਈ ਮੁੱਦਾ ਜਿਹੜਾ ਤੁਸੀਂ ਵਿੱਚ ਫਸਾ ਲਿਆ, ਇਹ ਤਾਂ ਕੋਈ ਮੁੱਦਾ ਨਹੀਂ ਹੈ, ਇਹਨੂੰ ਕਹਿੰਦੇ ਵਿੱਚ ਫਸਾ ਲਿਆ। ਮੈਂ ਗੱਲ ਜਿਹੜੀ ਕਰ ਆਪਾਂ ਹੁਣ ਉਹ ਜਿਹੜਾ ਫੜਿਆ ਨਿਹੰਗ, ਜਿਹੜਾ ਨਿਹੰਗ ਬਾਣੇ ਦੇ ਵਿੱਚ ਫੜਿਆ, 2 ਜਣੇ ਫੜੇ ਨੇ, ਉਹ ਫੜੇ ਨੇ 26 ਜਨਵਰੀ ਦੀਆਂ ਘਟਨਾਵਾਂ ਨਾਲ ਜੋੜ ਕੇ, ਕਿਉਂਕਿ ਇਹ ਉਹੀ ਨਿਹੰਗ ਆ ਜਿਹੜਾ ਉੱਥੇ ਕਿਰਪਾਨ ਨਹੀਂ, ਉਹੀ ਨਹੀਂ ਤੁਸੀਂ ਕਹਿ ਰਹੇ। ਤੁਸੀਂ ਗੱਲ ਤਾਂ ਕਰ ਰਹੇ ਹੋ ਬਲਵੀਰ ਸਿੰਘ ਦੇ ਹਮਲੇ ਦੀ, ਤੁਸੀਂ ਨਾਲੇ ਉਹਨੂੰ ਉਹਦੇ ਨਾਲ ਜੋੜੀ ਜਾਂਦੇ, ਨਾਲੇ 26 ਜਨਵਰੀ ਨਾਲ ਜੋੜੀ ਜਾਂਦੇ। ਇਹ 2 ਘਟਨਾਵਾਂ। ਉਹ ਬਲਵੀਰ ਸਿੰਘ ਤੇ ਉਹਨਾਂ ਨੂੰ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਬਲਵੀਰ ਸਿੰਘ ਦੇ ਉੱਤੇ ਵੀ ਪਲਾਨ ਨਹੀਂ ਦਵਾਣਾ ਜੀ, ਕਿਉਂ ਜਿੱਦ ਕਰਦੇ ਹੋ? ਨਹੀਂ ਗਲਤ ਹੈ ਇਹ। ਚਲੋ ਜਿਹੜਾ ਬੰਦਾ ਬਲਵੀਰ ਸਿੰਘ ਦੇ ਮਾਮਲੇ 'ਚ ਫੜਿਆ ਵਾ ਕੱਲ, ਸੁਣ ਲਓ, ਇਹ 2 ਬੰਦੇ ਜਿਹੜੇ ਫੜੇ ਨੇ ਉਹ ਹੋਰ ਨੇ, ਉਹ 26 ਜਨਵਰੀ ਦੀ ਘਟਨਾ ਨਾਲ ਸੰਬੰਧਿਤ ਫੜੇ ਨੇ। ਜਿਹੜੇ ਕੱਲ ਫੜੇ ਨੇ 2 ਜਣੇ ਮੱਧ ਪ੍ਰਦੇਸ਼ ਤੋਂ 2 ਹਥਿਆਰ ਲੈ ਕੇ ਵਾਪਸ ਆਏ ਨੇ, ਉਹਨਾਂ 'ਚ ਤਾਂ ਇੱਕ ਬੰਦਾ ਜੁਝਾਰ ਸਿੰਘ ਜਿਹੜਾ ਜੁਝਾਰ ਸਿੰਘ ਆ, ਉਹ ਤਾਂ ਪਹਿਲਾਂ ਹੀ ਪੈਰੋਲ ਦੇ ਉੱਤੇ ਆਇਆ ਹੋਇਆ ਵਾ ਜੇਲ੍ਹ ਦੇ ਵਿੱਚੋਂ। ਉਹ ਤਾਂ ਪੈਰੋਲ ਦੇ ਉੱਤੇ ਆਇਆ ਹੋਇਆ ਵਾ ਜੇਲ੍ਹ ਦੇ ਵਿੱਚੋਂ, ਤੇ ਉਹਦੀ ਮਾਂ ਹਾਲੇ ਵੀ ਉਮਰ ਕੈਦ ਕੱਟ ਰਹੀ ਆ, ਉਹਦੀ ਮਾਂ ਵੀ ਉਮਰ ਕੈਦ ਕੱਟ ਰਹੀ ਆ। ਉਹਨਾਂ ਬੰਦਿਆਂ ਨੇ ਬਲਵੀਰ ਸਿੰਘ ਨੂੰ ਮਾਰਨ ਦੀ ਯੋਜਨਾ ਸਰਕਾਰ ਦੀ ਕਹਿਣ ਮੁਤਾਬਕ, ਮੈਨੂੰ ਨਹੀਂ ਪਤਾ ਉਹ ਸੱਚੀ ਹੈ ਗੱਲ ਝੂਠੀ ਹੈ, ਸਰਕਾਰ ਦੇ ਕਹਿਣ ਮੁਤਾਬਕ ਉਹ ਦੋਨੋਂ ਬੰਦੇ ਹੋਲੇ ਮਹੱਲੇ ਦੇ ਉੱਤੇ, ਜਿਹੜਾ ਮੂਹਰੇ ਆ ਰਿਹਾ ਹੋਲਾ ਮਹੱਲਾ, ਇਸ ਹੋਲੇ ਮਹੱਲੇ ਦੇ ਉੱਤੇ ਬਲਵੀਰ ਸਿੰਘ ਦੇ ਕਤਲ ਦੀ ਯੋਜਨਾ ਬਣਾ ਰਹੇ ਸੀ। ਉਹਦੇ ਲਈ ਉਹ 2 ਹਥਿਆਰ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਨੇ। ਉਹਦਾ 26 ਜਨਵਰੀ ਦੀਆਂ ਘਟਨਾਵਾਂ ਨਾਲ ਕੋਈ ਤਾਲੁਕ ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਸੀ ਗਿੱਲ ਸਾਹਿਬ ਵੀ ਕਿਵੇਂ ਨਿਹੰਗ ਜਥੇਬੰਦੀਆਂ ਨੂੰ, ਖਾਸ ਕਰਕੇ ਬਾਬਾ ਬਲਵੀਰ ਸਿੰਘ ਨੂੰ ਆਪਣੇ ਨਾਲ ਲਾਉਣ ਦੀ ਸਰਕਾਰ ਦੀ ਸਾਜ਼ਿਸ਼, ਵੀ ਉਹਨਾਂ ਨੂੰ ਇਹ ਕਹਿ ਦੇਣਾ ਜਿਹੜੇ ਬੰਦੇ ਮਾਰਨ ਦੀ ਕੋਸ਼ਿਸ਼ ਸੀ, ਇੱਕ ਕਿਸਮ ਦੀ ਆਪਣੇ ਨਾਲ ਲਾਉਣ ਨੂੰ। ਜੀ ਮੇਰਾ ਇਹ ਮਤਲਬ ਸੀ ਬਸ। ਪਰ ਤੁਸੀਂ ਤੁਹਾਡਾ ਜੀ ਨਹੀਂ ਤੁਸੀਂ ਉਹ ਫਿਰ ਮਤਲਬ ਨੂੰ ਤੁਸੀਂ ਉਹਦੇ ਨਾਲ ਨਾ ਜੋੜੋ, ਉਹ ਜਿਹੜਾ ਹਾਲੈਂਡ ਵਾਲਾ ਫੜਿਆ ਉਹਦੇ ਨਾਲ ਨਾ ਜੋੜੋ। ਮੈਂ ਤਾਂ ਕਿਹਾ ਹਾਲੈਂਡ ਵਾਲੇ ਦੀ ਗੱਲ ਜੀ, ਮੈਂ ਤਾਂ ਇਹ ਕਿਹਾ ਵੀ ਇਹਨਾਂ ਦੀ ਕੋਸ਼ਿਸ਼ ਜਦੋਂ ਮੈਂ ਬੋਲਣ ਲੱਗਿਆ, ਨਹੀਂ ਜਦੋਂ ਮੈਂ ਬੋਲਣ ਲੱਗਿਆ ਤੁਸੀਂ ਉਦੋਂ ਲੱਤੇ ਢਾਤੀ ਵਿੱਚ। ਤੁਸੀਂ ਹਰ ਗੱਲ ਦੇ ਵਿੱਚ ਗਲਤ ਬੋਲ ਰਹੇ, ਹਰ ਗੱਲ ਦੇ ਵਿੱਚ ਤੁਹਾਡੀ ਇਹ ਗੱਲ ਹੁੰਦੀ। ਤੁਸੀਂ ਕਹਿ ਰਹੇ ਸੀ ਨਾ ਵੀ ਉਹ ਗਲਤ, ਠੀਕ ਹੈ, ਤੁਸੀਂ ਆਪਣੀ ਗੱਲ ਪੂਰੀ ਕਰੋ ਜੀ। ਜਿਹੜੇ ਉਹ ਹਾਲੈਂਡ ਵਾਲਾ ਫੜਿਆ, ਉਹਦਾ ਸੰਬੰਧ ਬਲਵੀਰ ਸਿੰਘ ਬਾਬੇ ਨਾਲ ਕੋਈ ਤਾਲੁਕ ਨਹੀਂ। ਉਹ 26 ਜਨਵਰੀ ਦੀ ਘਟਨਾ ਨਾਲ ਸੰਬੰਧਿਤ ਆ, ਕਿਲਾ ਜਿਹੜੀ ਲਾਲ ਕਿਲੇ ਤੇ ਵਾਪਰੀ ਆ, ਉਹਦੇ ਨਾਲ ਸੰਬੰਧਿਤ ਆ। ਇਹ ਜਿਹੜੇ 2 ਬੰਦੇ ਫੜੇ ਨੇ, ਇਹ ਆਲਰੇਡੀ ਇੱਥੇ ਜਿਹੜੇ ਕਤਲ ਹੋਏ ਸੀ ਪਟਿਆਲੇ ਦੇ ਵਿੱਚ ਪਹਿਲਾਂ, ਉਹਨਾਂ ਕਤਲਾਂ ਨਾਲ ਸੰਬੰਧਿਤ ਉਹ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਵਾ ਤੇ ਉਹ ਪੈਰੋਲ ਤੇ ਆਇਆ ਹੋਇਆ ਵਾ, ਤੇ ਉਹਨੇ ਆਪਦੇ ਇੱਕ ਹੋਰ ਸਾਥੀ ਨੂੰ ਨਾਲ ਲੈ ਕੇ ਹਥਿਆਰ ਲਿਆਂਦੇ ਨੇ ਮੱਧ ਪ੍ਰਦੇਸ਼ ਤੋਂ ਪੁਲਿਸ ਦੇ ਕਹਿਣ ਮੁਤਾਬਕ, ਤਾਂ ਕਿ ਉਹ ਹੋਲੇ ਮਹੱਲੇ ਵੇਲੇ ਇਹ ਬਲਵੀਰ ਸਿੰਘ ਬਾਬੇ ਦਾ ਕਤਲ ਕਰ ਸਕਣ। ਇਹ ਇੱਕ ਅੱਡ ਘਟਨਾ ਵਾ, ਦੂਜੀ ਘਟਨਾ ਅਲੱਗ ਹੈ। ਮੈਂ ਤਾਂ ਕਹਿੰਦਾ ਵਾ ਦੋਨਾਂ ਨੂੰ ਰਲ ਗੱਡ ਨਾ ਕਰੋ। ਤੁਸੀਂ ਰਲ ਗੱਡ ਕਰਦੇ ਸੀ, ਮੈਂ ਤਾਂ ਟੋਕਿਆ ਸੀ। ਚਲੋ
ਇਹ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਬਾਬੇ ਬਲਵੀਰ ਨੂੰ ਆਪਦੇ ਨਾਲ ਲਾਉਣ ਦੀ ਬੀਜੇਪੀ ਦੀ ਯਤਨ ਹੋ ਸਕਦੇ ਨੇ, ਇਹ ਹੋ ਸਕਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਕਿਸੇ ਨੂੰ ਵੀ ਕਿਸੇ ਵੀ ਇਸ ਤਰ੍ਹਾਂ ਦੀ ਜਿਹੜੀਆਂ ਏਜੰਸੀਆਂ ਰਾਹੀਂ ਵਰਤੋਂ ਕਰਕੇ ਕਿਸੇ ਨੂੰ ਵੀ ਉਹ ਆਪਣੇ ਨਾਲ ਜੋੜਨ ਲਈ, ਉਹਦੀ ਵਰਤੋਂ ਕਰਨ ਲਈ ਕੋਈ ਵੀ ਹੱਥਕੰਡਾ ਬੀਜੇਪੀ ਅਪਣਾ ਸਕਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਤੁਹਾਡਾ ਕਥਨ ਬਿਲਕੁਲ ਜਾਇਜ਼ ਆ ਵੀ ਨਿਹੰਗ ਮੁਖੀ ਨੂੰ ਆਪਦੇ ਨਾਲ ਜੋੜਨ ਵਾਸਤੇ ਉਹ ਇਹਦੀ ਵਰਤੋਂ ਕਰ ਸਕਦੇ ਜੀ। ਮੈਂ ਤਾਂ ਸ਼ੁਰੂ 'ਚ ਕਿਹਾ ਸੀਗਾ ਵੀ ਬਾਬਾ ਬਲਵੀਰ ਸਿੰਘ ਨੂੰ ਇਹਦੇ ਵਿੱਚ ਘਸੋੜਿਆ ਹੀ ਤਾਂ ਗਿਆ, ਉਹਨੂੰ ਨਾਲ ਹੀ ਤਾਂ ਹੀ ਲਾਇਆ ਗਿਆ, ਉਹਨੂੰ ਉਭਾਰਨ ਦੀ ਕੀ ਲੋੜ ਸੀ ਇਹਨਾਂ ਨੂੰ? ਕਿਉਂ ਉਹਨਾਂ ਨੇ ਇਸ ਗੱਲ ਨੂੰ ਉਭਾਰਿਆ ਸੀ? ਜਿਹੜੀਆਂ ਖੁਫੀਆ ਏਜੰਸੀਆਂ ਨੇ ਬਾਬਾ ਬਲਵੀਰ ਨੂੰ ਮਾਰਨ ਦੀ ਹੱਤਿਆ, ਕਿਉਂ? ਉਹਨਾਂ ਕੋਲ ਤਾਂ ਸਾਰਾ ਕੁਝ ਹੁੰਦਾ ਹੀ, ਖੈਰ ਆਪਾਂ ਨੇ ਉਹ ਵਿਸ਼ੇ ਤੇ ਨਹੀਂ ਜਾਣਾ, ਸਾਡਾ ਅੱਜ ਦਾ ਵਿਸ਼ਾ ਨਹੀਂ ਹੈਗਾ। ਜਿਹੜੀ ਮੇਨ ਗੱਲ ਹੈ ਹੁਣ ਉਹ ਗੱਲ ਹੈਗੀ ਹੈ ਕਿਸਾਨ ਅੰਦੋਲਨ ਦੀ। 12 ਮਾਰਚ ਤੁਹਾਡੇ ਕੋਲ ਅੱਜ ਹੋ ਚੁੱਕੀ ਹੈ। ਹੁਣ ਤੋਂ ਮਗਰੋਂ ਕਲਕੱਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹਦੇ ਵਿੱਚ ਹੋਈ ਹੈ, ਪ੍ਰੈਸ ਕਾਨਫਰੰਸ ਦੇ ਵਿੱਚ ਹੋਣੀ ਹੈ ਜਾਂ ਹੋਈ ਹੈ, ਉਹਦੇ ਵਿੱਚ ਜਿਹੜਾ ਰੋਡ ਮਾਰਚ ਹੈ ਤੇ ਉਹਦੇ ਉੱਤੇ ਕੀ ਕੀ ਹੋਊਗਾ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ, ਤੇ ਰਾਜੇਵਾਲ ਸਾਹਿਬ ਵੀ ਉੱਥੇ ਪਹੁੰਚੇ ਹੋਏ ਨੇ ਤੇ ਹੋਰ ਵੱਡੇ ਲੀਡਰ ਪਹੁੰਚੇ ਹੋਏ ਨੇ। ਕਾਦੀਆ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਆ ਕੇ ਪ੍ਰੈਸ ਦੇ ਵਿੱਚ ਆਪਣੇ ਬਿਆਨ ਦਿੱਤੇ ਨੇ, ਤੇ ਇਸੇ ਤਰ੍ਹਾਂ ਜਿਹੜੇ ਨੇ ਟਕੈਤ ਸਾਹਿਬ ਵੀ ਉੱਥੇ ਪਹੁੰਚਣਗੇ। ਤੁਹਾਨੂੰ ਕਿਵੇਂ ਲੱਗਦਾ ਹੈ ਜਿਹੜੀ ਅੱਜ ਦਾ ਜਿਹੜਾ 12 ਤਰੀਕ ਦਾ ਕਲਕੱਤੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਜਿਹਾ ਅੰਦੋਲਨ ਅੱਜ ਹੋਊਗਾ, ਜੋ ਸੁਨੇਹਾ ਉੱਥੇ ਜਾਊਗਾ, ਉਹ ਕੀ ਆਪਣੇ ਆਪ ਦੇ ਰੂਪ ਲੈ ਕੇ ਆਊਗਾ 5 ਸੂਬਿਆਂ ਦੀ ਇਲੈਕਸ਼ਨ ਦੇ ਵਿੱਚ? ਆਪਣਾ ਪ੍ਰੋਗਰਾਮ ਖਤਮ ਹੋਣ ਤੋਂ ਤਕਰੀਬਨ 4 ਘੰਟੇ ਬਾਅਦ, ਆਪਣੇ ਪ੍ਰੋਗਰਾਮ ਦੀ ਸਮਾਪਤੀ ਤੋਂ ਤਕਰੀਬਨ 4 ਘੰਟੇ ਬਾਅਦ ਕਲਕੱਤੇ ਦੇ ਵਿੱਚ ਜਿਹੜੀ ਪ੍ਰੈਸ ਕਲੱਬ ਹੈ ਉੱਥੇ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਆਗੂ ਪੰਜਾਬ ਤੋਂ ਗਏ ਨੇ ਸੰਯੁਕਤ, ਉਹ ਪੰਜਾਬ ਦੇ ਨਹੀਂ ਹੈ ਵੈਸੇ, ਉਹਨੂੰ ਪੰਜਾਬ ਨਾਲ ਨਾ ਜੋੜੀਏ, ਉਹ ਸੰਯੁਕਤ ਕਿਸਾਨ ਮੋਰਚੇ ਦੇ ਉਹਨਾਂ ਨੂੰ ਨਾਂ ਦਿੱਤਾ ਗਿਆ ਕਿਸਾਨ ਦੂਤ, ਉਹਨਾਂ ਨੂੰ ਕਿਸਾਨ ਦੂਤ ਦਾ ਨਾਂ ਦਿੱਤਾ ਗਿਆ। ਤੇ ਉਹ ਜਿਹੜੇ ਕਿਸਾਨ ਦੂਤ ਬਣ ਕੇ ਕਿਸਾਨਾਂ ਦਾ ਸੁਨੇਹਾ ਲੈ ਕੇ, ਕਿਸਾਨਾਂ ਦਾ ਇੱਕ ਚਿੱਠੀ ਲੈ ਕੇ, ਸੰਯੁਕਤ ਮੋਰਚੇ ਦੀ ਇੱਕ ਚਿੱਠੀ ਲੈ ਕੇ ਬੰਗਾਲ ਦੇ ਕਿਸਾਨਾਂ ਨੂੰ ਸੁਨੇਹਾ ਦੇਣ ਤੁਰੇ ਨੇ। ਉਹ ਕੱਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇੱਥੋਂ ਬਾਈ ਏਅਰ ਉੱਥੇ ਗਏ ਨੇ ਕਲਕੱਤੇ, ਤੇ ਕੱਲ ਸ਼ਾਮੀ ਉਹ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਸੀ। ਉਹ ਆਪਾਂ ਤਸਵੀਰਾਂ ਦੇਖ ਵੀ ਲਈਆਂ ਨੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਜਿਹੜੇ ਕਾਦੀਆਂ ਧੜੇ ਨਾਲ ਸੰਬੰਧ ਰੱਖਦੇ ਨੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨਪਾਲ ਤੇ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਹਨਨ ਮੁੱਲਾ। ਇਹ ਜਿਹੜੇ ਹਨਨ ਮੁੱਲਾ ਦੇ ਹੈ ਵੀ ਬੰਗਾਲ ਦੇ ਹੀ ਨੇ, ਇਹ ਪਰ ਕਿਉਂਕਿ ਦਿੱਲੀ ਤੋਂ ਗਏ ਨੇ, ਇੱਕ ਸੰਯੁਕਤ ਮੋਰਚੇ ਵੱਲੋਂ ਗਏ ਨੇ, ਇਹ ਸਾਰੇ ਕਿਸਾਨ ਆਗੂ। ਤੇ ਨਾਲ ਹੀ ਇੱਕ ਹੋਰ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ, ਜਿਹੜਾ ਕਿਸੇ ਵੇਲੇ ਆਮ ਆਦਮੀ ਪਾਰਟੀ 'ਚ ਵੀ ਸਰਗਰਮ ਰਿਹਾ, ਅੱਜ ਕੱਲ ਉਹ ਜਿਹੜਾ ਜੋਗਿੰਦਰ ਯਾਦਵ ਦੀ ਜਥੇਬੰਦੀ ਆ ਸਵਰਾਜ, ਉਹਦੇ ਵਿੱਚ ਉਹ ਕੰਮ ਕਰਦਾ ਹੈ, ਤੇ ਉਹ ਵੀ ਗਿਆ ਵਾ, ਹਾਲਾਂਕਿ ਉਹ ਵੱਖਰੇ ਤੌਰ ਤੇ ਗਿਆ, ਤੇ ਪ੍ਰੋਫੈਸਰ ਮਨਜੀਤ ਸਿੰਘ, ਇਹ ਸਾਰੇ ਆਗੂ ਉੱਥੇ ਗਏ ਨੇ। ਜੀ ਅੱਜ ਇਹ ਸਭ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਨਗੇ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਿਸਾਨ ਦੂਤ ਗੱਡੀਆਂ ਦੇ ਉੱਤੇ ਮਾਰਚ ਕਰਕੇ ਗਾਂਧੀ ਦੇ ਬੁੱਤ ਤੱਕ ਜਾਣਗੇ ਤੇ ਉੱਥੇ ਜਾ ਕੇ ਕਿਸਾਨਾਂ ਨੂੰ ਇੱਕ ਸੰਦੇਸ਼ ਦੇਣਗੇ ਤੇ ਬੰਗਾਲ ਦੇ ਲੋਕਾਂ ਨੂੰ ਸੱਦਾ ਦੇਣ ਵਾਸਤੇ ਉਹਦਾ ਨਾਅਰਾ ਇਹ ਦਿੱਤਾ, ਬੀਜੇਪੀ ਨੂੰ ਵੋਟ ਨਹੀਂ ਸਜ਼ਾ ਦਿਓ। ਇਹ ਨਾਅਰਾ ਲੈ ਕੇ ਭਾਜਪਾ ਨੂੰ ਵੋਟ ਨਹੀਂ ਸਜ਼ਾ ਦਾ ਨਾਅਰਾ ਗੂੰਜੂਗਾ ਹੁਣ ਕਲਕੱਤੇ ਦੀਆਂ ਸੜਕਾਂ ਦੇ ਉੱਤੇ। 12 ਤਰੀਕ ਨੂੰ ਜਾਣੀ ਅੱਜ ਪ੍ਰੈਸ ਕਾਨਫਰੰਸ ਤੋਂ ਬਾਅਦ ਉੱਥੇ ਜਿਹੜੀ ਰਾਮਲੀਲਾ ਮੈਦਾਨ ਹੈ ਟਵਾਣਾ ਜੀ, ਉਹਦੇ 'ਚ ਅੱਜ ਕਿਸਾਨ ਮਹਾਪੰਚਾਇਤ, ਕਿਸਾਨ ਮਜ਼ਦੂਰ ਮਹਾਪੰਚਾਇਤ ਜਿਹੜੀ ਆ ਉਹ ਕੀਤੀ ਜਾਊਗੀ। ਉੱਥੇ ਆਗੂ ਜਿਹੜੇ ਸੰਬੋਧਨ ਕਰਨਗੇ। ਇੱਕ ਜੱਥਾ ਆਲਰੇਡੀ ਉੱਥੇ ਗਿਆ ਹੋਇਆ ਸੀ, ਉਹਨਾਂ ਤੋਂ ਕੁਛ ਆਗੂ ਕੱਲ ਵਾਪਸ ਆ ਗਏ ਨੇ ਤੇ ਬਾਕੀ ਦੇ ਆ ਜਾਣਗੇ। ਟਵਾਣਾ ਜੀ ਜਿਹੜਾ ਕੱਲ ਇਹ ਕਿਸਾਨ ਆਗੂਆਂ ਨੇ ਚੰਡੀਗੜ੍ਹ ਦੇ ਵਿੱਚ ਐਲਾਨ ਕੀਤਾ, ਉਹਨਾਂ ਨੇ ਇਹ ਐਲਾਨ ਕੀਤਾ ਉੱਥੇ 294 ਸੀਟਾਂ ਨੇ ਟਵਾਣਾ ਜੀ, 294 ਸੀਟਾਂ ਦੇ ਉੱਤੇ ਚੋਣ ਹੋਣੀ ਆ ਤੇ 294 ਗੱਡੀਆਂ ਦਾ ਜੱਥਾ, 294 ਗੱਡੀਆਂ ਦਾ ਕਾਫਲਾ, ਉਹਨੂੰ ਹਰੀ ਝੰਡੀ ਦਿਖਾ ਕੇ ਕੱਲ ਜਿਹੜਾ ਅੱਜ ਉੱਥੋਂ ਤੋਰਿਆ ਜਾਊਗਾ। ਉਹ ਹਰ ਹਲਕੇ ਦੇ ਵਿੱਚ ਦੌਰਾ ਕਰਨਗੇ, ਹਰ ਹਲਕੇ ਦੇ ਵਿੱਚ। ਤੇ ਕੱਲ ਨੂੰ 13 ਮਾਰਚ ਨੂੰ ਮਾਓ ਰੋਡ ਦੇ ਉੱਤੇ ਸਵੇਰੇ ਮਹਾਪੰਚਾਇਤ ਹੋਊਗੀ ਤੇ ਇਸੇ ਸ਼ਾਮ ਨੂੰ 4 ਵਜੇ ਨੰਦੀ ਗ੍ਰਾਮ ਦੇ ਵਿੱਚ ਮਹਾਪੰਚਾਇਤ ਹੋਊਗੀ, ਜਿੱਥੋਂ ਬੀਬੀ ਮਮਤਾ ਬੈਨਰਜੀ ਚੋਣ ਲੜ ਰਹੀ ਆ। ਤੇ ਜਿਹੜੇ
ਟਕੈਤ ਸਾਹਿਬ ਦੇ ਰਕੇਸ਼ ਟਕੈਤ ਜੀ, ਉਹ ਵੀ ਕੱਲ ਨੂੰ ਇੱਥੇ ਪਹੁੰਚ ਜਾਣਗੇ ਤੇ ਹੋਰ ਵੀ ਇੱਕ ਦੋ ਆਗੂ ਜਾਣਗੇ। ਫਿਰ 14 ਮਾਰਚ ਨੂੰ ਤੁਹਾਡਾ ਜੀ ਨੰਦੀਗ੍ਰਾਮ ਦੇ ਨੇੜੇ ਹੀ ਆ ਸੰਗਰੂਰ, ਬਿਲਕੁਲ ਨਾਲ ਲੱਗਦਾ। 14 ਮਾਰਚ ਨੂੰ ਸਵੇਰੇ ਸੰਗਰੂਰ ਦੇ ਵਿੱਚ 11 ਵਜੇ ਮਹਾਪੰਚਾਇਤ ਹੋਊਗੀ ਤੇ ਸ਼ਾਮ ਨੂੰ ਆਸਨਸੋਲ ਇਲਾਕੇ ਦੇ ਵਿੱਚ ਮਹਾਪੰਚਾਇਤ ਜਿਹੜੀ ਆ ਉਹ ਕੀਤੀ ਜਾਊਗੀ। ਤੇ ਇਹ ਬੰਗਾਲ ਦੇ ਕਿਸਾਨਾਂ ਨੂੰ ਸੁਨੇਹਾ ਜਿਹੜਾ ਭਾਜਪਾ ਨੂੰ ਵੋਟ ਦੀ ਸਜ਼ਾ ਦਿਓ, ਇਹ ਨਾਅਰਾ ਲੈ ਕੇ ਕਿਸਾਨ ਆਗੂ ਜਾਣਗੇ। ਤੇ ਇਹ ਵੀ ਪਤਾ ਲੱਗਿਆ ਤੁਹਾਡਾ ਜੀ ਵੀ ਬੰਗਾਲ ਦੇ ਵਿੱਚ ਜਿਹੜੇ ਲੋਕੀ ਪਿਛਲੇ ਸਮੇਂ 'ਚ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ CAA ਤੇ NRC ਦੇ ਵਿਰੁੱਧ ਜਿਹੜੇ ਵੱਖ-ਵੱਖ ਧੜੇ ਸੰਘਰਸ਼ ਕਰਦੇ ਰਹੇ ਨੇ, ਲੜਦੇ ਰਹੇ ਨੇ, ਐਜੀਟੇਸ਼ਨ ਕੀਤੀ ਹੈ ਜਿਨ੍ਹਾਂ ਨੇ ਲੰਬਾ ਸਮਾਂ, ਤੇ ਉਹ ਸਾਰੇ ਵੀ ਇਸ ਗੱਲ ਦੇ ਉੱਤੇ ਕਿਸਾਨਾਂ ਨੂੰ ਜੀ ਆਇਆਂ ਕਹਿਣ ਲਈ ਇਕੱਤਰ ਹੋ ਰਹੇ ਨੇ। ਉਹਨਾਂ ਨੇ ਵੀ ਕਿਹਾ ਵੀ ਅਸੀਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਾਂ ਤੇ ਅਸੀਂ ਵੀ ਇੱਥੇ ਲੋਕਾਂ ਨੂੰ ਇਹ ਸੁਨੇਹਾ ਦੇਵਾਂਗੇ ਕਿ ਭਾਜਪਾ ਨੂੰ ਵੋਟ ਦੀ ਸਜ਼ਾ ਦਿਓ, ਕਿਉਂਕਿ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਬੰਗਾਲ ਦੇ ਵਿੱਚ ਬੰਗਾਲ ਦਾ ਜਿਹੜਾ ਸੱਭਿਆਚਾਰ ਆ ਉਹਨੂੰ ਤੋੜਨ ਤੇ ਉਹਦੀ ਜਿਹੜੀ ਇੱਥੋਂ ਦੀ ਪੁਰਾਣੀ ਪਰੰਪਰਾ ਜਿਹੜੀ ਬੰਗਾਲ ਦੀ ਉਹਨੂੰ ਤਹਿਸ-ਨਹਿਸ ਕਰਨ ਲਈ ਇਹ ਜਿਹੜਾ ਹੱਲਾ ਬੋਲਿਆ ਬੀਜੇਪੀ ਨੇ। ਔਰ ਕੱਲ ਕਹਿਣਾ ਜੀ ਤੁਹਾਨੂੰ ਯਾਦ ਕਰਾਉਣਾ ਮੈਂ, ਬਲਬੀਰ ਸਿੰਘ ਰਾਜੇਵਾਲ ਨੇ ਤੇ ਡਾਕਟਰ ਦਰਸ਼ਨਪਾਲ ਨੇ ਤੇ ਹਰਮੀਤ ਸਿੰਘ ਕਾਦੀਆਂ ਨੇ, ਇਹਨਾਂ ਨੇ ਕੱਲ ਇੱਕ ਹੋਰ ਬੜੀ ਪਿਆਰੀ ਗੱਲ ਕੀਤੀ। ਇਹਨਾਂ ਨੇ ਕਿਹਾ ਕਿ ਬੰਗਾਲ ਤੇ ਪੰਜਾਬ ਦਾ ਆਪਸੀ ਰਿਸ਼ਤਾ ਬੜਾ ਗੂੜਾ, ਕਿਉਂਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਨ ਵਾਲੇ ਇਹ ਦੋ ਸੂਬੇ ਨੇ ਤੇ ਇਹਨਾਂ ਦੋਨਾਂ ਸੂਬਿਆਂ ਨੂੰ ਵੰਡ ਦਾ ਵੀ ਸੱਲ ਝੱਲਣਾ ਪਿਆ, ਦੁੱਖ ਝੱਲਣਾ ਪਿਆ, ਪੀੜ ਝੱਲਣੀ ਪਈ ਆ। ਪੰਜਾਬ ਦੇ ਵੀ ਦੋ ਹਿੱਸੇ ਕੀਤੇ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਤੇ ਬੰਗਾਲ ਦੇ ਵੀ ਚੜ੍ਹਦਾ ਪੰਜਾਬ ਬੰਗਾਲ ਤੇ ਛਿਪਦਾ ਬੰਗਾਲ ਜਾਂਦੀ, ਪੂਰਬੀ ਬੰਗਾਲ ਤੇ ਪੱਛਮੀ ਬੰਗਾਲ, ਇਹ ਜਿਹੜੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੀ ਵੰਡਿਆ ਗਿਆ ਸੀ। ਇਸ ਕਰਕੇ ਸਾਡੀ ਸਾਂਝ ਬੜੀ ਪੁਰਾਣੀ ਹੈ, ਉਹ ਜਿਹੜੀ ਸਾਂਝ ਹੈ ਉਸ ਵੇਲੇ ਦੀ। ਤੇ ਜੇ ਆਪਾਂ ਯਾਦ ਕਰੀਏ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬੰਗਾਲ ਦਾ ਖੁਦੀਰਾਮ ਬੋਸ, ਉੱਥੇ ਸ਼ੁਰੂ ਕਰਕੇ ਪੰਜਾਬ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਉਸ ਗੱਲ ਨੂੰ ਜੋੜਦਿਆਂ ਜਿਹੜੇ ਲੋਕਾਂ ਨੇ, ਕਿਉਂਕਿ ਆ ਜਿਹੜਾ ਹੁਣ 23 ਮਾਰਚ ਦਾ ਦਿਨ ਵੀ ਆ ਰਿਹਾ ਨੇੜੇ, ਇਹਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ, ਸ਼ਹੀਦਾਂ ਦਾ ਦਿਨ ਸਾਰੇ ਦੇਸ਼ 'ਚ ਮਨਾਉਣ ਦਾ ਸੱਦਾ ਦਿੱਤਾ। ਟਵਾਣਾ ਜੀ ਇਹ ਵੀ ਪਹਿਲੀ ਵਾਰ ਹੋ ਰਿਹਾ ਵਾ ਬਈ ਇੱਕ ਜਥੇਬੰਦੀਆਂ ਵੱਲੋਂ ਏਡੀ ਵੱਡੀ ਪੱਧਰ ਦੇ ਉੱਤੇ ਦਿਨ ਮਨਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਹੁਣ ਇਹਦਾ ਨਤੀਜਾ, ਕਿਉਂਕਿ ਇਕੱਲੇ ਬੰਗਾਲ ਲਈ ਨਹੀਂ ਇਹ ਨਾਲ ਦੀ ਨਾਲ ਹੀ ਜਿਹੜੀਆਂ ਇਹ ਕਿਸਾਨ ਜਿਹੜੇ ਆਗੂ ਨੇ ਇਹ ਉਦੋਂ ਨਾਲ ਦੇ ਸੂਬੇ 'ਚ ਅਸਾਮ ਬਿਲਕੁਲ ਨਾਲ ਲੱਗਦਾ ਬੰਗਾਲ ਦੇ, ਇਹ ਬੰਗਾਲ ਤੋਂ ਬਾਅਦ ਅਸਾਮ ਦੇ ਵਿੱਚ ਵੀ ਜਾਣਗੇ ਤੇ ਅਸਾਮ ਦੇ ਕਿਸਾਨਾਂ ਨੂੰ ਵੀ ਇਹੀ ਸੱਦਾ ਦੇਣਗੇ। ਉਸ ਤੋਂ ਬਾਅਦ ਉੱਥੋਂ ਪਿੱਛੇ ਮੁੜ ਕੇ ਫਿਰ ਇੱਕ ਨਵਾਂ ਜੱਥਾ ਜਿਹੜਾ ਉਹ ਦੱਖਣ ਵਾਲੇ ਪਾਸੇ ਕੇਰਲਾ ਨੂੰ ਜਾਊਗਾ ਤੇ ਕੇਰਲਾ ਤੋਂ ਬਾਅਦ ਤਾਮਿਲਨਾਡੂ ਜਾਊਗਾ। ਤਾਮਿਲਨਾਡੂ ਦੇ ਨਾਲ ਹੀ ਪੁੱਡੂਚੇਰੀ ਜਿਹੜੀ ਹੈ, ਜਿਹਨੂੰ ਪਾਂਡੀਚੇਰੀ ਕਹਿੰਦੇ ਸੀ ਪਹਿਲਾਂ, ਅੱਜ ਕੱਲ੍ਹ ਪੁੱਡੂਚੇਰੀ ਹੋ ਗਈ ਹੈ, ਉਹਨੂੰ ਵੀ ਉੱਥੋਂ ਦੇ ਕਿਸਾਨਾਂ ਨੂੰ ਵੀ ਇਹ ਸੁਨੇਹਾ ਦੇਣ ਲਈ ਜਾਣਗੇ। ਜੀ ਤੁਹਾਡਾ ਗੱਲ ਆਜ਼ਾਦੀ ਦੀ ਕੀਤੀ ਹੈ ਗਿੱਲ ਸਾਹਿਬ ਤੁਸੀਂ। ਆਜ਼ਾਦੀ ਦੇ ਦਿਨਾਂ ਦੇ ਵਿੱਚ ਭਾਵੇਂ ਸਮੁੱਚੇ ਭਾਰਤ ਦੇ ਵਾਸੀਆਂ ਨੇ ਆਜ਼ਾਦੀ ਦੇ ਲਈ ਆਪਣਾ ਆਪਣਾ ਰੋਲ ਅਦਾ ਕੀਤਾ ਹੈ, ਪਰ ਜੇ ਗੱਲ ਚੱਲੀ ਆਪਾਂ ਸਭ ਤੋਂ ਜ਼ਿਆਦਾ ਤੇ ਜਿਹਦਾ ਨਾਮ ਅੱਜ ਕੱਲ ਲੈ ਕੇ ਵੀ ਭਾਰਤ ਦੀ ਜਿਹੜੀ ਸਰਕਾਰ ਹੈ ਕਈ ਵਾਰੀ ਉਹ ਪੰਗੇ ਖੜੇ ਕਰਦੀ ਆ, ਉਹਦਾ ਨਾਮ ਨਹੀਂ ਲੈਣਾ ਚਾਹੁੰਦੀ। ਆਜ਼ਾਦੀ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਵਿੱਚ ਉਹਨਾਂ ਦਾ ਵੀ ਰੋਲ ਅਦਾ ਰਿਹਾ। ਕਈ ਵਾਰੀ ਮੇਰੇ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈ, ਉਹਨਾਂ ਨਾਂ ਨਿਕਲ ਜਾਂਦਾ ਤੇ ਉਹਨਾਂ ਤੋਂ ਮਗਰੋਂ ਮਹਾਰਾਣੀ ਝਾਂਸੀ ਹੋਵੇ, ਚਾਹੇ ਹੁੰਦੇ ਪੰਜਾਬ ਵਾਲੇ ਸੁਭਾਸ਼ ਚੰਦਰ ਬੋਸ ਦਾ ਨਾਮ ਲਿਆ ਜਾ ਰਿਹਾ। ਨਹੀਂ ਉਹ ਤਾਂ ਅਖੀਰ ਚ ਆਉਂਦਾ ਜੀ। ਉਹ ਤੋਂ ਪਹਿਲਾਂ ਅਸੀਂ ਜਿਹੜੇ ਜਿਨ੍ਹਾਂ ਦੇ ਉੱਤੇ 16 ਸੀਰੀਅਲ ਬਣੇ ਹੋਏ ਨੇ, ਮੁਸਲਮ ਨਾਂ ਸੀ ਉਹਨਾਂ ਦਾ, ਰਾਜੇ ਸੀ ਉਹ, ਭਾਵੇਂ ਉਹਨਾਂ ਦੇ ਰਾਜ ਦੇ ਵਿੱਚ ਹਿੰਦੂ ਜਿਹੜੇ ਬੰਦੇ ਵੀ ਕੰਮ ਕਰਦੇ ਹੁੰਦੇ ਸੀ। ਤੇ ਫਿਰ ਉਹਦੇ ਮਗਰੋਂ ਜੇ ਦੋ ਗੱਲ ਫੌਜਾਂ ਦੀ ਆਪਾਂ ਗੱਲ ਕਰੀਏ, ਇੱਕ ਪਾਸੇ ਭਗਤ ਸਿੰਘ ਉਹਨਾਂ ਦੀਆਂ ਕੁਰਬਾਨੀਆਂ, ਸ਼ਰਾਬੇ ਦੀ ਗੱਲ ਕੀਤੀ ਆ ਤੁਸੀਂ, ਪਰ ਜੇ ਇੱਕ ਫੌਜ ਬਣਾ ਕੇ ਤਾਂ ਆ ਜਿਹੜੀ ਸੁਭਾਸ਼ ਚੰਦਰ ਬੋਸ ਦੀ ਗੱਲ, ਜਿਨ੍ਹਾਂ ਨੇ ਕਿ ਆਪਣੇ ਤੌਰ ਦੇ ਉੱਤੇ ਇੱਕ ਆਜ਼ਾਦ ਹਿੰਦ ਫੌਜ ਬਣਾਈ ਸੀ, ਜਿਹਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਜਿਹੜਾ ਕਿ ਹੈ ਉਹ ਆਪਣਾ ਰਿਹਾ
ਹਿੱਸਾ ਟਿੱਪੂ ਸੁਲਤਾਨ। ਸਾਡੇ ਸਰੋਤਿਆਂ ਨੇ ਨਾਲ ਦੀ ਨਾਲ ਹੀ ਮੈਨੂੰ ਯਾਦ ਕਰਾਤਾ। ਟਿੱਪੂ ਸੁਲਤਾਨ ਦੇ 16 ਸੀਰੀਅਲ ਦੇਖਣ ਨੂੰ ਕਮਾਲ ਹੈ ਵੀ ਜਦੋਂ ਮਰਿਆ ਪਿਆ ਸੀ 2 ਦਿਨ ਅੰਗਰੇਜ਼ਾਂ ਦੀ ਫੌਜ ਉਹਦੇ ਨੇੜੇ ਨਹੀਂ ਸੀ ਗਈ ਕਿ ਉਹ ਉੱਠ ਕੇ ਹਮਲਾ ਨਾ ਕਰ ਦੇਵੇ। 2 ਦਿਨ ਮਗਰੋਂ ਉਹਦੇ ਨੇੜੇ ਲੱਗੇ ਸੀ। ਤੇ ਇਹਨਾਂ ਦੀਆਂ ਗੱਲਾਂ ਕਰਦੇ ਆਪਾਂ ਭਾਰਤ ਭਰ ਦੇ ਵਿੱਚ ਸ਼ਹੀਦਾਂ ਦੀਆਂ ਪਤਾ ਨਹੀਂ ਕਿੰਨੀਆਂ ਵੱਡੀਆਂ ਲਾਈਨਾਂ ਨੇ, ਪਰ ਜਦੋਂ ਬੰਗਾਲ ਦੀ ਗੱਲ ਆਉਂਦੀ ਹੈ ਫਿਰ ਸੁਭਾਸ਼ ਚੰਦਰ ਬੋਸ ਦੀ ਗੱਲ ਆਉਂਦੀ ਹੈ ਤੇ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੂੰ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਜਿਹੜੇ ਆਜ਼ਾਦ ਹਿੰਦ ਫੌਜ ਦੇ ਵਿੱਚ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਜਾਂ ਜਿਉਂਦੇ ਨੇ ਉਹਨਾਂ ਨੂੰ ਪੈਨਸ਼ਨਾਂ ਲੱਗੀਆਂ ਹੋਈਆਂ ਨੇ। ਸੋ ਇਸ ਕਰਕੇ ਮੈਂ ਗੱਲ ਕਰਦੇ ਆਪਾਂ ਆਜ਼ਾਦੀ ਦੀ, ਉਸ ਚੀਜ਼ ਦੀ। ਸਮਾਂ ਕਾਫੀ ਹੋ ਗਿਆ ਗਿੱਲ ਸਾਹਿਬ, ਅੱਗੇ ਵਧਣ ਦਾ ਇਸ਼ਾਰਾ ਤਾਂ ਨਹੀਂ ਕਰਦਾ, ਪਰ ਜਾਂਦੇ ਜਾਂਦੇ ਕੋਈ ਸੁਨੇਹਾ ਜ਼ਰੂਰ ਦੇ ਦਿਓ ਸਾਡੇ ਸਰੋਤਿਆਂ ਨੂੰ। ਬਿਲਕੁਲ ਤੁਹਾਡਾ ਜੀ, ਜਿਹੜੇ ਆਉਣ ਵਾਲੇ ਦਿਨਾਂ 'ਚ ਕਿਸਾਨ ਜਥੇਬੰਦੀਆਂ ਵੱਲੋਂ 17 ਮਾਰਚ ਨੂੰ ਟਰਾਂਸਪੋਰਟ ਦੀਆਂ ਯੂਨੀਅਨਾਂ ਨਾਲ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ, ਕਿਉਂਕਿ 26 ਮਾਰਚ ਨੂੰ ਭਾਰਤ ਬੰਦ ਜਿਹੜਾ ਹੋਣ ਜਾ ਰਿਹਾ ਤੁਹਾਡਾ ਜੀ, ਇਹਦੇ 'ਚ ਰੇਲਾਂ ਵੀ ਬੰਦ ਹੋਣੀਆਂ ਨੇ, ਇਹਦੇ 'ਚ ਟਰਾਂਸਪੋਰਟ ਵੀ ਬੰਦ ਹੋਣੀ ਹੈ, ਸਮੁੱਚਾ ਭਾਰਤ ਬੰਦ। ਤੇ ਨਾਲੇ ਇਹਦੇ 'ਚ ਸਮਾਂ ਵੀ ਸਵੇਰ ਤੋਂ ਲੈ ਕੇ ਰਾਤ ਸ਼ਾਮ ਤੱਕ ਦਾ ਜਿਹੜਾ ਸਮਾਂ ਵਾ ਉਹ ਦਿੱਤਾ ਗਿਆ ਵਾ। ਤੇ 23 ਮਾਰਚ ਨੂੰ ਸ਼ਹੀਦਾਂ ਦਾ ਦਿਨ ਸਾਰੇ ਦੇਸ਼ 'ਚ ਮਨਾਉਣ ਦਾ ਫੈਸਲਾ ਕੀਤਾ ਤੇ 28 ਮਾਰਚ ਨੂੰ ਹੋਲੀ ਵਾਲੇ ਦਿਨ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੀਆਂ ਕਾਪੀਆਂ ਸਾਰੇ ਦੇਸ਼ 'ਚ ਸਾੜਨ ਦਾ ਫੈਸਲਾ ਕੀਤਾ। ਤੇ 19 ਮਾਰਚ ਨੂੰ ਮੰਡੀ ਬਚਾਓ, ਖੇਤੀ ਬਚਾਓ ਤੇ ਮੁਜ਼ਾਹਰਾ ਲਹਿਰ ਜਿਹੜੀ ਤੁਹਾਡੇ ਇਲਾਕੇ 'ਚ ਪਟਿਆਲੇ ਤੋਂ ਸ਼ੁਰੂ ਹੋ ਕੇ ਉਹ ਤੁਰ ਬਠਿੰਡੇ ਤੱਕ ਮਾਲਵੇ ਦਾ ਉਹ ਹਿੱਸਾ, ਜਿਹਦੇ 'ਚ ਮੁਜ਼ਾਹਰਾ ਲਹਿਰ ਦਾ ਬਹੁਤ ਵੱਡਾ ਰੋਲ ਆ, ਜਿਨ੍ਹਾਂ ਨੇ ਕਿਸਾਨੀ ਦੀ ਖਾਤਰ ਲੜਾਈ ਵੀ ਲੜੀ ਤੇ ਦੇਸ਼ ਦੀ ਆਜ਼ਾਦੀ 'ਚ ਵੀ ਵੱਡਾ ਯੋਗਦਾਨ ਪਾਇਆ। ਉਹ ਦਿਨ ਮਨਾਉਣ ਦਾ ਵੀ ਫੈਸਲਾ ਤੁਹਾਡਾ ਜੀ ਕਿਸਾਨ ਜਥੇਬੰਦੀਆਂ ਨੇ ਕੀਤਾ ਤੇ ਅਗਲੇ ਪ੍ਰੋਗਰਾਮ ਦੀਆਂ ਤਿਆਰੀਆਂ ਵੀ ਵੱਢ ਦਿੱਤੀਆਂ ਨੇ ਜੀ ਤੁਹਾਡਾ। ਜੀ ਜੀ ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਲੰਨੇ ਆਜ਼ਾਦ ਅਗਲੇ ਹਫ਼ਤੇ ਮਿਲਣ ਦੇ ਬਾਅਦ ਨਾਲ। ਸਤਿ ਸ੍ਰੀ ਅਕਾਲ ਜੀ। ਅਜੇ ਤਾਂ ਕੱਲ ਨੂੰ ਵੀ ਮਿਲਾਂਗੇ ਜੀ। ਨਾ ਜੀ ਦੇਖੋ ਚੋਂ ਅੱਜ ਤਾਂ ਉਸੇ ਹੈ ਸਾਡੇ ਕੋਲ ਅੱਜ। ਚਲੋ ਐਨੀਵੇ ਮਿਲਦੇ ਆ ਜੀ ਫਿਰ। ਹੁਣ ਸਵਾਂਟਣਾ ਜੀ ਦੇ ਨਾਲ ਗਿੱਲ ਸਾਹਿਬ ਥੋੜੇ ਭੁਲੇਖੇ 'ਚ ਪਾਏ ਨੇ ਅੱਜ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਰੇਡੀਓ ਚੰਨ ਪਰਦੇਸੀ। ਬਾਈ ਬਹੁਤ ਭੁੱਖ ਲੱਗੀ ਆ। ਆਪਾਂ ਹਾਈਵੇ 70 ਤੇ ਜਾ ਰਹੇ ਆਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ। ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ। ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ। ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ। ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317 786 1022 317 786 1022। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL because we care। ਮੈਂ ਕਿਹਾ ਸੋਹਣਿਓ ਅੱਜ ਡਿਨਰ ਬਾਹਰ ਕਰਨ ਚੱਲੀਏ। ਇੰਨਾ ਟਾਈਮ ਹੈ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। For advertising inquiry, contact Darshan Basrao at 815-557-4991 or Savantivana at 219-670-4579 or email at sales@chanpardesi.com।
ਉਹ ਹੋਰ ਵੀ ਦਵਿੰਦਰਾ, ਕੀ ਹਾਲ ਹੈ ਤੇਰਾ? ਯਾਰ ਹਾਲ ਕੀ ਦੱਸਾਂ ਤੈਨੂੰ, ਟਰੱਕ ਦੀ ਇੰਸ਼ੋਰੈਂਸ ਕਰਵਾਉਣ ਵਾਲੀ ਪਈ ਹੈ ਤੇ ਮਾਰਕੀਟ ਬਹੁਤ ਅਪ ਚੱਲ ਰਹੀ ਹੈ, ਸਮਝ ਹੀ ਨਹੀਂ ਆ ਰਿਹਾ ਵੀ ਕਿੱਥੋਂ ਕਰਵਾਵਾਂ। ਲੈ ਯਾਰ, ਇਹ ਵੀ ਕੋਈ ਟੈਨਸ਼ਨ ਵਾਲੀ ਗੱਲ ਹੈ। ਤੂੰ ਗ੍ਰੀਨਵੁੱਡ ਇੰਡੀਆਨਾ ਵਾਲੇ ਵਿਦੇਸ਼ਾ ਜੀ ਨੂੰ ਕਾਲ ਕਰ ਲਾ, ਤੇਰਾ ਕੰਮ ਸਸਤੇ ਚ ਹੋ ਜਾਊਗਾ। ਤੇ ਕੱਲੀ ਇੰਸ਼ੋਰੈਂਸ ਨਹੀਂ, ਟਰੱਕ ਦੇ ਪੇਪਰ, DOT ਆਡਿਟ ਤੇ ਟਰੱਕ ਦੀਆਂ ਪਲੇਟਾਂ ਤੇ ਹਾਂ SBA ਲੋਨ ਵੀ ਉਹ ਕਰਦੇ ਐ। ਜੇਕਰ ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਹੈਲਥ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਫਿਰ SBA ਲੋਨ ਕਰਵਾਉਣਾ ਚਾਹੁੰਦੇ ਹੋ, ਇੱਥੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਇੱਕੋ ਛੱਤ ਥੱਲੇ ਮਿਲਦੀਆਂ ਨੇ। ਤਾਂ ਅੱਜ ਹੀ ਕਾਲ ਕਰੋ ਗ੍ਰੀਨਵੁੱਡ ਇੰਡੀਆਨਾ ਵਾਲੇ ਦੀਪ ਸਿੰਘ ਬਦੇਸ਼ਾ ਜੀ ਨੂੰ 317 408 2697 ਤੇ 3174082697 ਗ੍ਰੀਨਵੁੱਡ ਇੰਡੀਆਨਾ। ਡਿਸਪੈਚ ਲਈ ਪਿੰਦਰ ਬਦੀਸ਼ਾ ਜੀ ਨੂੰ ਕਾਲ ਕਰੋ 317 868 6704। ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਟਾਣਾ ਸਾਹਿਬ, ਚੜ੍ਹਦੀ ਕਲਾ ਜੀ। ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਟਾਣਾ ਸਾਹਿਬ, ਜੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਕਿਸਾਨ ਜਿਹੜਾ ਸੰਯੁਕਤ ਮੋਰਚੇ ਦੇ ਵੱਲੋਂ ਹੁਣ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਲਿਖੇ ਗਏ ਨੇ। 5 ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਇਲੈਕਸ਼ਨ ਹੋ ਰਹੀ ਹੈ ਉੱਥੇ ਇਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਬੰਗਾਲੀਆਂ ਨੂੰ ਸੱਦਾ ਦਿੱਤਾ ਹੈ। ਰਾਜੇਵਾਲ ਸਾਹਿਬ ਉੱਥੇ ਪਹੁੰਚ ਚੁੱਕੇ ਨੇ ਗੁਰਦੁਆਰੇ ਦੇ ਵਿੱਚ ਸਵੇਰੇ ਸਵੇਰੇ। ਉੱਥੋਂ ਅੱਜ ਦਾ ਜਿਹੜਾ 12 ਮਾਰਚ ਹੈ, ਵੱਡੀ ਕੋਈ ਕਾਨਫਰੰਸ, ਪ੍ਰੈਸ ਕਾਨਫਰੰਸ ਹੋਣੀ ਹੈ ਤੇ ਬੰਗਾਲੀਆਂ ਨੂੰ ਸੁਨੇਹਾ ਦਿੱਤਾ ਜਾਣਾ। ਸੁਣਿਆ ਕਿ ਰਾਜੇਵਾਲ ਸਾਹਿਬ ਇਹ ਕਹਿ ਰਹੇ ਨੇ ਭਾਜਪਾ ਨੂੰ ਵੋਟ ਨਾ ਦਿਓ, ਹੋਰ ਜਿਹਨੂੰ ਮਰਜ਼ੀ ਦੇ ਦਿਓ, ਭਾਜਪਾ ਨੂੰ ਵੋਟ ਨਾ ਦੇ ਕੇ ਇੱਕ ਕਿਸਮ ਦੀ ਤੁਸੀਂ ਭਾਜਪਾ ਨੂੰ ਸਜ਼ਾ ਦੇਵੋਗੇ ਜੀ। ਹਾਂ ਬਿਲਕੁਲ ਜੀ, ਗੱਲ ਤੁਹਾਡੀ ਸਹੀ ਹੈ। ਰਾਜੇਵਾਲ ਹੋਰੀ ਇਦਾਂ ਹੀ ਕਹਿ ਰਹੇ ਆ। ਦੂਜੀ ਗੱਲ ਇਹ ਹੈ ਕਿ ਰਾਜੇਵਾਲ ਹੋਰੀ, ਗੁਰਨਾਮ ਸਿੰਘ ਚੜੂਨੀ ਤੇ ਕੁਝ ਹੋਰ ਜਿਹੜੇ ਕਿਸਾਨ ਨੇਤਾ ਉਹ ਪਹੁੰਚ ਗਏ ਆ, ਕਿਉਂਕਿ ਅੱਜ ਇੱਕ ਬੜੀ ਵੱਡੀ ਉੱਥੇ ਰੈਲੀ ਹੋਣੀ ਆ ਕੋਲਕਾਤਾ ਦੇ ਵਿੱਚ। ਜਦੋਂ ਉਹ ਕੱਲ ਕਲਕੱਤੇ ਦੇ 에ਅਰਪੋਰਟ ਦੇ ਉੱਤੇ ਪਹੁੰਚੇ ਆ ਤਾਂ ਪੰਜਾਬੀਆਂ ਦਾ ਠਾਠਾ ਮਾਰਦਾ ਉੱਥੇ ਇਕੱਠ ਸੀਗਾ, ਜਿਹੜਾ ਕਿ ਰਾਜੇਵਾਲ ਨੂੰ, ਚੜੂਨੀ ਨੂੰ ਤੇ ਬਾਕੀ ਨੇਤਾਵਾਂ ਨੂੰ ਉੱਥੇ ਲੈਣ ਵਾਸਤੇ ਪਹੁੰਚਿਆ। ਸੋ ਇਹ ਗੱਲ ਚੰਗੀ ਵੀ ਲੱਗੀ ਹੈ ਕਿ ਪੰਜਾਬ ਦੇ, ਹਰਿਆਣੇ ਦੇ ਨੇਤਾਵਾਂ ਨੂੰ ਭਾਰਤ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਕਿ ਕਿਲੋਮੀਟਰਾਂ ਦੇ ਫਾਸਲੇ ਨਾਲ ਬੜੇ ਦੂਰ ਪੈਂਦੇ ਆ ਇੱਕ ਤੋਂ ਦੂਜੇ ਸੂਬੇ ਦੇ, ਤੇ ਉੱਥੇ ਇੰਨਾ ਪਿਆਰ, ਇੰਨੀ ਮੁਹੱਬਤ ਇਸ ਵਕਤ ਮਿਲ ਰਹੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਇਸ ਵਕਤ ਸਿਰ ਧੜ ਦੀ ਬਾਜ਼ੀ ਹੈ ਜਿਹੜੀ ਉਹ ਪੱਛਮੀ ਬੰਗਾਲ ਦੇ ਵਿੱਚ ਲੱਗੀ ਹੋਈ ਹੈ। ਕੱਲ ਜਦੋਂ ਇੱਥੋਂ ਤੁਰਨਾ ਸੀਗਾ, ਜਦੋਂ ਜਹਾਜ਼ ਦੇ ਵਿੱਚ ਬੈਠ ਕੇ ਉੱਡਣਾ ਸੀਗਾ, ਤਾਂ ਉਸ ਵਕਤ ਰਾਜੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾਵਾਂਗੇ, ਅਸੀਂ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ, ਵੋਟਰਾਂ ਨੂੰ ਇੱਕੋ ਬੇਨਤੀ ਕਰਾਂਗੇ ਵੀ ਤੁਹਾਡੀ ਵੋਟ ਆ, ਤੁਹਾਡੇ ਕੋਲੇ ਪੂਰਾ ਅਧਿਕਾਰ ਆ, ਜਿਹਨੂੰ ਮਰਜ਼ੀ ਪਾ ਸਕਦੇ ਹੋ, ਪਰ ਸਾਡੀ ਇੱਕੋ ਬੇਨਤੀ ਮੰਨਿਓ, ਭਾਜਪਾ ਨੂੰ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਵੋਟ ਪਾ ਦਿਓ। ਅਸੀਂ ਇਹ ਨਹੀਂ ਕਹਿੰਦੇ ਫਲਾਣੇ ਨੂੰ ਪਾਓ, ਅਸੀਂ ਇਹ ਨਹੀਂ ਕਹਿੰਦੇ ਤ੍ਰਿਣਮੂਲ ਕਾਂਗਰਸ ਨੂੰ ਪਾਓ, ਅਸੀਂ ਨਹੀਂ ਕਹਿੰਦੇ ਕਾਮਰੇਡਾਂ ਨੂੰ ਪਾਓ, ਅਸੀਂ ਨਹੀਂ ਕਹਿੰਦੇ ਫਲਾਣਿਆਂ ਨੂੰ ਪਾਓ, ਬਸ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਭਾਜਪਾ ਨੂੰ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਕਿਉਂਕਿ ਭਾਜਪਾ ਨੇ ਦੇਸ਼ ਵੇਚਤਾ, ਕਿਉਂਕਿ ਇਹਨਾਂ ਨੇ ਜ਼ਮੀਰ ਵੇਚਤੀ ਆ, ਇਹਨਾਂ ਨੇ ਧਰਮ ਦੇ ਮਸਲੇ ਖੜੇ ਕਰਤੇ ਆ, ਇਹਨਾਂ ਨੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਲਿਆ, ਇਹਨਾਂ ਨੇ ਬਹੁਤ ਕੁਝ ਇਹੋ ਜਿਹਾ ਕੀਤਾ ਜਿਹੜਾ ਕਿ 7 ਵਰ੍ਹਿਆਂ ਦੇ ਵਿੱਚ ਜੋ ਕਰ ਦਿੱਤਾ ਤੇ 17 ਵਰ੍ਹਿਆਂ ਦੇ ਵਿੱਚ ਵੀ ਸ਼ਾਇਦ ਲੋਟ ਨਾ ਆਵੇ। ਰਾਜੇਵਾਲ ਨੇ ਗੱਲ ਕਹੀ ਹੈ ਕਿ ਇਸ ਵਕਤ ਕਿਸਾਨੀ ਹੈ ਜਿਹੜੀ ਉਹ ਵਿਚਾਰੀ ਬਿਲਕੁਲ ਟੁੱਟੀ ਪਈ ਹੈ। ਕਿਸਾਨਾਂ ਨੂੰ ਇਸ ਵਕਤ 3.5 ਮਹੀਨੇ ਹੋ ਗਏ ਆ ਸੜਕਾਂ ਦੇ ਉੱਤੇ ਬੈਠਿਆਂ ਦਿੱਲੀ ਦੇ ਵਿੱਚ, ਤੇ ਇਹਨਾਂ ਲੋਕਾਂ ਨੇ ਕਦਰ ਨਹੀਂ ਕੀਤੀ ਗਈ। ਮਹਿੰਗਾਈ ਦੇ ਨਾਲ ਚੀਕ ਨਿਕਲੀ ਪਈ ਹੈ, ਤੁਹਾਡੀ ਵੀ ਨਿਕਲੀ ਹੋਊਗੀ ਸਾਰਿਆਂ ਦੀ। ਉਹਨਾਂ ਨੇ ਕਿਹਾ ਵੀ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਲੋਕ ਵਸਦੇ ਆ ਤੇ ਇੱਥੇ ਕੋਈ ਬੰਦੇ ਦੀ ਕੋਈ ਕਦਰ ਹੈ ਨਹੀਂ ਗੀ, ਇਸ ਕਰਕੇ BJP ਨੂੰ ਹਰਾਓ, ਇਹ ਦੇਸ਼ ਬਚਾਓ, ਇਹ ਨਾਰਾ ਇਹਨਾਂ ਨੇ ਦੇਣਾ ਅੱਜ। ਬਿਲਕੁਲ ਬਿਲਕੁਲ, ਗੱਲ ਬਹੁਤ ਵੱਡੀ ਹੈ। ਜੇ ਦੇਖਿਆ ਜਾਵੇ, ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਗੱਲ। ਅਗੇ ਪਤਾ ਲੱਗਾ ਜੀ, ਕਹਿੰਦੇ ਅਗਲੇ 4 ਸਾਲ 'ਚ 100 ਸਰਕਾਰੀ ਕੰਪਨੀਆਂ ਵੇਚਣ ਦੀ ਤਿਆਰੀ ਕਰ ਲਈ ਹੈ। ਕਿ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ? ਨਹੀਂ ਜੀ, ਇਸ ਦੇ ਵਿੱਚ ਭਾਰਤ ਦੀ ਸਰਕਾਰ ਨੇ ਕੀਤੀ ਹੈ। ਪਿਛਲੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ, ਇਹ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ, ਇਹ ਬਿਜ਼ਨਸ ਕਰਨ ਵਾਸਤੇ ਨਹੀਂ ਹੁੰਦੀਆਂ, ਇਹ ਹੁੰਦੀਆਂ ਅਸਲ ਦੇ ਵਿੱਚ ਲੋਕਾਂ ਦੇ ਲਈ ਯੋਜਨਾਵਾਂ ਬਣਾਉਣ ਵਾਸਤੇ।
ਉਦੋਂ ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਕਹੀ ਸੀ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਜਾਇਦਾਦਾਂ ਵੇਚਾਂਗੇ, ਤੇ ਕਿਉਂਕਿ ਅਸੀਂ ਬਿਜ਼ਨਸ ਤਾਂ ਕਰਨਾ ਨਹੀਂਗਾ, ਇਹ ਜਾਇਦਾਦਾਂ ਵੇਚ ਕੇ ਅਸੀਂ ਪੈਸੇ ਇਕੱਠੇ ਕਰਾਂਗੇ, ਉਹ ਪੈਸੇ ਲਾਵਾਂਗੇ ਜਲ ਕਲਿਆਣ ਯੋਜਨਾਵਾਂ ਦੇ ਉੱਤੇ। ਤੇ ਹੁਣ ਪਤਾ ਲੱਗਾ ਜੀ ਕਿ ਭਾਰਤ ਦੇ ਵਿੱਚ 100 ਤੋਂ ਵੱਧ ਜਾਇਦਾਦਾਂ ਸਰਕਾਰੀ ਜਿਹੜੀਆਂ ਉਹ ਵੇਚਣ ਦੀ ਤਿਆਰੀ ਕਰ ਲਈ ਗਈ ਹੈ। 5 ਲੱਖ ਕਰੋੜ ਰੁਪਇਆ ਇਕੱਠਾ ਕਰਨਾ, ਉਹ ਪੈਸਾ ਕਹਿੰਦੇ ਆ ਵੀ ਅਸੀਂ ਦੇਸ਼ ਦੇ ਕਲਿਆਣਕਾਰੀ ਯੋਜਨਾਵਾਂ ਦੇ ਉੱਤੇ ਲਾਉਣਾ। ਇਹਦੇ ਵਿੱਚ ਪਤਾ ਲੱਗਾ ਬੰਦਰਗਾਹਾਂ ਵੀ ਆ, ਇਹਦੇ ਵਿੱਚ ਕਰੂਜ਼ ਵੀ ਆ, ਇਹਦੇ ਵਿੱਚ ਪਤਾ ਲੱਗਾ ਜੀ ਕਿ ਦੂਰ ਸੰਚਾਰ ਮਹਿਕਮਾ ਵੀ ਆ, ਇਹਦੇ ਵਿੱਚ ਹੋਰ ਵੀ ਬੜਾ ਕੁਝ ਹੈਗਾ, ਰੇਲਵੇ ਸਟੇਸ਼ਨ ਵੀ ਆ, ਇਹਦੇ ਵਿੱਚ ਏਅਰਪੋਰਟ ਵੀ ਆ, ਵੀ ਕਈ ਕੁਝ ਵੇਚਿਆ ਜਾਣਾ। ਤੇ ਕਹਿੰਦੇ ਵੀ ਵੇਚ ਕੇ ਤੇ ਫਿਰ ਆਪਾਂ ਉਹਦੇ ਨਾਲ ਪੈਸਾ ਟਕਾ ਇਕੱਠਾ ਕਰਾਂਗੇ। ਤੇ ਪ੍ਰਧਾਨ ਮੰਤਰੀ ਕਹਿੰਦੇ ਵੀ ਨਿੱਜੀ ਹੱਥਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਪਾਂ ਦੇ ਦੇਣੀਆਂ। ਹੁਣ ਮੈਨੂੰ ਨਾ ਜਿਹੜੀ ਇਹ ਗੱਲ ਆ ਕਿ ਭਾਈ ਅਸੀਂ ਚੀਜ਼ਾਂ ਵੇਚ ਕੇ ਤੇ ਵਿਕਾਸ ਕਰਾਂਗੇ, ਸੂਬੇ ਦੀ ਸਰਕਾਰ ਕੋਲੇ, ਪੰਜਾਬ ਦੀ ਸਰਕਾਰ ਕੋਲੇ ਪੈਸੇ ਦੇਣ ਵਾਸਤੇ ਹੈ ਨਹੀਂ ਤਨਖਾਹਾਂ ਤੇ, ਇੱਧਰ ਇਹ ਕੁਛ ਨਾ ਕੁਛ ਵੇਚੀ ਜਾਂਦੀ ਹੈ ਜਾਂ ਕਰਜ਼ਾ ਚੱਕੀ ਜਾਂਦੀ ਹੈ। ਉਧਰੋਂ ਭਾਰਤ ਦੀ ਸਰਕਾਰ ਕੋਲੇ ਕੁਛ ਹੈ ਨਹੀਂ, ਉਹ ਕਹਿੰਦੇ ਆਪਾਂ ਜਾਇਦਾਦਾਂ ਵੇਚ ਦਾਂਗੇ। ਚਲੋ ਜਾਇਦਾਦਾਂ ਵੇਚ ਕੇ ਇੱਕ ਵਾਰ ਤਾਂ ਆਪਾਂ ਸਰਕਾਰੀ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ, ਪਰ ਇਹ ਦੱਸੋ ਕਿ ਸਰਕਾਰੀ ਯੋਜਨਾਵਾਂ ਤਾਂ ਹਮੇਸ਼ਾ ਹੀ ਜਾਰੀ ਰਹਿਣੀਆਂ ਚਾਹੀਦੀਆਂ, ਤੇ ਫਿਰ ਅਗਲੀ ਵਾਰ ਤੁਸੀਂ ਕੀ ਵੇਚੋਗੇ ਜਦੋਂ ਤੁਹਾਡੇ ਕੋਲ ਵੇਚਣ ਵਾਲੀਆਂ ਚੀਜ਼ਾਂ ਮੁੱਕਣਗੀਆਂ। ਇਹ ਤਾਂ ਮੈਨੂੰ ਕਦੇ ਕਦੇ ਇਹੋ ਲੱਗਦਾ ਵੀ ਜਿਵੇਂ ਨਾ ਲੋਕ ਕਹਿੰਦੇ ਹੁੰਦੇ ਵੀ ਅਸੀਂ ਧੀ ਪੁੱਤ ਦਾ ਵਿਆਹ ਜ਼ਮੀਨ ਵੇਚ ਕੇ ਕੀਤਾ, ਹਾਲਾਂਕਿ ਜ਼ਮੀਨ ਵੇਚੇ ਬਿਨਾਂ ਵੀ ਸਰ ਸਕਦਾ ਹੁੰਦਾ ਜੇਕਰ ਨੱਕ ਦਾ ਮਸਲਾ ਨਾ ਹੋਵੇ ਤਾਂ ਕਿੰਨੀ ਜਿਹੜਾ ਵਾਲਾ ਕੰਮ ਨਹੀਂ ਹੋ ਸਕਦਾ। ਉਵੇਂ ਆਪਦੇ ਖਰਚੇ ਘਟਾ ਕੇ ਵੀ ਦੇਸ਼ ਦਾ ਵਿਕਾਸ ਹੋ ਸਕਦਾ। ਇੱਧਰੋਂ ਤਾਂ ਆਪਾਂ ਜਹਾਜ਼ ਨਵਾਂ ਲੈਣਾ ਤੇ ਉਧਰੋਂ ਲੋਕਾਂ ਦਾ ਟੈਕਸ ਨਵਾਂ ਲਾਉਣਾ, ਇਹ ਆਪਾਂ ਨੂੰ ਆਦਤਾਂ ਬਦਲਣਾ ਪੈਣਗੀਆਂ। ਪਰ ਦੇਖੋ ਕਿੰਨਾ ਚਿਰ ਜਾਇਦਾਦਾਂ ਵੇਚ ਕੇ ਸਰਦਾ ਜੀ। ਪਰ ਦੂਜੇ ਪਾਸੇ ਟਹਿਣਾ ਸਾਹਿਬ ਆ, ਪੰਜਾਬ ਦਾ ਬਜਟ ਹੋਇਆ, ਪੰਜਾਬ ਦੇ ਬਜਟ ਦੇ ਵਿੱਚ ਬੜੇ ਵੱਡੇ ਦਮਗਜੇ ਮਾਰੇ ਗਏ ਨੇ, ਵਿਕਾਸ ਦੀ ਗੱਲ ਕੀਤੀ ਹੈ। ਹੁਣ ਪਤਾ ਮੈਨੂੰ ਇਹ ਵੀ ਲੱਗਿਆ ਇੱਕ ਖਬਰ ਹੋਰ ਵੀ ਬਹੁਤ ਵੱਡੀ ਸਾਹਮਣੇ ਆਈ ਹੈ ਵੀ ਪੰਜਾਬ ਦੇ ਸ਼ਹਿਰਾਂ ਦੀ 650 ਕਰੋੜ ਦੀ ਸੰਪਤੀ ਨਿਲਾਮ ਹੋਊਗੀ। ਨਗਰ ਸੁਧਾਰ ਟਰਸਟ ਜਲੰਧਰ ਉਹਦੀ 80.19 ਕਰੋੜ, ਫਾਜ਼ਿਲਕਾ ਦੀ ਕੌਂਸਲਾਂ ਨੇ 46.24 ਕਰੋੜ ਤੇ ਅਬੋਹਰ ਨਿਗਮ ਨੇ ਆਲਮੋਸਟ 30 ਕਰੋੜ ਦੀ ਸੰਪਤੀ ਜਿਹੜੀ ਆ ਉਹ ਵੇਚੀ ਆ ਤੇ ਗਾਹਾਂ ਨੂੰ ਵੇਚਣਗੇ ਵੀ। ਇਹਦੇ ਤਰੀਕੇ ਨਾਲ ਹੀ ਪੰਜਾਬ ਦੀ ਤਰੱਕੀ ਹੋਊਗੀ ਫਿਰ ਆਉਣ ਵਾਲੇ ਸਮੇਂ 'ਚ। ਦੇਖੋ ਜੀ ਇਹ ਬੜੇ ਦੁੱਖ ਦੀ ਗੱਲ ਆ ਬਈ ਇਹਨਾਂ ਨੇ ਵੀ ਉਹੀ ਕੰਮ ਸ਼ੁਰੂ ਕੀਤਾ। ਮੈਂ ਪਹਿਲਾਂ ਕਿਹਾ ਵੀ ਕਰਜ਼ੇ ਇੱਥੇ ਲਏ ਜਾ ਰਹੇ ਆ ਪੰਜਾਬ ਦੇ ਵੱਲੋਂ, ਪੰਜਾਬ ਦੀ ਸਰਕਾਰ ਵੀ ਜਾਇਦਾਦਾਂ ਵੇਚ ਰਹੀ ਹੈ, ਪਿਛਲੀ ਸਰਕਾਰ ਦੇ ਵੀ ਵੇਚੀਆਂ ਸੀਗੀਆਂ। ਇਹ ਪਹਿਲਾਂ ਤਾਂ ਖਬਰਾਂ ਇਹ ਆਉਣ ਲੱਗ ਪਈਆਂ ਸੀ ਵੀ ਸ਼ਾਮ ਲੱਗਦੀਆਂ ਜ਼ਮੀਨਾਂ ਦੇ ਉੱਤੇ ਅੱਖ ਆ ਗਈ ਹੈ ਸੂਬੇ ਦੀ ਸਰਕਾਰ ਦੀ ਵੀ ਪਿੰਡਾਂ ਨੂੰ ਸ਼ਾਮ ਲੱਗਦੀਆਂ ਜ਼ਮੀਨਾਂ ਵੇਚ ਦਿਓ ਤੇ ਉਹ ਦੇ ਦਿਓ ਵੱਡੇ ਅਦਾਰਿਆਂ ਨੂੰ, ਜਾਂ ਤਾਂ ਉਹਨਾਂ ਦੇ ਕੋਲ ਉੱਕਾ ਪੁੱਕਾ ਕਿਰਾਇਆ ਚੱਕ ਲਓ ਤੇ ਜਾਂ ਉਹਨਾਂ ਦੇ ਕੋਲੋਂ ਉੱਕੇ ਪੁੱਕੇ ਪੈਸੇ ਲੈ ਲਓ ਤੁਸੀਂ। ਪਰ ਉਦੋਂ ਪਿੰਡਾਂ ਦੇ ਲੋਕਾਂ ਨੇ ਵਿਰੋਧ ਕੀਤਾ, ਉਹ ਕਹਿੰਦੇ ਕਿ ਅਸੀਂ ਕਿਉਂ ਵੇਚਣ ਦੇਈਏ, ਸ਼ਾਮ ਲੱਗਦੀਆਂ ਜ਼ਮੀਨਾਂ ਦੇ ਨਾਲ ਕਿੰਨੇ ਘਰਾਂ ਦੀ ਰੋਟੀ ਚੱਲਦੀ ਆ। ਠੇਕੇ ਤੇ ਦੇ ਕੇ ਉਹਨਾਂ ਜ਼ਮੀਨਾਂ ਨੂੰ ਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਕੰਮ ਚੱਲਦਾ, ਪੰਚਾਇਤਾਂ ਵਿਕਾਸ ਦਾ ਕੰਮ ਚਲਾਉਂਦੀਆਂ, ਗਰੀਬਾਂ ਨੂੰ ਸਸਤੇ ਭਾਅ ਦੇ ਉੱਤੇ ਠੇਕੇ ਦਿੱਤੀਆਂ ਜਾਂਦੀਆਂ। ਸੋ ਅਨੁਸੂਚਿਤ ਜਾਤੀਆਂ ਦੇ ਲਈ, ਪਛੜੀਆਂ ਸ਼੍ਰੇਣੀਆਂ ਦੇ ਲਈ ਉਹਨਾਂ ਜ਼ਮੀਨਾਂ ਵਿੱਚ ਦੀ ਅਹਿਮੀਅਤ ਆ। ਇੱਥੇ ਵੀ ਇਹੋ ਜਿਹਾ ਕੰਮ ਸਾਫ਼ ਕਰਨ ਲੱਗੇ ਸੀਗੇ। ਪਰ ਹੁਣ ਜਿਹੜੀ ਜਾਣਕਾਰੀ ਆ ਜਿਹੜੀ ਨਗਰ ਕੌਂਸਲਾਂ ਨੇ ਕਈ ਜਾਇਦਾਦਾਂ ਵੇਚੀਆਂ। ਦੇਖੋ ਸੂਬੇ ਦੇ ਕੋਲੇ ਤਨਖਾਹਾਂ ਦੇਣ ਦੇ ਲਈ ਪੈਸੇ ਹੈ ਨਹੀਂ, ਤਨਖਾਹਾਂ ਦੇਣ ਦੇ ਲਈ ਇਹ ਕਰਜ਼ਾ ਚੁੱਕਦੇ ਆ, ਕਰਜ਼ੇ ਦਾ ਵਿਆਜ ਮੋੜਨ ਦੇ ਲਈ ਹੋਰ ਕਰਜ਼ਾ ਚੁੱਕਦੇ ਆ। ਇਹਨਾਂ ਨੂੰ ਤਾਂ ਹੁਣ ਬੈਂਕਾਂ ਦੇ ਵੱਲੋਂ ਉਹਨਾਂ ਕਰਜ਼ਾ ਦੇਣਾ ਵੀ ਬੰਦ ਕਰ ਦਿੱਤਾ ਗਿਆ। ਪੰਜਾਬ ਨੂੰ ਉਹਨਾਂ ਕਰਜ਼ਾ ਨਹੀਂ ਮਿਲਦਾ ਜੇ ਆਪਾਂ ਅੱਜ ਕਰਕੇ ਕਿ ਵੀ ਪੰਜਾਬ ਨੂੰ 3000 ਕਰੋੜ ਰੁਪਇਆ ਕਰਜ਼ੇ ਦਾ ਚਾਹੀਦਾ, ਉਹ ਕਰਨ ਦੇ ਲਈ ਜੀ ਤੁਹਾਡੇ ਪਹਿਲਾਂ ਵੀ ਆਏ ਪੈਸੇ, ਇਸ ਕਰਕੇ ਤੁਹਾਨੂੰ ਕਰਜ਼ਾ ਨਹੀਂ ਮਿਲ ਸਕਦਾ। ਹੌਲੀ ਹੌਲੀ ਪੰਜਾਬ ਬਲੈਕ ਲਿਸਟ ਦਾ ਹੋ ਜਾਏ, ਇਸ ਗੱਲ ਦਾ ਡਰ ਆਉਂਦੇ ਸਮੇਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਸਕਦਾ। ਸੋ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਜਿਹੜਾ ਵੀ ਦੇਖੋ ਇਹ ਰਾਜਨੀਤਿਕ ਲੋਕ ਕੋਈ ਸੇਵਾ ਕਰਨ ਟਾਇਰੇ ਦਾ ਕਾਰੋਬਾਰ ਕਰਦੇ ਆ। ਜੇ ਕਾਰੋਬਾਰ ਨਾ ਕਰਦੇ ਹੋਣ ਤਾਂ ਜਿਹਦੇ ਕੋਲ ਅੱਜ ਇੱਕ ਬੱਸਾਂ ਪੰਜਾਬ ਦੇ ਵਿੱਚ 15, 20, 25 ਬੱਸਾਂ ਕਿਵੇਂ ਬਣ ਜਾਣ, ਜਿਹੜੇ ਆਮ ਬੰਦੇ ਉਹਨਾਂ ਦੀ ਚੀਜ਼ ਘਟਦੀ ਹੈ, ਉਹਨਾਂ ਦੀ ਵੱਧਦੀ ਹੈ, ਮਤਲਬ ਇਹ ਬਿਜ਼ਨਸ ਕਰਦੇ ਆ। ਉਹ ਕਿਹੜਾ ਬਿਜ਼ਨਸਮੈਨ ਆ ਜਿਹੜਾ ਘਾਟੇ ਦੇ ਵਿੱਚ ਗਈ ਦੁਕਾਨ ਨੂੰ, ਘਾਟੇ ਦੇ ਵਿੱਚ ਗਏ ਸੂਬੇ ਨੂੰ ਹਾਸਲ ਕਰਨਾ ਚਾਹੁੰਦਾ। ਮਤਲਬ ਇਹ ਹੈ ਕਿ ਨੀਤੀਆਂ ਮਾੜੀਆਂ ਨਹੀਂ ਤਾਂ ਸੂਬਾ ਸਾਡਾ ਖੁਸ਼ਹਾਲੀ ਵਾਲਾ, ਸੋਨੇ ਦੀ ਜਿਹੜੀ ਪੰਜਾਬ ਨੂੰ ਇਹਦੇ ਖੰਭ ਪੱਟ ਕੇ ਤੇ ਇਹਨੂੰ ਆਟੇ ਦੀ ਚਿੜੀ ਵੀ ਨਹੀਂ ਰਹਿ ਦਿੱਤਾ ਨੇ। ਸੋ ਇਸ ਕਰਕੇ ਜੇਕਰ ਸੱਚੀ ਮੁੱਚੀ ਸੂਬਾ ਘਾਟੇ ਦੇ ਵਿੱਚ ਹੋਵੇ ਨਾ, ਇਹਨਾਂ ਲੋਕਾਂ ਦੇ ਵੱਲੋਂ ਕਦੇ ਕਰੋੜਾਂ ਅਰਬਾਂ ਰੁਪਏ ਲਾ ਕੇ ਚੋਣਾਂ ਦੇ ਵਿੱਚ ਜਿੱਤਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਫਿਰ ਤਾਂ ਇਹ ਕਹਿ ਰਹੇ ਵੀ ਚਲੋ ਯਾਰ ਘਾਟੇ ਦੇ ਵਿੱਚ ਆਪਣੇ ਤੋਂ ਨਹੀਂ ਚੱਲਣਾਗਾ, ਬਦਨਾਮੀ ਦਾ ਘਰ ਆਪਾਂ ਕੀ ਕਰਾਉਣਾ।
ਪਰ ਇਹਦੇ ਵਿੱਚ ਬਹੁਤ ਕੁਛ ਆ, ਪਰ ਉਹ ਲੋਕਾਂ ਵਾਸਤੇ ਨਹੀਂਗਾ, ਉਹ ਹੈਗਾ ਆਪਣੇ ਵਾਸਤੇ। ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ। ਟਾਣਾ ਸਾਹਿਬ, ਇੱਕ ਸਵਾਲ ਖੜਾ ਹੋ ਗਿਆ, ਨਗਰ ਨਿਗਮ ਜਿਹੜੀ ਹੈ ਉਹ ਜ਼ਮੀਨ ਵੇਚ ਕੇ ਆਪਣੇ ਨਗਰ ਦਾ ਜਿਹੜੇ ਹਲਕੇ ਦਾ ਸੁਧਾਰ ਕਰ ਸਕਦੀ ਹੈ, ਫੰਡ ਲਾ ਸਕਦੀ ਹੈ। ਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਵੇਚ ਕੇ ਪਿੰਡ ਦਾ ਸੁਧਾਰ ਕਰ ਸਕਦੀਆਂ ਨੇ? ਕਿਉਂ ਨਹੀਂ ਕਾਨੂੰਨ ਲਾਗੂ ਹੋਊਗਾ ਉਹਨਾਂ ਦੇ ਉੱਤੇ ਫਿਰ ਇਹ? ਹਾਂ, ਬਿਲਕੁਲ ਤੁਹਾਡੀ ਗੱਲ ਸਹੀ ਆ, ਕਿਉਂਕਿ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਜ਼ਮੀਨ ਨੂੰ ਆਪੇ ਵੇਚ ਸਕਦਾ ਨਹੀਂ ਸ਼ਾਮਲ। ਪਿੰਡਾਂ ਦੇ ਵਿੱਚ ਜਿਸ ਤਰੀਕੇ ਦੀ ਵਿਰੋਧਤਾ, ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ BDPO ਦੀਆਂ ਪਾਵਰਾਂ, ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪਹਿਲਾਂ ਆਗਿਆ ਲੈਣੀ ਪੈਂਦੀ ਆ, ਪਿੰਡਾਂ ਦੇ ਵਿੱਚ ਇਹ ਗੱਲਾਂ ਸੰਭਵ ਨਹੀਂ ਹੈਗੀਆਂ, ਬਹੁਤ ਔਖੇ ਮੁਸ਼ਕਿਲ ਦੇ ਨਾਲ ਇਹ ਗੱਲਾਂ ਸੰਭਵ ਆ। ਦੂਜੀ ਗੱਲ ਇਹ ਹੈ ਕਿ ਪਿੰਡਾਂ ਦੇ ਲੋਕਾਂ ਨੇ ਕਦੇ ਜ਼ਮੀਨਾਂ ਵੇਚਣ ਦੇ ਬਾਰੇ ਸੋਚਿਆ ਵੀ ਨਹੀਂਗਾ। ਉਹਦਾ ਕਾਰਨ ਇਹ ਹੈ ਕਿ ਅਸੀਂ ਪਿੰਡਾਂ ਵਾਲੇ ਲੋਕ ਹੀ ਆ ਜਿਹੜੇ ਕਿ ਮਿੱਟੀ ਦੀ ਕਦਰ ਕਰਦੇ ਆ, ਜ਼ਮੀਨ ਦੀ ਕਦਰ ਕਰਦੇ ਆ। ਆਮ ਬੰਦੇ ਦੇ ਸਿਰ ਦੇ ਉੱਤੇ ਜਿੱਦਾਂ ਮਰਜ਼ੀ ਕਰਦਾ ਚੜਿਆ ਹੋਵੇ, ਉਹ ਕਦੇ ਸੋਚਦਾ ਨਹੀਂ ਗਾ ਜ਼ਮੀਨ ਵੇਚਾਂ ਆਪਦੀ, ਤੇ ਉਹ ਉਦੋਂ ਵੇਚਦਾ ਜਦੋਂ ਸਿਰ ਦੇ ਉੱਤੋਂ ਪਾਣੀ ਨਿਕਲ ਜਾਂਦਾ। ਸੋ ਇਹ ਪਿੰਡਾਂ ਦੇ ਲੋਕਾਂ ਦਾ ਮੋਹ ਹੈ ਜਿਹੜਾ ਕਿ ਹਾਲੇ ਤੱਕ ਖੇਤਾਂ ਨੂੰ, ਹਾਲੇ ਤੱਕ ਜ਼ਮੀਨਾਂ ਨੂੰ ਸਾਂਭੀ ਬੈਠਾ। ਮੈਂ ਤਾਂ ਉਹ ਹੈਰਾਨ ਹੁੰਦਾ ਕਦੇ ਕਦੇ ਵੀ ਸ਼ਹਿਰੀ ਖੇਤਰ ਦੇ ਵਿੱਚ ਜਾ ਕੇ ਬੰਦਾ, ਉਹ ਜਿਵੇਂ ਗਾਣਾ ਨਹੀਂ, ਇੱਕ 35 ਪਿੰਡ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ, ਪਰ ਇਹ ਹੈ ਵੀ ਜਦੋਂ ਸ਼ਹਿਰਾਂ ਦੇ ਵਿੱਚ ਜ਼ਮੀਨਾਂ ਖਾਧੀਆਂ ਜਾਂਦੀਆਂ ਤੇ ਪਿੰਡਾਂ ਦੇ ਵਿੱਚ ਜ਼ਮੀਨਾਂ ਸਾਂਭੀਆਂ ਜਾਂਦੀਆਂ ਜੀ। ਉਧਰ ਕਾਂਗਰਸ ਨੇ ਬਿੱਟੂ ਨੂੰ ਲੋਕ ਸਭਾ ਦੇ ਵਿੱਚ ਪਾਰਟੀ ਆਗੂ ਵਜੋਂ ਜ਼ਿੰਮੇਵਾਰੀ ਤਾਂ ਦੇ ਦਿੱਤੀ, ਬੜਾ ਹੱਸਦਾ ਨਜ਼ਰ ਆਉਂਦਾ ਅਖਬਾਰਾਂ ਦੇ ਵਿੱਚ। ਹਾਂ, ਬਿਲਕੁਲ। ਦੇਖੋ ਜੀ, ਗੱਲ ਇਹ ਹੈ ਕਿ ਜਿਹੜੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹੈਗੇ ਆ ਜਾਂ ਉਪ ਨੇਤਾ ਹੈਗੇ ਆ, ਉਹ ਸਾਰੇ ਦੇ ਸਾਰੇ ਇਸ ਵਕਤ ਪੰਜਾਬ ਸੂਬਿਆਂ ਦਾ ਚੋਣਾਂ ਦੇ ਵਿੱਚ ਮਸਰੂਫ ਆ। ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੇ ਲਈ, ਹੋਰ ਕਈ ਕੰਮਾਂ ਕਰਨ ਦੇ ਲਈ ਆਪਣੇ ਰੁਝੇਵੇਂ ਵਧੇ ਹੋਏ ਉਹਨਾਂ ਦੇ। ਸੋ ਇਸ ਕਰਕੇ ਰਵਨੀਤ ਬਿੱਟੂ ਦੇ ਉੱਤੇ ਆਇਆ ਕੁਝ ਕੁ ਸਮੇਂ ਦੇ ਲਈ ਇਹ ਜ਼ਿੰਮਾ। ਇਹ ਪੱਕੇ ਤੌਰ ਤੇ ਨਹੀਂ ਗਾ, ਵਕਤੀ ਤੌਰ ਤੇ, ਆਰਜੀ ਤੌਰ ਦੇ ਉੱਤੇ ਜ਼ਿੰਮੇਵਾਰੀ ਪਈ ਹੈ। ਰਵਨੀਤ ਬਿੱਟੂ ਹੁਣ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨਗੇ ਨੇਤਾ ਉਹਨਾਂ ਦੇ। ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਕਿਸਾਨਾਂ ਦਾ ਮੁੱਦਾ ਮਿਟ ਕੇ ਚੁੱਕੂੰਗਾ। ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਅਸੀਂ ਪੰਜਾਬ ਦੇ ਦੇਸ਼ ਦੇ ਮੁੱਦੇ ਜਿਹੜੇ ਕਿ ਬਣਦੇ ਆ ਉਹ ਚੁੱਕਾਂਗੇ ਵੀ ਤੇ ਚੱਕਦੇ ਰਹੇ ਨਹੀਂ। ਰਵਨੀਤ ਬਿੱਟੂ ਨੇ ਗੱਲ ਕਹੀ ਕਿ ਕਿਸਾਨੀ ਇਸ ਵਕਤ 3.5 ਮਹੀਨੇ ਹੋ ਚੱਲੇ ਆ, ਸੜਕਾਂ ਦੇ ਉੱਤੇ ਬੈਠੀ ਆ। ਪੰਜਾਬ ਦੇ ਵਿੱਚ ਵੀ ਬਹੁਤ ਲੰਮਾ ਸਮਾਂ ਇਸ ਤਰੀਕੇ ਨਾਲ ਕਈ ਮਹੀਨੇ ਚੱਲਦੇ ਰਹੇ, ਰੇਲਵੇ ਟਰੈਕ ਦੇ ਉੱਤੇ ਧਰਨੇ ਮੁਜ਼ਾਹਰੇ। ਸੋ ਇਸ ਵਕਤ ਲੋੜ ਹੈਗੀ ਹੈ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ, ਤੇ ਜਿੰਨਾ ਕੁ ਸਾਡੇ ਕੋਲ ਬਣ ਸਕਿਆ, ਜੋ ਸੰਭਵ ਹੋਇਆ, ਅਸੀਂ ਉਹ ਹਰ ਕੁਝ ਕਰਾਂਗੇ। ਉਧਰ ਇੱਕ ਨਵੀਂ ਖਬਰ ਹੈ ਟਾਣਾ ਸਾਹਿਬ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ 79ਵੇਂ ਜਨਮ ਦਿਨ ਦੇ ਉੱਤੇ ਵਧਾਈ ਭੇਜਤੀ। ਵਿਰੋਧੀ ਪਾਰਟੀਆਂ ਕਹਿੰਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਰਲਿਆ ਹੋਇਆ ਮੋਦੀ ਦੇ ਨਾਲ। ਦੇਖੋ, ਕੁਝ ਕੁ ਗੱਲਾਂ ਹੁੰਦੀਆਂ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਰਲਿਆ ਹੋਇਆ ਜਾਂ ਰਲਿਆ ਹੋਇਆ, ਪਰ ਕੁਝ ਕੁ ਗੱਲਾਂ ਸ਼ਿਸ਼ਟਾਚਾਰ ਦੇ ਨਾਂ ਦੇ ਉੱਤੇ ਵੀ ਚਾਹੀਦੀਆਂ, ਕਿਉਂਕਿ ਆਪਾਂ ਵਿਰੋਧੀ ਪਾਰਟੀਆਂ ਦੇ ਵਿੱਚ ਹੋ ਸਕਦੇ ਹਾਂ, ਆਪਣੀ ਕੋਈ ਦੁਸ਼ਮਣੀ ਨਹੀਂ। ਜੇ ਤਾਂ ਹੁਣ ਜੇ ਮੰਨ ਲਓ ਅੱਜ ਅਕਾਲੀ ਦਲ ਦੇ ਕਿਸੇ ਨੇਤਾ ਦੇ ਘਰ ਦੇ ਵਿੱਚ ਕੋਈ ਦੁੱਖ ਦੀ ਘਟਨਾ ਵਾਪਰ ਜੇ ਤੇ ਉੱਥੇ ਜੇਕਰ ਆਮ ਆਦਮੀ ਪਾਰਟੀ ਵਾਲਾ ਕੋਈ ਜਾਵੇ ਨੇਤਾ, ਉੱਥੇ ਕੇਜਰੀਵਾਲ ਹੋਰੀ ਦੁੱਖ ਮਨਾਉਣ ਲਈ ਜਾਣ, ਤਾਂ ਇਹਦਾ ਮਤਲਬ ਆਪਾਂ ਇਹ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਨਾਲ ਅੰਦਰ ਖਾਤੇ ਰਲੀ ਹੋਈ ਹੈ। ਦੁੱਖ ਦਾ ਸੁੱਖ ਦੇ ਮੌਕੇ ਤਾਂ ਸ਼ਿਸ਼ਟਾਚਾਰ ਦੇ ਰਾਸਤੇ ਕੰਮ ਆਉਣਾ ਚਾਹੀਦਾ, ਮੈਨੂੰ ਵੀ ਆਉਣਾ ਚਾਹੀਦਾ, ਗੁਆਂਢੀਆਂ ਦੇ ਨਾਲ ਭਾਵੇਂ ਨਾ ਬਣਦੀ ਹੋਵੇ ਤੇ ਸਭ ਨੂੰ। ਪਰ ਗੱਲ ਇਹ ਆ, ਵੈਸੇ ਪ੍ਰਭਾਵ ਹੁਣ ਤੱਕ ਸਮੇਂ-ਸਮੇਂ ਤੇ ਇਹੀ ਗਿਆ ਵੀ ਪੰਜਾਬ ਦੀ ਸਰਕਾਰ ਅੰਦਰ ਖਾਤੇ ਰਲੀ ਹੋਈ ਹੈ। ਇਹੋ ਜਿਹੇ ਸਵਾਲ ਉੱਠਦੇ ਰਹੇ ਆ, ਕਿਉਂਕਿ ਕਦੇ ਵੀ ਉਹਨੇ ਤਿੱਖੇ ਸ਼ਬਦਾਂ ਦੇ ਵਿੱਚ ਵਿਰੋਧਤਾ ਨਹੀਂ ਕੀਤੀ ਕੈਪਟਨ ਸਾਹਿਬ ਤੇ ਕੇਂਦਰ ਦੀ, ਜਿੰਨੀ ਹੀ ਕਰਨੀ ਚਾਹੀਦੀ ਹੈ। ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਸਾਡੀ ਪਾਰਟੀ ਦੇ ਵਿਧਾਇਕ, ਮੰਤਰੀ ਤੇ ਮੈਂ ਖੁਦ ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਮੂਹਰੇ ਧਰਨੇ ਤੇ ਬੈਠਣ ਲੱਗਾ ਜੇਕਰ ਇਹਨਾਂ ਦੇ ਵੱਲੋਂ ਕਿਸਾਨੀ ਮਸਲਾ ਹੱਲ ਨਹੀਂ ਕੀਤਾ ਜਾਂਦਾ। ਪਰ ਹੁਣ ਜਦੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ ਨੇ ਕੈਪਟਨ ਨੂੰ, ਤਾਂ ਚਲੋ ਜੀ ਬਹੁਤ ਵਧੀਆ ਗੱਲ ਆ, ਉਮਰ ਲੰਮੀ ਹੋਵੇ, ਕੋਈ ਇਤਰਾਜ਼ ਨਹੀਂਗਾ, ਤੰਦਰੁਸਤ ਰਹਿਣ। ਪਰ ਗੱਲ ਇਹ ਵੀ ਲੰਮੀ ਉਮਰ ਦੇ ਵਿੱਚ ਵੀ ਕਹਿੰਦੇ ਪੰਜਾਬ ਦੇ ਬਾਰੇ ਸੋਚਣ। ਇਹ ਉਮਰ ਦਾ ਉਹ ਪੜਾਅ ਜਿਹਦੇ ਵਿੱਚ ਪੰਜਾਬ ਦੇ ਬਾਰੇ ਬਹੁਤ ਵੱਡੇ ਪੱਧਰ ਤੇ ਸੋਚਣ ਦੀ ਲੋੜ ਆ। ਕੈਪਟਨ ਸਾਹਿਬ ਨੇ ਪਿਛਲੀ ਵਾਰ 17 ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਭਾਈ ਮੇਰੀ ਆਖਰੀ ਚੋਣ ਆ, ਮੈਨੂੰ ਤੁਸੀਂ ਵੋਟਾਂ ਪਾਓ, ਮੈਂ ਜਾਂਦਾ ਕੁਝ ਨਾ ਕੁਝ ਕਰਨਾ ਚਾਹੁੰਦਾ। ਪਰ 3 ਕੁ ਮਹੀਨਿਆਂ ਬਾਅਦ ਉਹਨਾਂ ਦੇ ਵਿਚਾਰ ਬਦਲ ਗਏ। ਫਿਰ ਉਹਨਾਂ ਦਾ ਬਿਆਨ ਕਿਵੇਂ ਆਇਆ, ਮੈਨੂੰ ਹੂਬਹੂ ਚੇਤੇ ਆ ਕਿ ਪੰਜਾਬ ਦੇ ਮਸਲੇ ਬਹੁਤ ਵੱਡੇ ਹਨ ਜਿਹੜੇ ਕਿ ਛੇਤੀ ਕਿਤੇ ਹੱਲ ਹੋਣ ਵਾਲੇ ਨਹੀਂ,
ਤੇ ਜਿੰਨੀ ਦੇਰ ਤੱਕ ਪੰਜਾਬ ਦਾ ਕੱਲਾ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਮੈਂ ਰਾਜਨੀਤੀ ਵਿੱਚ ਸਰਗਰਮ ਰਹਾਂਗਾ। ਉਹ ਨਾਲ ਦੀ ਨਾਲ ਹੀ ਬਦਲ ਗਏ, ਕੁਰਸੀ ਸ਼ਾਇਦ ਓਨੀ ਪੈਂਦੀ, ਉਹਨਾਂ ਨੇ ਗੱਡੀ ਬੜੀ ਵਧੀਆ, ਆਪਾਂ ਨਹੀਂ ਹਿਲਦੇ। ਹੁਣ ਵੀ ਦੇਖੋ ਸੁਨੀਲ ਜਾਖੜ ਹੋਰਾਂ ਨੇ ਉਹਨਾਂ ਦੇ ਪੱਖ ਦੇ ਵਿੱਚ ਬੋਲੀ ਦਿੱਤਾ ਸਥਾਨਕ ਸਰਕਾਰਾਂ ਦੇ ਚੋਣਾਂ ਤੋਂ ਬਾਅਦ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਅਵਲਗਾਂ ਚੋਣਾਂ ਲੜੀਆਂ ਜਾਣਗੀਆਂ। ਮਤਲਬ ਇਹ ਹੈ ਕਿ ਅਗਲੀ ਵਾਰ ਦੀ ਤਿਆਰੀ ਵੀ ਖਿੱਚ ਕੇ ਰੱਖ ਲਈ ਹੈ। ਤੇ ਪਿਛਲੀ ਵਾਰ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਮਸਲੇ ਇਕੱਲੇ ਸੀ ਹੱਲ ਕਰਾਂਗੇ, ਤੇ 4 ਵਰਿਆਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੱਲ ਹੋਇਆ। ਨਾ ਤਾਂ ਇੱਥੇ ਕੋਈ ਰੇਤ ਮਾਫੀਆ ਮੁੱਕਿਆ, ਜੋ ਰੇਤ ਪਹਿਲਾਂ ਭਾਅ ਤੇ ਮਿਲਦੀ ਸੀਗੀ 17 ਦੇ ਵਿੱਚ ਅੱਜ ਉਸ ਤੋਂ ਵੱਧ ਭਾਅ, ਜਿਹੜਾ ਪੈਟਰੋਲ ਪਹਿਲਾਂ ਮਿਲਦਾ ਸੀਗਾ ਜਿਹੜੇ ਭਾਅ ਤੋਂ ਉਹਦੇ ਨਾਲੋਂ ਵੱਧ ਭਾਅ। ਹਾਲਾਂਕਿ ਸੂਬੇ ਦੀ ਸਰਕਾਰ ਆਪਣੇ ਹਿੱਸੇ ਦੇ ਟੈਕਸ ਦੇ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ, ਪਰ ਨਹੀਂ ਦਿੱਤੀ। ਤੁਸੀਂ ਦੇਖੋ ਕੇਬਲ ਮਾਫੀਆ ਪਹਿਲਾਂ ਮੰਗੀ ਆ, ਤੁਸੀਂ ਦੇਖੋ ਲੈਂਡ ਮਾਫੀਆ ਪਹਿਲਾਂ ਮੰਗੀ ਆ, ਤੁਸੀਂ ਦੇਖੋ ਨਸ਼ਾ ਮਾਫੀਆ ਅੱਜ ਵੀ ਕੰਮ ਕਰ ਰਿਹਾ। ਤੇ ਹਰ ਰੋਜ਼ ਕਿਤੇ ਨਾ ਕਿਤੋਂ ਖਬਰ ਆਉਂਦੀ ਆ, ਕਦੇ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਜਾਂਦੇ ਆ, ਕਦੇ ਭੁੱਕੀ ਸਮੇਤ ਫੜ ਲਏ, ਕਦੇ ਚਿੱਟੇ ਸਮੇਤ ਫੜ ਲਏ। ਇਹ ਤਾਂ ਹੀ ਫੜੇ ਜਾਂਦੇ ਜੇਕਰ ਹਾਲੇ ਵੀ ਸਮਾਜ ਦੇ ਵਿੱਚ ਹੈਗੇ ਆ। ਇਹ ਕਹਿੰਦੇ ਸੀ ਬਿਜਲੀ ਜਿਹੜਾ ਉਹ ਕੰਟਰੈਕਟ ਕੀਤੀ ਹੈ ਪਿਛਲੀ ਸਰਕਾਰ ਦੇ ਵੱਡੀਆਂ ਕੰਪਨੀਆਂ ਨਾਲ, ਉਹਦਾ ਰਿਵਿਊ ਕਰਕੇ ਤੇ ਅਸੀਂ ਉਹ ਕੰਟਰੈਕਟ ਰੱਦ ਕਰ ਦਿਆਂਗੇ। 4 ਸਾਲਾਂ ਦੇ ਵਿੱਚ 14 ਵਾਰ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੋ ਗਈ ਆ, ਤੇ ਇੱਕ ਵਾਰ ਹੁਣ ਫਿਰ ਮਹਿੰਗੀ ਕਰਨੀ ਆ। ਇਹਦੇ ਬੱਸ ਭਾੜੇ ਕਿੰਨੀ ਵਾਰ ਮਹਿੰਗੇ ਹੋ ਗਏ ਆ। ਸੋ ਕੈਪਟਨ ਸਾਹਿਬ ਨੇ ਕੀਤਾ ਤਾਂ ਕੱਖ ਵੀ ਨਹੀਂ ਗਾ, ਚਲੋ ਵਧਾਈਆਂ ਮਿਲ ਗਿਆ, ਉਮਰ ਲੰਮੀ ਹੋ ਗਈ, ਪਰ ਲੰਮੀ ਉਮਰ ਦੇ ਵਿੱਚ ਪੰਜਾਬ ਬਾਰੇ ਸੋਚਣ। ਬਿਲਕੁਲ ਬਿਲਕੁਲ, ਉਹ ਤਾਂ ਇਹ ਕਹਿੰਦੇ ਪ੍ਰਧਾਨ ਮੰਤਰੀ ਨੇ ਮੈਨੂੰ ਤਾਂ ਲੱਗਿਆ ਜਿਵੇਂ ਸਾਈਂ ਬਾਬੇ ਨੇ ਆਸ਼ੀਰਵਾਦ ਦਿੱਤਾ ਹੁੰਦਾ, ਉਹ ਆਉਣ ਵਾਲਾ ਸਮਾਂ ਦੱਸੂਗਾ। ਉਧਰ ਸਿੰਘੂ ਬਾਰਡਰ ਤੇ ਪੱਕੇ ਮਕਾਨ ਬਣਨ ਲੱਗ ਗਏ ਜੀ। ਦੇਖੋ ਇਹ ਇੱਕ ਸੰਕੇਤਕ ਤੌਰ ਦੇ ਉੱਤੇ ਆ, ਮੈਂ ਸੋਚਦਾ ਕਿ ਬਹੁਤ ਵੱਡੀ ਗੱਲ ਹੈ ਤੇ ਵਧੀਆ ਗੱਲ ਆ, ਕਿਉਂਕਿ ਜੇਕਰ ਕੇਂਦਰ ਦੀ ਸਰਕਾਰ ਢੀਠ ਹੋਈ ਬੈਠੀ ਹੈ ਤਾਂ ਫਿਰ ਕਿਸਾਨ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਵੀ ਭਾਈ ਚੱਲੇ ਅਸੀਂ ਵੀ ਇੱਥੇ ਬੈਠੇ ਆ, ਤੁਸੀਂ ਭਾਵੇਂ ਸਾਨੂੰ 2 ਸਾਲ ਬਿਠਾ ਲਓ ਤੇ ਭਾਵੇਂ ਸਾਲ ਬਿਠਾ ਲਓ ਤੇ ਭਾਵੇਂ ਪੱਕਾ ਬਿਠਾ ਲਓ। ਮੈਂ ਕੱਲ ਕਈ ਫੋਟੋਆਂ ਦੇਖੀਆਂ, ਕਈ ਗੱਲ ਵੀਡੀਓ ਦੇਖੀਆਂ, ਉਹਦੇ ਵਿੱਚ ਕਿਸਾਨ ਆ ਜਿਹੜੇ ਉਹ ਨਾਲ ਆਪਣੇ ਮਿਸਤਰੀ ਲੈ ਕੇ ਤੇ ਪਹੁੰਚ ਗਿਆ, ਵੱਡੀ ਗਿਣਤੀ ਦੇ ਵਿੱਚ ਮਿਸਤਰੀਆਂ ਨੂੰ ਨਾਲ ਲੈ ਕੇ ਤੇ ਬਾਰਡਰਾਂ ਦੇ ਉੱਤੇ ਟਰਾਲੀਆਂ ਭਰੀਆਂ ਹੋਈਆਂ ਪੱਕੀਆਂ ਇੱਟਾਂ ਲੈ ਕੇ ਪਹੁੰਚ ਗਏ ਕਿਸਾਨ ਬਾਰਡਰਾਂ ਦੇ ਉੱਤੇ। ਉਹਨਾਂ ਨੇ ਉੱਥੇ ਨੀਆਂ ਭਰਨੀਆਂ ਸ਼ੁਰੂ ਕਰਤੀਆਂ, ਨੀਆਂ ਪੱਟ ਕੇ ਤੇ ਉਹਨਾਂ ਨੇ ਨੀਆਂ ਭਰਨ ਦਾ ਕੰਮ ਸ਼ੁਰੂ ਕਰਤਾ। ਤੇ ਉਹ ਕਹਿੰਦੇ ਜੀ ਅਸੀਂ 2-2 ਮੰਜ਼ਲਾ ਮਕਾਨ ਇੱਥੇ ਹੀ ਬਣਾਵਾਂਗੇ, ਕਿਉਂਕਿ ਜਿਹੜੇ ਟੈਂਟਾਂ ਦੇ ਵਿੱਚ ਆ ਇੱਕਦਮ ਗਰਮੀ ਉਹਨਾਂ ਦੇ ਕਰਕੇ ਤੇ ਹੁਣ ਟੈਂਟ ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਹੀ ਬਹਿਣਾ ਔਖਾ ਹੋਇਆ ਪਿਆ। ਇਸ ਕਰਕੇ ਕਿਸਾਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਹੁਣ ਪੱਕੇ ਘਰ ਬਣਾਉਣ ਲੱਗੇ ਆ, ਆਓ ਤੁਸੀਂ ਵੀ ਰਹੋ, ਅਸੀਂ ਆਪਦੇ ਸਾਥੀਆਂ ਨੂੰ ਕਹਾਂਗੇ ਵੀ ਇਹਦੇ 'ਚ ਰਹੋ ਜਿੱਦੇ ਰਹਿ ਸਕਦੇ ਆਪਾਂ। ਇਹ ਪੱਕੇ ਘਰਾਂ ਨੂੰ ਪਲਸਤਰ ਕਰਕੇ 2 ਮੰਜ਼ਲਾ ਬਣਾ ਕੇ ਤੇ ਉਹਦੇ ਵਿੱਚ ਪੱਖੇ ਕੂਲਰ ਸਾਰਾ ਕੁਝ ਲਾਵਾਂਗੇ। ਸੋ ਮੈਂ ਸੋਚਦਾ ਜੀ ਕਿ ਇਹ ਅਗਾਊਂ ਤਿਆਰੀਆਂ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਕਿ ਕੇਂਦਰ ਦੀ ਸਰਕਾਰ ਤੱਕ ਵੀ ਚੰਗਾ ਸੁਨੇਹਾ ਪਹੁੰਚਾਉਣ ਵਾਲਾ ਵੀ ਇਹ ਨਹੀਂ ਜਾਂਦੇ। ਜੇ ਕੇਂਦਰ ਦੀ ਸਰਕਾਰ ਇਹ ਗੱਲ ਸੋਚੀ ਬੈਠੀ ਵੀ ਆਪੇ ਚਲੇ ਜਾਣੇ ਆ ਤਾਂ ਫਿਰ ਇਹ ਨਹੀਂ ਜਾਂਦੇ, ਇਹਦੇ ਨਾਲ ਇਹ ਪ੍ਰਭਾਵ ਮਿਲਣਾ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਲੱਗੇ ਕੱਲ ਮੈਂ ਦੇਖਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਪੱਖੇ ਆ ਜਿਹੜੇ ਉਹ ਬਾਰਡਰਾਂ ਦੇ ਉੱਤੇ ਪਹੁੰਚ ਚੁੱਕੇ ਆ। ਬਹੁਤ ਸਾਰੇ ਕਿਸਾਨ ਇਹੋ ਜਿਹੇ ਜਿਹੜੇ ਕਿ ਬਿਜਲੀ ਦਾ ਕੰਮ ਆਪਦੇ ਹੱਥੀਂ ਜਾਣਦੇ ਆ, ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ। ਸੋ ਉਹਨਾਂ ਨੇ ਥਰ, ਮੋਟਰਾਂ, ਤਾਰਾਂ, ਹੋਰ ਜਿਹੜਾ ਬਾਕੀ ਸਮਾਨ ਹੁੰਦਾ ਉਹ ਲਿਜਾ ਕੇ ਤੇ ਆਪ ਹੀ ਪੱਖੇ ਬੰਨਣੇ ਸ਼ੁਰੂ ਕਰਤੇ ਆ, ਕੂਲਰ ਤਿਆਰ ਕਰਨੇ ਸ਼ੁਰੂ ਕਰਤੇ ਉਹਨਾਂ ਨੇ। ਤੇ ਨਾਲ ਹੀ ਕਿਸਾਨਾਂ ਨੇ ਗੱਲ ਕਹੀ ਵੀ ਜਦੋਂ ਇਹ ਅੰਦੋਲਨ ਜਿੱਤ ਲਿਆ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਪੱਖਿਆਂ ਨੂੰ, ਇਹਨਾਂ ਕੂਲਰਾਂ ਨੂੰ ਇੱਥੇ ਵਸਦੇ ਲੋਕਾਂ ਨੂੰ ਦਾਨ ਦੇ ਕੇ ਤੇ ਫਿਰ ਵਾਪਸ ਜਾਵਾਂਗੇ, ਅਸੀਂ ਵਾਪਸ ਨਹੀਂ ਲੈ ਕੇ ਜਾਂਦੇ, ਕਿਉਂਕਿ ਆਂਢ ਗੁਆਂਢ ਦੇ ਆਲੇ ਦੁਆਲੇ ਦੇ ਲੋਕਾਂ ਨੇ ਸਾਡੇ ਬਾਰੇ ਬਹੁਤ ਕੁਝ ਕੀਤਾ, ਇਸ ਕਰਕੇ ਪੱਖੇ ਤੇ ਚੀਜ਼ਾਂ ਅਸੀਂ ਇੱਥੇ ਦੇ ਦੇਣੀਆਂ। ਉਹ ਕਿਹੜੀ ਜਗ੍ਹਾ ਜੀ ਜਿੱਥੇ ਕਿਸਾਨਾਂ ਨੇ 169 ਦਿਨਾਂ ਦੇ ਮਗਰੋਂ ਆਪਣਾ ਜਿਹੜਾ ਧਰਨਾ ਚੁੱਕਿਆ? ਦੇਖੋ ਜੀ, ਜੰਡਿਆਲਾ ਗੁਰੂ ਦੇ ਵੱਲੋਂ ਖਬਰ ਆਈ ਹੈ, ਮਾਝਾ ਖੇਤਰ ਦੇ ਵਿੱਚੋਂ ਅੰਮ੍ਰਿਤਸਰ ਦੇ ਵੱਲੋਂ। ਆਪਾਂ ਜਾਣਦੇ ਵੀ ਇੱਕ ਹੈਗੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਦੇ ਵੱਲੋਂ ਇਸ ਵਕਤ ਜੇ ਪੰਨੂ ਤੇ ਧਨੇਰ ਵਾਲੀ, ਉਹਦੇ ਵੱਲੋਂ 169 ਦਿਨਾਂ ਤੋਂ ਮਾਝਾ ਖੇਤਰ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੰਜਾਬ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਿਸੇ ਵੇਲੇ ਇਹ ਧਰਨੇ ਪ੍ਰਦਰਸ਼ਨ ਦਾ ਸਿਲਸਿਲਾ ਸ਼ੁਰੂ ਕੀਤਾ। ਬਾਅਦ ਦੇ ਵਿੱਚ ਜਦੋਂ ਇਹ ਬਾਰਡਰਾਂ ਦੇ ਵੱਲ ਗਏ ਤਾਂ ਇੱਥੋਂ ਧਰਨੇ ਚੁੱਕ ਕੇ ਤੇ ਫਿਰ ਆਪਾਂ ਉਧਰ ਚਲੇ ਗਏ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 169 ਦਿਨਾਂ ਤੋਂ ਮਾਝਾ ਖੇਤਰ ਦੇ ਵਿੱਚ ਰੇਲ ਦੇ ਟਰੈਕ ਨੂੰ ਰੋਕਿਆ ਹੋਇਆ ਸੀਗਾ। ਜਿਹੜੀ ਰੇਲ ਗੱਡੀ ਇੱਧਰ ਦੀ ਲੰਘਣੀ ਹੁੰਦੀ ਆ ਉਹਦਾ ਵੀ ਰੂਟ ਬਦਲ ਕੇ ਪਿਛਲੇ ਲਗਭਗ 3-3.5 ਮਹੀਨਿਆਂ ਤੋਂ ਲੰਘਿਆ ਜਾ ਰਿਹਾ।
ਸਿਰਫ ਇੱਕੋ ਹੀ ਰੇਲਵੇ ਟਰੈਕ ਸੀ ਜਿਹੜਾ ਬਲੌਕ ਸੀਗਾ ਹਾਲ ਦੀ ਘੜੀ। ਸੋ ਉਹ 169 ਦਿਨਾਂ ਬਾਅਦ ਉਹਨਾਂ ਨੇ ਆਪਣਾ ਧਰਨਾ ਚੁੱਕ ਲਿਆ ਤੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਡਰੇ ਥੱਕੇ ਜਾਂ ਅੱਕੇ ਨਹੀਂ। ਅਸਲ ਦੇ ਵਿੱਚ ਇਸ ਕਰਕੇ ਚੁੱਕਿਆ ਇਹ ਧਰਨਾ ਕਿਉਂਕਿ ਇੱਕ ਤਾਂ ਹੁਣ ਕਿਸਾਨੀ ਨੇ ਕੰਮਕਾਜ ਵੀ ਕਰਨੇ ਆਪਣੇ ਖੇਤੀਬਾੜੀ ਦੇ ਵਾਢੀ ਦੇ, ਤੇ ਦੂਜੀ ਗੱਲ ਇਹ ਹੈ ਵੀ ਅਸੀਂ ਇੱਥੋਂ ਉੱਠ ਕੇ ਤੇ ਹੁਣ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਇਹ ਅੰਦੋਲਨ ਨੂੰ ਮਜ਼ਬੂਤੀ ਦੇਣ ਦੇ ਲਈ ਅਸੀਂ ਜਾਵਾਂਗੇ। ਸੋ ਮੈਂ ਸੋਚਦਾ ਜੀ ਕਿ ਇਸ ਵਕਤ ਹਮਲਾ ਜ਼ਰੂਰ ਵੱਜਣਾ ਚਾਹੀਦਾ, ਵੱਡਾ ਵੱਜਣਾ ਚਾਹੀਦਾ। ਤੇ ਉਸ ਤੋਂ ਅਗਲੀ ਗੱਲ ਇਹ ਹੈ ਵੀ ਭਾਵੇਂ ਕਈ ਤਰ੍ਹਾਂ ਦੇ ਵਿਵਾਦ, ਕਈ ਤਰ੍ਹਾਂ ਦੇ ਗੱਲਾਂ ਜਿਹੜੀਆਂ ਉਹ ਪੰਨੀ ਤੇ ਪਧੇੜ ਦੇ ਨਾਲ ਜੁੜੀਆਂ ਹੋਣ 26 ਤਰੀਕ ਦੇ ਮੱਦੇਨਜ਼ਰ, ਦੇਖੋ ਜੋ ਹੋਇਆ ਉਦੋਂ ਆਪਾਂ ਚੰਗਾ ਨਹੀਂ ਕਹਿੰਦੇ ਵੀ ਜੋ ਵੀ ਉੱਥੇ ਹੋਇਆ, ਕਿਉਂਕਿ ਉਸ ਤੋਂ ਬਾਅਦ ਹਾਲੇ ਤੱਕ ਸਾਡੇ ਪੈਰ ਨਹੀਂ ਲੱਗੇ। ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ। ਕਈ ਨਾ ਧਰਮ ਚੌਧਰੀ ਜੋ ਹੁੰਦੇ ਆ ਜਿਹੜੇ ਕਹਿ ਦਿੰਦੇ ਆ ਲਓ ਜੀ ਉਸ ਦਿਨ ਤਾਂ ਆਪਣਾ ਫਰਜ਼ ਬਣਦਾ ਸੀ, ਆਪਾਂ ਤਾਂ ਐ ਕਰਦੇ ਹੀ ਸੀ, ਆਪਾਂ ਨੂੰ ਐ ਕਰ ਹੀ ਦੇਣਾ ਚਾਹੀਦਾ ਸੀ। ਉਸ ਦਿਨ ਦਾ ਕੀਤਾ ਕਰਾਇਆ ਹਾਲੇ ਤੱਕ ਸਾਡੇ ਪੈਰ ਨਹੀਂ ਲੱਗਣ ਦੇ ਰਿਹਾ। ਪਹਿਲਾਂ ਸਰਕਾਰ ਲੋੜਦਾ ਤੇ ਸੀ, ਅੱਜ ਸਰਕਾਰ ਸਾਡੀ ਤੰਗ ਕਰ ਰਹੀ ਆ ਤੇ ਅੱਜ ਤੱਕ ਉਹਨਾਂ ਨੇ ਦੁਬਾਰਾ ਮੀਟਿੰਗ ਨਹੀਂ ਕੀਤੀ ਗਈ। ਇਸ ਕਰਕੇ ਇਹ ਅੰਦੋਲਨ ਜਿੰਨਾ ਲੰਮਾ ਚੱਲ ਰਿਹਾ ਨਾ ਇਹਦੇ ਵਿੱਚ ਉਹਨਾਂ ਲੋਕਾਂ ਦਾ ਜ਼ਰੂਰ ਕਸੂਰ ਆ ਜਿਹੜੇ ਲੋਕਾਂ ਨੇ ਮਨ ਆਈਆਂ ਕੁਝ ਕੁ ਘੰਟਿਆਂ ਦੇ ਲਈ ਕਰਨ ਦੀ ਖਾਤਰ ਸਾਰੇ ਅੰਦੋਲਨ ਨੂੰ ਵਰਤ ਲਿਆ, ਕਿਸਾਨ ਦੇ ਮੋਢੇ ਨੂੰ ਵਰਤ ਕੇ ਆਪਦੀ ਇੱਛਾ ਪੂਰੀ ਕਰਨ ਦੇ ਲਈ। ਪਰ ਫਿਰ ਵੀ ਇਹ ਵੇਲਾ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਇਕੱਠੇ ਹੋ ਕੇ ਸਮੂਹਕ ਹਮਲਾ ਮਾਰਨ ਦਾ ਇਹ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇਹਦੇ ਨਾਲ ਜੁੜੇ ਹੋਏ ਕਿਸਾਨ ਵੀ ਮਿੱਥ ਕੇ ਸੰਘਰਸ਼ ਕਰ ਰਹੇ ਆ, ਉਹਨਾਂ ਸਾਰੇ ਕਿਸਾਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਜੀ ਜੀ, ਉਹ ਕਿਹੜੇ ਪਿੰਡ ਨੇ ਜਿੱਥੇ 55 ਪਿੰਡਾਂ ਨੇ ਡਾਂਗਾ ਨਾਲ ਸਵਾਗਤ ਕਰਨ ਦਾ ਜਿਹੜਾ ਗੱਲ ਕਹੀ ਆ ਵੀ ਜਿਹੜੇ ਵਿਧਾਇਕ ਨੇ ਜਿਹੜੇ MLA ਜਦੋਂ ਸਾਡੇ ਪਿੰਡਾਂ 'ਚ ਬੜੇ ਡਾਂਗਾ ਨਾਲ ਸਵਾਗਤ ਕਰਾਂਗੇ? ਦੇਖੋ ਜੀ ਆਪਾਂ ਜਾਣਦੇ ਆ ਕਿ ਇਸ ਵਕਤ ਵੱਡੇ ਪੱਧਰ ਦੇ ਉੱਤੇ BJP ਦਾ ਤੇ ਜਨਤਾ ਪਾਰਟੀ ਦਾ ਵਿਰੋਧ ਹਰਿਆਣੇ ਦੇ ਕਿਸਾਨ ਕਰ ਰਹੇ ਆ, ਪਰ ਉਹਨਾਂ ਵਿਚਾਰਿਆਂ ਦੀ ਪੇਸ਼ ਨਹੀਂ ਚੱਲੀ। ਉਹਨਾਂ ਨੇ ਬੇਨਤੀ ਕੀਤੀ ਘਰ ਘਰ ਦੇ ਵਿੱਚ ਜਾ ਕੇ ਵਿਧਾਇਕ ਨੂੰ, ਉਹਨਾਂ ਦੀਆਂ ਕੰਧਾਂ ਦੇ ਉੱਤੇ, ਦਫ਼ਤਰਾਂ ਦੀਆਂ ਕੰਧਾਂ ਤੇ, ਘਰਾਂ ਦੀਆਂ ਕੰਧਾਂ ਦੇ ਉੱਤੇ ਪੋਸਟਰ ਵੀ ਲਾਏ, ਮੰਗ ਪੱਤਰ ਵੀ ਲਾਏ ਵੀ ਤੁਸੀਂ ਸਰਕਾਰ ਦਾ ਸਾਥ ਨਾ ਦਿਓ, ਹੁਣ ਤੱਕ ਅਸੀਂ ਤੁਹਾਨੂੰ ਵੋਟਾਂ ਪਾਈਆਂ। ਗੱਲ ਬੜੀ ਭਾਵੁਕ ਕਰਨ ਵਾਲੀ ਆ। ਕਿਸਾਨਾਂ ਨੇ, ਆਗੂਆਂ ਨੇ ਇਹ ਗੱਲ ਕਹੀ ਵੀ ਅੱਜ ਤੱਕ ਅਸੀਂ ਜਿਉਂ ਜੰਮੇ ਆ ਤੁਹਾਨੂੰ ਵੋਟਾਂ ਪਾਉਂਦੇ ਰਹੇ ਆ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਅਸੀਂ ਤੁਹਾਡੇ ਕੋਲੋਂ ਵੋਟ ਮੰਗ ਰਹੇ ਆ, ਇੱਕ ਵੋਟ, ਤੁਸੀਂ ਸਾਨੂੰ ਇਹ ਵੋਟ ਪਾ ਦਿਓ, ਐਤਕੀ ਸਾਨੂੰ ਨਿਰਾਸ਼ ਨਾ ਕਰੋ। ਨਾ ਅਸੀਂ ਤੁਹਾਨੂੰ ਕਦੇ ਪਹਿਲਾਂ ਨਿਰਾਸ਼ ਕੀਤਾ, ਨਾ ਕਿਸੇ ਭਵਿੱਖ ਦੇ ਵਿੱਚ ਕਰਾਂਗੇ। ਪਰ ਕਿਉਂਕਿ ਰਾਜਨੀਤੀ ਹੈ, ਰਾਜਨੀਤਿਕ ਲੋਕ ਕੁਰਸੀ ਕਿੱਥੇ ਛੱਡਦੇ ਆ, ਸੋ ਇਹਨਾਂ ਨੇ ਕੁਰਸੀ ਦੇ ਪਿਆਰ ਦੇ ਵਿੱਚ ਤੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਤੇ ਕਿਸਾਨ ਹੋਰ ਗੁੱਸੇ ਹੋ ਗਏ ਆ, ਕੱਟੇ ਹੋ ਗਏ ਆ। 55 ਵੋਟਾਂ ਪਈਆਂ ਖੱਟੜ ਦੇ ਹੱਕ ਦੇ ਵਿੱਚ, ਸਰਕਾਰ ਦੇ ਹੱਕ 'ਚ 32 ਵੋਟਾਂ ਪਈਆਂ ਵਿਧਾਨ ਸਭਾ ਦੇ ਵਿੱਚ ਪਰਸੋਂ ਸਰਕਾਰ ਦੇ ਖਿਲਾਫ, ਤੇ ਜਿਹੜੀ ਬੇਭਰੋਸਗੀ ਦਾ ਪ੍ਰਸਤਾਵ ਆ ਉਹ ਡਿੱਗ ਗਿਆ ਸੀਗਾ, ਆਪਾਂ ਜਾਣਦੇ ਹਾਂ ਹੁਣ ਤੱਕ। ਪਰ ਹੁਣ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਡਾਂਗਾਂ ਨੂੰ ਵਾਲਾ ਤੇਲ, ਸੱਤਾ ਪੂਰੀਆਂ ਦੀਆਂ ਹੈਗੀਆਂ ਡਾਂਗਾਂ, ਤੇ ਅਸੀਂ ਨਾਲ ਤੌਲਿਆਂ ਦੇ ਖੜੀਆਂ ਕਰਨੀਆਂ ਵੀ ਜਦੋਂ ਕਿਤੇ ਇਹਨਾਂ 55 ਨੇਤਾਵਾਂ ਦੇ ਵਿੱਚੋਂ 55 ਵਿਧਾਇਕਾਂ ਦੇ ਵਿੱਚ ਕੋਈ ਵੀ ਕਿਸੇ ਵੀ ਪਿੰਡ ਦੇ ਵਿੱਚ ਆਊਗਾ ਉਹਦੇ ਮੌਰ ਸੇਕ ਕੇ ਸੀ ਤੇ ਫਿਰ ਉਹਨੂੰ ਵਾਪਸ ਭੇਜਣਾ। ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਇਹ ਸਾਡੇ ਦੀ ਹੋਏ ਤਾਂ ਫਿਰ ਹੁਣ ਭੁੱਲ ਜਾਣ ਵੀ ਅਸੀਂ ਵੀ ਇਹਨਾਂ ਦੇ ਹੈਗੇ ਆ। ਕਿਸੇ ਪਿੰਡ ਦੇ ਵਿੱਚ ਵੰਡ ਨਹੀਂ ਦਿੱਤੇ ਜਾਣਗੇ। ਜਨਤਾ ਪਾਰਟੀ ਦੇ ਵਿਧਾਇਕ ਜਾਂ ਜਿਹੜੇ ਵੀ ਆਜ਼ਾਦ ਵਿਧਾਇਕ ਇਸ ਵਕਤ ਸਰਕਾਰ ਦੇ ਹੱਕ 'ਚ ਖੜੇ ਆ ਜਾਂ ਜਿਹੜੇ ਵੀ BJP ਦੇ ਵਿਧਾਇਕ ਆ, ਇਹ ਕਿਸੇ ਜੰਮਣੇ ਮਰਨੇ ਤੇ ਕਿਤੇ ਵੀ ਨਹੀਂ ਆ ਸਕਣਗੇ। ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ। ਇਹ ਗੱਲ ਕਹੀ ਗਈ ਹੈ ਵੀ ਜਦੋਂ ਆਉਣਗੇ ਨਾ ਇਹ, ਤੇ ਇਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਬੂਟਾਂ ਦੇ ਫੀਤੇ ਘੁੱਟ ਕੇ ਬੰਨ ਕੇ ਆਇਆ ਕਰਨ, ਕਿਉਂਕਿ ਭਾਈਦਾਂ ਦਾ ਕਈ ਵਾਰੀ ਫੀਤਾ ਖੁੱਲ ਜਾਂਦਾ ਹੁੰਦਾ। ਦੇਖਦੇ ਆ। ਉਧਰ ਨਿੱਲ ਵਿੱਚ ਕਹਿੰਦਾ ਮਮਤਾ ਬੈਨਰਜੀ ਹੁਣ ਰਾਕੇਸ਼ ਟਕੈਤ ਬਣਨਾ ਚਾਹੁੰਦੀ ਹੈ। ਵੈਸੇ ਤਾਂ ਇਹ ਸ਼ਬਦ ਮੈਨੂੰ ਵਰਤਣਾ ਨਹੀਂ ਚਾਹੀਦਾ, ਪਰ ਨਾ ਇੰਨੀਆਂ ਚਵਲਾ ਮਾਰਦਾ ਨਿੱਲ ਵਿੱਚ, ਇੰਨੀਆਂ ਮੂਰਖਤਾਈ ਵਾਲੀਆਂ ਗੱਲਾਂ ਕਰਦਾ, ਮੈਂ ਕਦੇ ਕਦੇ ਹੈਰਾਨ ਹੋ ਜਾਂਦਾ ਵੀ ਏਦਾਂ ਇੱਕ ਮੰਤਰੀ ਵੀ ਕਹਿ ਸਕਦਾ ਵੀ ਤੇਰੇ ਕੋਲੇ ਜਿਹੜਾ ਮਹਿਕਮਾ ਭਾਈ ਤੂੰ ਉਹਦੇ ਬਾਰੇ ਗੱਲਾਂ ਕਰ। ਉਹਦੇ ਬਾਰੇ ਗੱਲ ਕਰਨ ਤੋਂ ਬਿਨਾਂ ਆਪਾਂ ਹੋਰ ਹਰ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ। ਹੁਣ ਦੇਖੋ ਰਾਕੇਸ਼ ਟਕੈਤ ਜਿਹੜਾ, ਉਹਦੇ ਉੱਤੇ ਵੀ ਟਿੱਪਣੀ ਕੀਤੀ ਤੇ ਮਮਤਾ ਬੈਨਰਜੀ ਉੱਤੇ ਵੀ ਕੀਤੀ। ਅਨਿਲ ਵਿਜ ਨੇ ਕਿਹਾ ਵੀ ਜਿਹੜੀ ਮਮਤਾ ਬੈਨਰਜੀ ਹੈ ਨਾ, ਉਹ ਹੁਣ ਰਾਕੇਸ਼ ਟਕੈਤ ਬਣਨ ਨੂੰ ਫਿਰਦੀ ਆ। ਉਹ ਕਿਵੇਂ? ਰਾਕੇਸ਼ ਟਕੈਤ ਨੇ 4 ਅਥਰੂ ਅੱਖਾਂ ਦੇ ਵਿੱਚੋਂ ਸੁੱਟ ਕੇ ਡਰਾਮਾ ਕੀਤਾ ਤੇ ਲੋਕਾਂ ਨੂੰ ਫਿਰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਲੋਕਾਂ ਨੂੰ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਡਰਾਮਾ ਕੀਤਾ ਉਹਨੇ 4 ਹੰਝੂ ਸੁੱਟ ਕੇ।
ਬਿਲਕੁਲ ਉਸੇ ਤਰੀਕੇ ਦਾ ਡਰਾਮਾ ਮਮਤਾ ਬੈਨਰਜੀ ਕਰ ਰਹੀ ਹੈ। ਇਹ ਨੰਦੀਗ੍ਰਾਮ ਦੇ ਵਿੱਚ ਕਹਿੰਦੀ ਜੀ ਕਿ ਮੇਰੇ ਉੱਤੇ ਹਮਲਾ ਹੋ ਗਿਆ ਤੇ ਸਾਜ਼ਿਸ਼ ਹੋਈ ਆ ਤੇ ਮੈਨੂੰ ਮਾਰਨ ਨੂੰ ਫਿਰਦੇ ਆ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਹੋ ਗਈ ਜਾ ਕੇ, ਤੇ ਇਹ ਡਰਾਮਾ ਕੀਤਾ ਜਾ ਰਿਹਾ। ਡਰਾਮੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਦੂਜੇ ਪਾਸੇ ਇਹ ਪਤਾ ਲੱਗਾ ਜੀ ਕਿ ਮਮਤਾ ਬੈਨਰਜੀ ਨੇ ਹਸਪਤਾਲ ਦੇ ਵਿੱਚ ਵੀਡੀਓ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਜੀ ਕਿ ਮੈਂ 2-3 ਦਿਨਾਂ ਤੱਕ ਮੇਰੇ ਪੀੜ ਹਟ ਜਾਣੀ ਹੈ, ਪੀੜ ਘਟ ਜਾਣੀ ਹੈ। ਉਸ ਤੋਂ ਬਾਅਦ ਮੈਂ ਲੋਕਾਂ ਦੇ ਵਿੱਚ ਜਾ ਕੇ ਵੀਲ ਚੇਅਰ ਦੇ ਉੱਤੇ ਜਾ ਕੇ ਪ੍ਰਚਾਰ ਕਰੂੰਗੀ ਤੇ ਭਾਜਪਾ ਨੂੰ ਹਰਾਉਣਾ। ਮਤਲਬ ਇਹ ਹੈ ਵੀ ਇੱਕ ਪਾਸੇ ਭਾਜਪਾ ਦੇ ਨੇਤਾ ਜਿਹੜੇ ਕਿ ਚਿੜਾਉਣ ਦਾ ਕੰਮ ਕਰ ਰਹੇ ਆ, ਜਿਹੜੇ ਟਿਚਰਾਂ ਕਰ ਰਹੇ ਆ, ਜਿਹੜੇ ਕਹਿੰਦੇ ਵੀ ਇਹ ਤਾਂ ਡਰਾਮੇਬਾਜ਼ ਔਰਤ ਆ। ਪਰ ਦੂਜੇ ਪਾਸੇ ਮਮਤਾ ਬੈਨਰਜੀ ਨੇ ਗੱਲ ਕਹੀ ਹੈ ਵੀ ਸਮਾਂ ਉੱਤਰ ਦੇਊਗਾ। ਸਮਾਂ ਹੁਣ ਕਿੰਨਾ ਕੁ ਉੱਤਰ ਦਿੰਦਾ ਇਹ ਵਕਤ ਬਿਆਨ ਕਰੂਗਾ। ਪਰ ਜਿਸ ਤਰੀਕੇ ਦੇ ਨਾਲ ਕੱਲ ਕਿਸਾਨ ਆਗੂ ਪਹੁੰਚੇ ਆ ਕੋਲਕਾਤਾ ਦੇ ਵਿੱਚ, ਤੇ ਜਿਵੇਂ ਉਹਨਾਂ ਦਾ ਸਵਾਗਤ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਸਵਾਗਤ ਵਾਸਤੇ ਆ ਗਏ, ਤੇ ਜੇ ਕਿਸਾਨਾਂ ਦੀ ਗੱਲ ਉੱਥੋਂ ਦੇ ਲੋਕਾਂ ਦੇ ਮੰਨ ਲਈ ਵੀ ਭਾਈ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਪਾ ਦਈਏ, ਤਾਂ ਫਿਰ ਬੀਜੇਪੀ ਸਮਝ ਲਓ ਪੜ੍ਹਨੇ ਪੈ ਗਈ ਹੈ। ਜੇ ਅੱਜ ਦੀ ਤਰੀਕੇ ਦੇ ਵਿੱਚ ਸਰਵੇਖਣਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੀ ਬਣ ਰਹੀ ਹੈ। ਪਰ ਬੀਜੇਪੀ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਪੂਰੀ ਕੇਂਦਰ ਦੀ ਸਰਕਾਰ, ਸਾਰੀਆਂ ਏਜੰਸੀਆਂ, ਅਰਬਾਂ ਖਰਬਾਂ ਰੁਪਈਆ ਤੇ ਪਤਾ ਨਹੀਂ ਹੋਰ ਕੀ ਕੀ ਉੱਥੇ ਲੱਗ ਰਿਹਾ ਇੱਕ ਮਮਤਾ ਬੈਨਰਜੀ ਨੂੰ ਹਰਾਉਣ ਦੇ ਲਈ। ਜੀ ਜੀ ਬਿਲਕੁਲ ਸਹੀ ਗੱਲ ਹੈ ਜੀ ਟਾਣਾ ਸਾਹਿਬ। ਖਬਰਾਂ ਭਾਵੇਂ ਹੋਰ ਵੀ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੋ ਇੱਥੇ ਹੀ ਇਸ ਪ੍ਰੋਗਰਾਮ ਨੂੰ ਜਿਹੜਾ ਕਿ ਅਸੀਂ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਦਿਓ ਇਜਾਜ਼ਤ, ਫਿਰ ਮਿਲਣ ਦੇ ਬਾਅਦ ਨਾਲ। ਸਤਿ ਸ੍ਰੀ ਅਕਾਲ ਟਾਣਾ ਸਾਹਿਬ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਸਰਦਾਰ ਸਤਵੰਤ ਸਿੰਘ ਟਾਣਾ ਜਲੰਧਰ ਤੋਂ। ਖਬਰਾਂ ਦੀ ਖਬਰਸਾਰ ਪ੍ਰੋਗਰਾਮ ਦੇ ਵਿੱਚ ਖਬਰਾਂ ਹੋਰ ਵੀ ਬੜੀਆਂ ਸੀ ਪਰ ਕਿਸੇ ਹੋਰ ਦਿਨ ਸਹੀ। ਜੁੜਦੇ ਰਹੋ ਰੇਡੀਓ ਚੰਨ ਪਰਦੇਸੀ ਦੇ ਨਾਲ। ਚੱਲਦੇ ਹਾਂ ਜੀ ਅਗਲੇ ਪ੍ਰੋਗਰਾਮ ਵੱਲ।